ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਪੰਜਾਬ 1947 ਪੰਜਾਬ ਦੀ ਵੰਡ ਵਿੱਚ ਮੈਂ ਗੁਰਿੰਦਰ ਸਿੰਘ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਜੀ। ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ 5 ਤਰੀਕ ਤੋਂ ਇਹ ਲਗਾਤਾਰ ਜਿਹੜੀ ਸੀਰੀਜ਼ ਹੈ 15 ਤਰੀਕ ਤੱਕ ਕਰ ਰਹੇ ਹਾਂ, ਤਾਂ ਹਰ ਰੋਜ਼ ਅਸੀਂ ਇੱਕ ਸਪੈਸ਼ਲ ਗੈਸਟ, ਸਪੈਸ਼ਲ ਸਪੀਕਰ ਇਸ ਮੁੱਦੇ ਦੇ ਉੱਤੇ ਤੁਹਾਡੇ ਰੂਬਰੂ ਕਰਦੇ ਹਾਂ, ਜੋ ਪੰਜਾਬ 1947 ਜਾਂ ਪੰਜਾਬ ਦੀ ਜੋ ਵੰਡ ਹੋਈ ਸੀਗੀ ਉਹਦੇ ਉੱਤੇ ਆਪਣੇ ਵਿਚਾਰ ਦਿੰਦੇ ਨੇ, ਉਹਦੇ ਵੱਖਰੇ ਵੱਖਰੇ ਜਿਹੜੇ ਪਹਿਲੂ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖਦੇ ਹਾਂ ਜੀ। ਅੱਜ ਇਸੇ ਚਰਚਾ ਦੇ ਵਿੱਚ ਸਾਡੇ ਨਾਲ ਪੰਜਾਬ ਤੋਂ ਖਾਸ ਗੈਸਟ ਜਥੇਦਾਰ ਸਰਦਾਰ ਸੁਖਦੇਵ ਸਿੰਘ ਜੀ ਭੌਰ ਜੁੜਨਗੇ, ਤਾਂ ਮੇਰਾ ਪ੍ਰੋਗਰਾਮ ਦੇ ਵਿੱਚ ਸਾਥ ਦੇਣਗੇ ਜੀ ਸਰਦਾਰ ਕਰਨੈਲ ਸਿੰਘ ਜੀ ਸਿਡਨੀ ਤੋਂ। ਮੈਂ ਸਮਾਂ ਨਾ ਖਰਾਬ ਕਰਦੇ ਹੋਏ ਕਰਨੈਲ ਸਿੰਘ ਜੀ ਹੁਣਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਕਰਦਾ ਜੀ। ਕਰਨੈਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਮੂਹ ਫਰੈਂਡਸ ਨੂੰ ਜੀ ਔਨ ਦਿਸ ਸਪੈਸ਼ਲ ਪ੍ਰੋਗਰਾਮ। ਥੈਂਕ ਯੂ ਭਾਜੀ। ਅੱਜ ਜਿਹੜਾ ਸਾਡਾ ਪ੍ਰੋਗਰਾਮ ਬੜਾ ਖਾਸ ਹੈ ਕਿ ਸਾਡੇ ਨਾਲ ਪੰਜਾਬ ਤੋਂ ਜਿਵੇਂ ਆਪਾਂ ਦੱਸਿਆ ਕਿ ਸਰਦਾਰ ਜਥੇਦਾਰ ਜਰਨੈਲ ਸਿੰਘ ਸਰਦਾਰ ਸੁਖਦੇਵ ਸਿੰਘ ਜੀ ਭੌਰ ਸਾਡੇ ਨਾਲ ਜੁੜ ਰਹੇ ਨੇ। ਤਾਂ ਕਿਉਂਕਿ ਮੈਂ ਜਰਨੈਲ ਭਾਜੀ ਦੇ ਨਾਲ ਪ੍ਰੋਗਰਾਮ ਕਰਦਾ ਤਾਂ ਉਹਨਾਂ ਦਾ ਨਾਮ ਕਈ ਵਾਰ ਮੂੰਹ ਦੇ ਉੱਤੇ ਆ ਜਾਂਦਾ, ਉਹਨਾਂ ਦੇ ਜਿਹੜੇ ਬੇਟੇ ਨੇ। ਤਾਂ ਸੁਖਦੇਵ ਸਿੰਘ ਜੀ ਭੌਰ ਸਾਡੇ ਨਾਲ ਪੰਜਾਬ ਤੇ ਜੁੜਨਗੇ, ਤੇ ਉਹਨਾਂ ਦਾ ਜਿਹੜਾ ਇੱਕ ਲੰਬਾ ਤਜਰਬਾ ਹੈ, ਤਾਂ ਉਹ ਸਾਡੇ ਨਾਲ ਆਪਣੇ ਐਕਸਪੀਰੀਅੰਸ ਤੋਂ ਜਿਹੜੇ ਵਿਚਾਰ ਨੇ ਉਹ ਸ਼ੇਅਰ ਕਰਨਗੇ। ਤਾਂ ਤੁਸੀਂ ਦੱਸੋ ਜੀ, ਜਿਹੜੇ ਆਪਣੇ ਪ੍ਰੋਗਰਾਮ ਚੱਲ ਰਹੇ ਨੇ, ਤੁਸੀਂ 1 ਮਿੰਟ ਵਿੱਚ ਇਹਦੇ ਉੱਤੇ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ ਫਿਰ ਆਪਾਂ ਉਸ ਤੋਂ ਬਾਅਦ ਆਪਣੇ ਜਥੇਦਾਰ ਜੀ ਨੂੰ ਆਪਾਂ ਲਵਾਂਗੇ ਪ੍ਰੋਗਰਾਮ ਦੇ ਵਿੱਚ। ਹਾਂਜੀ, ਮੈਂ ਕਾਫੀ ਤੁਹਾਡੇ ਕਈ ਦਿਨਾਂ ਤੋਂ ਦੇਖਿਆ ਪ੍ਰੋਗਰਾਮ, ਤੇ ਮੈਨੂੰ ਏਦਾਂ ਲੱਗਾ ਵੀ ਜਿੱਦਾਂ ਬਿਲਕੁਲ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਜੀ, ਅਸੀਂ ਤਾਂ ਜਿੱਦਾਂ 65 ਤੋਂ ਬੋਰਨ ਆ ਜੀ ਅੱਗੋਂ, ਤੇ ਇਹ ਸੁਣੀਆਂ ਜੋ ਸੀ ਕਵਿਤਾਵਾਂ ਪੜ੍ਹੀਆਂ ਸੀਗੀਆਂ, ਕਿਹੜੀਆਂ ਪੰਜਾਬੀ ਕੌਮਾਂ ਕਿਹੜੀਆਂ ਪਰਿਸਥਿਤੀਆਂ ਦੇ ਵਿੱਚੋਂ ਕਿੰਨੇ ਔਖੇ ਹੋ ਕੇ ਆਏ। ਸਾਡੇ ਫਾਦਰ ਹੁਣੀ ਥੋੜਾ ਉਹ ਤੋਂ ਪਹਿਲਾਂ ਆ ਗਏ ਸੀਗੇ, ਦੱਸਦੇ ਤਾਂ ਹੁੰਦੇ ਸੀ ਸਾਰਾ ਜਿੱਦਾਂ, ਪਰ ਜਿੱਦਾਂ ਦੱਸ ਰਹੇ ਆ ਤੇ ਪੜ੍ਹਦੇ ਵੀ ਹੁੰਦੇ ਸੀ। ਗਿਆਨੀ ਸੋਹਣ ਸਿੰਘ ਸੀਤਲ ਸੋਹਣਾ ਦੇ ਨਾਵਲ ਵੀ ਪੜ੍ਹੇ ਜਾਂ ਢਾਡੀ ਪ੍ਰੋਗਰਾਮ ਵੀ ਸੁਣੇ, ਹੋਰ ਵੀ ਬੜਾ ਦਰਦਮਈ ਹੁੰਦਾ ਸੀ। ਤੇ ਜਿਹੜਾ ਦੇਖਣਾ ਜਾਂ ਜਿੱਦਾਂ ਆਪ ਸੁਣਨਾ, ਜਿੱਦਾਂ ਹੁਣ ਭੌਰ ਸਾਹਿਬ ਹੁਣੀ ਤਾਂ ਬਹੁਤ ਹੀ ਪ੍ਰਾਊਡ, ਜਿਹੜੇ ਸਾਡੇ ਕੌਮ ਦੇ ਹਰਮਨ ਪਿਆਰੇ, ਤੇ ਜਿੰਨੇ ਐਡਵੋਕੇਟ ਤੇ ਪਲੱਸ ਨਾਲ ਜਿਹੜਾ ਉਹਨਾਂ ਦਾ ਤਜਰਬਾ ਉਹ ਤੋਂ ਬਹੁਤ ਵੱਡਾ, ਉਹਦੇ ਨਾਲ ਜਿਹੜਾ ਉਹਨਾਂ ਨੇ ਨਿਰੀਖਣ ਕਰਨਾ, ਉਹਨਾਂ ਨੂੰ ਦੱਸਣਾ, ਉਹਦਾ ਬਹੁਤ ਆਪਾਂ ਲਾਹਾ ਲਵਾਂਗੇ। ਤੇ ਪਿਛਲੇ ਪ੍ਰੋਗਰਾਮਾਂ ਤੋਂ ਵੀ ਬਹੁਤ ਸਾਰੀ ਸਾਨੂੰ ਜਾਣਕਾਰੀ ਮਿਲੀ ਆ, ਉਹ ਮੈਂ ਕਾਫੀ ਹੈਰਾਨ ਹੋਇਆ ਕਿ ਕਿੱਦਾਂ ਕੱਲਾ ਇੱਕੋ ਹੀ ਪਾਸਾ ਨਹੀਂ ਵੀ ਜਿਹੜਾ ਕਹਿਣਾ ਜੀ ਉਜਾੜਾ ਹੋ ਗਿਆ ਨਾ, ਸੋਸ਼ਲ ਸਮਾਜਿਕ ਤੌਰ ਤੇ, ਇਕਨੋਮਿਕਲੀ, ਸਾਈਕੋਲੋਜੀਕਲੀ, ਹੱਲੇ ਤੱਕ ਵੀ ਸਾਈਕੋਲੋਜੀਕਲੀ ਇਫੈਕਟਡ ਜਿਹੜੇ ਬੰਦੇ ਆ, ਉਹ ਪਿੱਛੇ ਤਾਰਾਂ ਜੁੜੀਆਂ ਉਹਨਾਂ ਦੀਆਂ, ਰੋਂਦੇ ਅੱਖਾਂ 'ਚ ਪਾਣੀ ਆਉਂਦਾ ਜਦੋਂ ਇੱਧਰ ਕੈਨੇਡਾ ਅਮਰੀਕਾ ਇੱਥੇ ਜਦੋਂ ਉਹਨਾਂ ਨੂੰ ਮਿਲਦੇ ਆ, ਜਾਂ ਮੁਸਲਮਾਨ ਆ ਜਾਂ ਜਿਹੜੇ ਦੂਜੇ ਭਰਾ ਕੋਈ ਵੀ ਆ, ਉਹਨਾਂ ਨੂੰ ਉਹ ਤਰਸਦੇ ਆ। ਇਵਨ ਗਾਣੇ ਵੀ ਜਦੋਂ ਆਪਾਂ ਸੁਣਦੇ ਆ, ਲੋਕ ਗੀਤ ਵੀ ਸੁਣਦੇ ਆ। ਇਹ ਤੁਹਾਡਾ ਬਹੁਤ ਵਧੀਆ ਉਪਰਾਲਾ ਜੀ ਸਿੰਘ ਸਟੇਸ਼ਨ ਵਾਲਿਆਂ ਦਾ, ਤੇ ਤੁਸੀਂ ਭੌਰ ਸਾਹਿਬ ਨੂੰ ਨਾਲ ਅੱਜ ਲੈ ਕੇ ਆਂਦਾ, ਤੇ ਇੱਥੋਂ ਬੀਤੇ ਤੋਂ ਹੀ ਸਿੱਖਦਾ ਜੀ ਬੰਦਾ, ਆਪਣੇ ਇਤਿਹਾਸ ਤੋਂ, ਪ੍ਰਾਊਡ ਤੋਂ, ਕਿੱਦਾਂ ਉਹ ਲੀਕਾਂ ਪਈਆਂ। ਸੋ ਮੈਂ ਤੁਹਾਡਾ ਥੈਂਕਸ ਕਰਦਾ, ਤੇ ਸਾਰੇ ਆਉਣ ਵਾਲੇ ਨੂੰ ਕਹਿੰਦਾ ਵੀ ਧਿਆਨ ਰੱਖਿਆ ਕਰੋ, ਜਿੰਨਾ ਵੀ ਬਾਤ ਕਰ ਸਕਦੇ ਆ, ਤੇ ਆਪਣੇ ਸੁਜੈਸ਼ਨ ਵੀ ਦਿਆ ਕਰੋ ਜੀ ਪਲੀਜ਼, ਤੇ ਸ਼ੇਅਰ ਕਰੋ। ਥੈਂਕ ਯੂ ਭਾਜੀ, ਧੰਨਵਾਦ ਜੀ ਤੁਹਾਡਾ। ਤੇ ਭੌਰ ਸਾਹਿਬ ਸਾਡੇ ਨਾਲ ਜੁੜ ਗਏ ਨੇ, ਮੈਂ ਉਹਨਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਿਲ ਕਰਦਾ ਹਾਂ। ਤਾਂ ਤੁਸੀਂ ਇੱਕ ਵਾਰ ਜਦੋਂ ਭੌਰ ਸਾਹਿਬ ਜੀ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਜਾਂਦੇ ਤਾਂ ਤੁਸੀਂ ਪਲੀਜ਼ ਉਹਨਾਂ ਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸ ਦਿਓ। ਮੈਂ ਪ੍ਰੋਗਰਾਮ 'ਚ ਸ਼ਾਮਿਲ ਕਰਦਾ ਜੀ। ਭੌਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਅੱਜ ਦੇ ਇਸ ਖਾਸ ਪੇਸ਼ਕਸ਼ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਮੈਂ ਸਭ ਤੋਂ ਪਹਿਲਾਂ ਤਾਂ ਬੇਨਤੀ ਕਰਾਂਗਾ ਜੀ ਕਰਨੈਲ ਸਿੰਘ ਜੀ ਉਹਨਾਂ ਨੂੰ, ਤੁਸੀਂ ਥੋੜਾ ਜਿਹਾ ਸੁਖਦੇਵ ਸਿੰਘ ਜੀ ਭੌਰ ਬਾਰੇ ਤੁਸੀਂ ਥੋੜਾ ਜਿਹਾ ਸਾਡੇ ਜਿਹੜੇ ਦਰਸ਼ਕ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਦੱਸੋ ਜੀ ਇਹਨਾਂ ਦੇ ਬਾਰੇ। ਹਾਂਜੀ, ਤੁਸੀਂ ਬੜੇ ਸਾਡੇ ਧੰਨ ਭਾਗ, ਮੈਂ ਤਾਂ ਸਮਝਦਾ, ਮੈਂ ਉਹ ਨਹੀਂ ਕਹਿ ਰਿਹਾ ਜਿੱਦਾਂ ਵੀ ਉਹ ਹੁੰਦਾ ਵੀ, ਰੀਅਲੀ ਮੈਂ ਆਪਣੇ ਦਿਲ ਤੋਂ ਕਹਿ ਰਿਹਾ ਗਰਾਈਆਂ ਤੋਂ, ਕਿ ਸਾਡੇ ਇਲਾਕੇ ਦੇ ਵਿੱਚ ਛੋਟੇ ਹੁੰਦਿਆਂ ਤੋਂ ਅਸੀਂ ਨਾ ਇਹਨਾਂ ਦਾ ਸੁਣਦੇ ਆਏ ਆ, ਭਾਵੇਂ ਨੇੜੇ ਆਉਣ ਦਾ ਮੌਕਾ ਨਹੀਂ ਮਿਲਿਆ ਪਹਿਲਾਂ, ਤੇ ਇੱਥੇ ਆ ਕੇ ਵੀ ਬਾਅਦ 'ਚ ਵੀ ਸਾਰੇ ਕਿਤੇ ਬੜੇ ਪੋਪੂਲਰ ਨੇ। ਸੋ ਜੇ ਮੈਂ ਕਹਾਂ, ਮੈਂ ਤਾਂ ਕੁਛ ਵੀ ਨਹੀਂ ਕਹਿ ਸਕਦਾ ਜੀ ਨਾ, ਮੇਰੇ ਕੋਲ ਤਾਂ ਕੋਈ ਇੰਨੀ ਉਹ ਲਿਆਕਤ ਹੀ ਹੈ ਨਹੀਂ ਵੀ ਮੈਂ ਭੌਰ ਸਾਹਿਬ ਦੀ ਸ਼ਖਸੀਅਤ ਬਾਰੇ, ਜਿਹੜੀ ਹੁਣ ਪੰਜਾਬ ਤੌਰ ਇਕੱਲੇ ਪੰਜਾਬ ਤੱਕ ਨਹੀਂ, ਦੁਨੀਆ ਭਰ ਦੇ ਉੱਤੇ ਸਾਰੇ ਪੰਜਾਬੀਆਂ ਲਈ ਪੋਪੂਲਰ, ਹਾਰਡ ਟੂ ਫਾਈਂਡ, ਜਿੱਦਾਂ ਗੋਰੇ ਕਹਿੰਦੇ ਆ, ਉਹਦੀ ਕਿਤਾਬਾਂ 'ਚ ਵੀ ਲਿਖਿਆ ਵੀ ਹਾਰਡ ਟੂ ਫਾਈਂਡ ਏਦਾਂ ਦੇ ਜਿਹੜੇ ਲੀਡਰ ਆ, ਬੇਦਾਗ ਤੇ ਓਨੈਸਟ, ਹਾਰਡ ਵਰਕਰ, ਪ੍ਰੋਫੈਸ਼ਨਲ ਦੇ ਐਡਵੋਕੇਟ,
ਇੱਕ ਹੁੰਦੇ ਭਾਜੀ ਜਿੱਦਾਂ ਨਾ ਇੱਥੇ ਆਪਾਂ ਆਏ ਆ, ਜਦੋਂ ਆਪਾਂ ਜੌਬਾਂ ਅਪਲਾਈ ਕਰਦੇ ਆ, PR ਅਪਲਾਈ ਕਰਦੇ ਆ ਕੈਨੇਡਾ ਅਮਰੀਕਾ 'ਚ, ਉਹ ਜੌਬ ਨੂੰ ਡਿਗਰੀਆਂ ਜਿਹੜੀਆਂ ਮਰਜ਼ੀ ਲਓ ਕੇਅਰ ਨਹੀਂ ਕਰਦੇ। ਜਿਹੜਾ ਉਹਦਾ ਐਕਸਪੀਰੀਅੰਸ ਹੁੰਦਾ ਉਹ 3 ਸਾਲ ਦਾ ਐਕਸਪੀਰੀਅੰਸ ਨੂੰ ਇਕੁਇਵਲੈਂਟ ਟੂ ਭਾਜੀ ਗੁਰਵਿੰਦਰ ਜੀ ਉਹ ਗ੍ਰੈਜੂਏਟ ਮੰਨਦੇ ਆ ਨਾ। ਇਹਨਾਂ ਦਾ ਪੌਰ ਸਾਹਿਬ ਦਾ ਮੋਰ ਦੈਨ 20 ਈਅਰ ਐਕਸਪੀਰੀਅੰਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਦੇ ਵਿੱਚ ਕਿ ਪੈਰ ਪੈਰ ਤੇ ਇੰਨੀ ਪਵਿੱਤਰਤਾ ਧਾਰਮਿਕਤਾ ਨਾਲ ਚੱਲਣਾ ਪੈਂਦਾ, ਬਹੁਤ ਔਖਾ ਭਾਈ। ਜੇ ਸਿਆਸਤ ਤੌਰ ਤੇ ਚੱਲਣਾ ਹੋਵੇ, ਗੱਲਾਂ ਕਹਿ ਕੇ ਕਰਨੀਆਂ ਕੁਝ ਹੋਰ ਹੋਣ, ਉਹ ਵੱਖਰੀਆਂ ਹੁੰਦੀਆਂ ਆ। ਇਹਨਾਂ ਦਾ ਜਿਹੜਾ ਚੱਲਣਾ, ਜਿੱਦਾਂ ਦੀ ਸੰਸਦ ਵਿੱਚ ਚੱਲਣਾ ਤੇ ਉਹਨੂੰ ਚਲਾਉਣਾ, ਫਿਰ 10 ਸਾਲ ਜਨਰਲ ਜਾਂ 10 ਸਾਲ ਤੱਕ ਜਨਰਲ ਸੈਕਟਰੀ ਤੌਰ ਤੇ ਕਹਿ ਦੇਣਾ ਬਹੁਤ ਹੀ ਸੀ ਆ। ਕਿੱਡੇ ਵੱਡੇ ਅਦਾਰੇ ਆ, ਕਿੰਨਾ ਕੁਝ ਦੇਖਣਾ। ਜੇ ਆਪਾਂ ਮਰ ਜਾ ਭਾਜੀ ਇੱਥੇ ਕਿਸੇ ਦਾ ਨਾ ਕੈਸ਼ ਦਾ ਕੰਮ ਕਰਨਾ ਹੋਵੇ, ਬਹੁਤ ਸਾਰੀਆਂ ਸੰਸਥਾਵਾਂ 'ਚ ਕੰਮ ਮਿਲਦਾ, ਬੜਾ ਡਰ ਲੱਗਦਾ ਵੀ ਕੈਸ਼ੀਅਰ ਬਣ ਤੋਂ ਜਾਂ ਹੋਰ ਕੋਈ ਏਦਾਂ ਗੱਲ ਕਰਨ ਤੋਂ ਵੀ ਗੱਲ ਕੋਈ ਕਹਿ ਨਾ ਦੇਵੇ। ਇੰਨੀ ਉਮਰ ਦੇ ਵਿੱਚ ਮੈਂ ਤਾਰੀਫ ਦੇ ਪੁੱਲ ਨਹੀਂ ਬਣਦਾ, ਸਾਰੇ ਮੀਡੀਆ ਦੇ ਵਿੱਚ ਆਮ ਚੱਲ ਰਿਹਾ ਅੱਜ ਕੱਲ੍ਹ ਵੀ, ਤੇ ਸਾਰਿਆਂ ਨੂੰ ਰੱਖਣਾ ਤੇ ਔਰ ਬੇਦਾਗ ਰਹਿਣਾ ਔਰ ਹਾਰਡ ਵਰਕ ਰੱਖਣਾ। ਇਹ ਮੈਂ ਕਹਿੰਦਾ ਵੀ ਕੌਮ ਦੀ ਮੰਦਭਾਗੀ ਆ ਵੀ ਜਿਹੜੇ ਇਗਨੋਰ ਕਰਦੇ ਇਹੋ ਜਿਹੇ ਐਡੇ ਐਡੇ ਵੱਡੇ ਜਿਹੜੇ ਲੀਡਰਾਂ ਨੂੰ, ਜਿਨ੍ਹਾਂ ਦਾ ਕਿ ਇੰਨਾ ਬੜਾ ਐਕਸਪੀਰੀਅੰਸ ਹੈ। ਜਦੋਂ ਇਹਨਾਂ ਦੇਸ਼ਾਂ 'ਚ ਕਿਸੇ ਦਾ ਵੀ ਐਕਸਪੀਰੀਅੰਸ ਹੋ ਜਾਂਦਾ, ਕੋਈ ਵੀ ਕੰਪਨੀ, ਕੋਈ ਵੀ ਗਵਰਨਮੈਂਟ ਉਸ ਬੰਦੇ ਨੂੰ ਛੱਡਣਾ ਨਹੀਂ ਚਾਹੁੰਦੀ। ਮੋਰ ਦੈਨ ਐਡਵੋਕੇਟ ਸੀ, ਮੋਰ ਦੈਨ ਅਦਰ ਥਿੰਗ, ਜਿਹੜਾ ਐਕਸਪੀਰੀਅੰਸ ਹੁੰਦਾ ਨਾ, ਚਾਹੇ ਕੋਈ ਯੂਨੀਵਰਸਿਟੀਆਂ ਹੋਣ, ਕੋਈ ਹੁਣ ਬੰਦੇ ਪੜ੍ਹੇ ਹੋਣ, ਉਹ ਇਹਨਾਂ ਦੇ ਉਸ ਐਕਸਪੀਰੀਅੰਸ ਦੇ ਮੈਚ ਨਹੀਂ ਕਰ ਸਕਦੇ। ਸੋ ਅਸੀਂ ਬੜੇ ਧੰਨਵਾਦ ਸਮਝਦੇ ਹਾਂ ਵੀ ਤੁਸੀਂ ਸਿੰਘ ਸਟੇਸ਼ਨ ਰਾਹੀਂ ਆਪਣੇ ਆਸਟ੍ਰੇਲੀਆ ਤੋਂ ਤੇ ਭੌਰ ਸਾਹਿਬ ਨੂੰ ਉੱਥੋਂ ਇਹ ਸਾਰਿਆਂ ਨੂੰ ਰੂਬਰੂ ਕਰਨ ਲਈ ਇਹ ਮੌਕਾ ਪ੍ਰਦਾਨ ਕੀਤਾ। ਮੈਂ ਵੀ ਇਸ ਗੱਲ ਦਾ ਧੰਨਵਾਦੀ ਸਮਝਦਾ। ਫਿਰ ਅਸੀਂ ਹੁਣ ਅੱਗੇ ਵਧੀਏ। ਬਹੁਤਾ ਮੈਂ ਤੁਹਾਨੂੰ ਦੱਸਿਆ ਵੀ ਤੁਸੀਂ ਕਹਿੰਦੇ ਥੋੜਾ ਜਿਹਾ, ਮਤਲਬ ਮੁੱਕ ਹੀ ਨਹੀਂ ਸਕਦੀ ਗੱਲ। ਅਸੀਂ ਬਹੁਤ ਨੇੜਿਓਂ ਦੇਖਿਆ, ਸੁਣਿਆ ਆ ਬਹੁਤ ਦੂਰੋਂ, ਇੰਨੇ ਚੰਗਿਆਈ। ਜਿੱਦਾਂ ਇੱਕ ਬੰਦਾ ਕੋਲੋਂ ਹੋਵੇ ਨਾ, ਜਾਣਦਾ ਹੋਵੇ ਫਰੈਂਡ, ਉਹ ਸਿਫਤਾਂ ਦੇ ਪੁਲ ਬਣੀ ਜਾਵੇ, ਉਹ ਗੱਲ ਨਹੀਂ ਮੈਂ ਕਰਦਾ। ਸਾਡਾ ਦਾਰਾ ਹੀ ਇਹਨਾਂ ਦੇ ਆਲੇ ਦੁਆਲੇ ਆ। ਮੈਂ ਫਗਵਾੜੇ ਤੋਂ, ਭੌਰ ਸਾਹਿਬ ਨਹੀਂ ਬੰਗਿਆਂ ਤੋਂ। ਪਰ ਮੈਂ ਤੁਹਾਨੂੰ ਦੱਸਦਾ ਵੀ ਇਹ ਕੌਮ ਦੀ ਇੱਕ ਮੰਦਭਾਗੀ ਆ। ਇਮੀਡੀਏਟਲੀ ਕੌਮ ਨੂੰ ਇਹਨਾਂ ਦੀਆਂ ਸੇਵਾਵਾਂ ਮੁੜ ਲੈ ਕੇ, ਅੱਜ ਕੱਲ੍ਹ ਦੇ ਜਿਹੜੇ ਹਾਲਾਤ ਆ ਜਿੱਦਾਂ ਚੱਲ ਰਹੇ, ਉਹ ਬਾਅਦ ਚ ਆਪਾਂ ਡਿਸਕਸ ਕਰਾਂਗੇ, ਉਹਨਾਂ ਦੇ ਬਾਰੇ ਵੀ ਇਹਨਾਂ ਦੀਆਂ ਫਾਇਦਾ ਲੈਣਾ ਚਾਹੀਦਾ। ਇਹ ਬਹੁਤ ਹੀ ਕੌਮ ਲਈ ਮਾੜੀ ਗੱਲ ਹੈ। ਇੱਕ ਚੰਗਾ ਸਮਾਂ ਆ ਜਾਊਗਾ, ਚੰਗੀ ਗੱਲ ਹੋ ਜਾਊਗੀ, ਜਿਹਨਾਂ ਦੀਆਂ ਸੇਵਾਵਾਂ ਨੂੰ ਵੱਧ ਤੋਂ ਵੱਧ ਇਹਨਾਂ ਦਾ ਫਾਇਦਾ ਲਿਆ ਜਾਵੇ। ਤੇ ਹੁਣ ਬਟਵਾਰੇ ਬਾਰੇ 47 ਤੋਂ ਲੈ ਕੇ ਤੁਸੀਂ ਜਿਹੜਾ ਚੱਲਣਾ ਜੀ, ਤੁਸੀਂ ਭਾਈ ਸਾਹਿਬ ਜੀ ਗੁਰਿੰਦਰ ਸਿੰਘ ਜੀ, ਵੀ ਸਾਰਿਆਂ ਨੂੰ ਉਸ ਬਾਰੇ ਸ਼ੁਰੂ ਤੋਂ ਲੈ ਕੇ, ਭੌਰ ਸਾਹਿਬ ਕੋਲ ਤਾਂ ਪੂਰਾ ਖਜ਼ਾਨਾ ਆ, ਤਜਰਬਾ ਆ ਸਾਰੇ ਪਾਸੇ ਦਾ। ਕੱਲੇ ਬੰਦੇ ਨੇ ਇੰਨੇ ਬੰਦਿਆਂ ਦਾ ਬਾਅਦ ਆ, ਫਿਰ ਮਿਡਲ, ਫਿਰ ਮੈਂ ਦੁਬਾਰਾ ਸੌਰੀ ਤੁਸੀਂ ਪੋਲੀਟੀਕਲ ਤੇ ਧਾਰਮਿਕ ਸੰਸਥਾਵਾਂ ਦੇ ਵਿੱਚ ਪੁਲ ਬਣ ਕੇ ਰਹਿਣਾ ਤੇ ਚਲਾਉਣਾ ਵੈਰੀ ਹਾਰਡ। ਥੈਂਕ ਯੂ ਭੌਰ ਸਾਹਿਬ ਜੀ, ਵੈਲਕਮ ਜੀ ਔਨ ਦਾ ਬੋਰਡ। ਭੌਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜੋ ਮੈਂ ਉਹੀ ਦੱਸਦਾ ਕਿ ਹਰ ਰੋਜ਼ ਜਦੋਂ ਵੀ ਅਸੀਂ ਸ਼ੋਅ ਕਰਦੇ ਹਾਂ, ਸਭ ਤੋਂ ਪਹਿਲਾਂ ਇਹੀ ਗੱਲ ਪੁੱਛਦੇ ਹਾਂ ਜੀ ਕਿ ਜੋ ਸਮਾਂ ਦੁਨੀਆ ਤੇ ਚੱਲ ਰਿਹਾ ਇਸ ਟਾਈਮ, ਕਰੋਨਾ ਵਾਇਰਸ ਕਰਕੇ ਇੱਕ ਬਿਮਾਰੀ ਫੈਲੀ ਹੋਈ ਹੈ, ਸਾਰੇ ਲੋਕ ਇਹ ਤੋਂ ਪ੍ਰਭਾਵਿਤ ਨੇ। ਤੁਸੀਂ ਦੱਸੋ ਜੀ, ਪੰਜਾਬ ਵਿੱਚ ਤੁਸੀਂ ਕਿੱਦਾਂ, ਸਿਹਤ ਪੱਖੋਂ ਪਰਿਵਾਰ ਸਾਰਾ ਠੀਕ ਹੈ? ਤੁਸੀਂ ਘਰੇ ਹੀ ਹੋ ਇਸ ਟਾਈਮ? ਮਾਲਕ ਦੀ ਰਹਿਮਤ ਹੈ ਜੀ, ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ, ਸਾਰੇ ਪਾਸੇ ਸੁੱਖ ਸਾਂਦ ਹੈ। ਸੱਚੇ ਪਾਤਸ਼ਾਹ ਦੇ ਮੂਹਰੇ ਅਰਦਾਸ ਵੀ ਦੋਨੋਂ ਵਕਤ ਕਰਦੇ ਆ ਵੀ ਸੱਚੇ ਪਾਤਸ਼ਾਹ ਸਾਰੀ ਲੁਕਾਈ ਨੂੰ ਹੀ ਇਸ ਬਿਮਾਰੀ ਤੋਂ ਬਚਾ ਕੇ ਰੱਖੀ ਔਰ ਸਭ ਦਾ ਭਲਾ। ਬਿਲਕੁਲ ਜੀ, ਬਿਲਕੁਲ। ਤਾਂ ਤੁਸੀਂ ਭਾਈ ਸਾਹਿਬ ਜੀ, ਇਸ ਸਮੇਂ ਜਿਹੜਾ ਸਮਾਂ ਆ ਕਿ ਜ਼ਿਆਦਾਤਰ ਜਿੱਦਾਂ ਲੋਕ ਘਰਾਂ ਦੇ ਵਿੱਚ ਨੇ, ਤੁਸੀਂ ਆਪਣਾ ਸਮਾਂ ਕਿੱਦਾਂ ਬਤੀਤ ਕਰਦੇ ਹੋ? ਕਿੱਦਾਂ ਤੁਸੀਂ ਸਮਾਂ, ਕਿਉਂਕਿ ਬੜੇ ਲੋਕਾਂ ਦੇ ਲਈ ਇਹ ਸਮਾਂ ਔਖਾ ਵੀ ਹੋਇਆ ਪਿਆ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਸਮਾਂ ਕਿੱਦਾਂ ਬਤੀਤ ਕਰੀਏ। ਤੁਸੀਂ ਥੋੜਾ ਜਿਹਾ, ਤਾਂ ਕਿ ਜਿਹੜੇ ਸਾਡੇ ਵਿਊਅਰਸ ਨੇ ਉਹਨਾਂ ਨੂੰ ਥੋੜੀ ਪ੍ਰੇਰਣਾ ਮਿਲ ਸਕੇ। ਮੈਂ ਸਵੇਰੇ ਅੰਮ੍ਰਿਤ ਵੇਲੇ ਜਲਦੀ ਉੱਠ ਜਾਂਦਾ ਜੀ, 3 ਵਜੇ ਉੱਠਦਾ। ਆਪਣੀ ਕਿਰਿਆ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਜਾਂਦਾ। ਮੈਂ ਤੇ ਮੇਰੇ ਵਾਈਫ ਦੋਨੇ ਜਣੇ ਇੱਥੇ ਆ। ਅਸੀਂ ਗੁਰਦੁਆਰਾ ਸਾਹਿਬ ਜਾ ਕੇ ਫਿਰ ਸਵਾ 7 ਵਜੇ ਘਰ ਆ ਜੀਦਾ। ਫਿਰ ਥੋੜੀ ਜਿਹੀ ਗਾਰਡਨਿੰਗ ਕਰੀਦੀ ਹੈ। ਫਿਰ ਮੈਂ ਆਪਣੇ ਕੁੱਤੇ ਰੱਖੇ, ਉਹਨਾਂ ਨਾਲ ਥੋੜਾ ਜਿਹਾ ਚਿਰ ਖੇਲੀਦਾ। 2 ਕੁੱਤੇ ਤੇ ਉਹਨਾਂ ਨਾਲ ਫਿਰ ਤੁਰ ਕੇ ਆਪਣੇ ਫੁੱਲ ਵਗੈਰਾ ਬੂਟੇ ਦੇਖ ਕੇ ਚਾਹ ਪੀਦੀ ਆ। ਚਾਹ ਪੀਣ ਤੋਂ ਬਾਅਦ ਫਿਰ ਮੈਂ ਆਪਣਾ ਪੜ੍ਹਨਾ ਸ਼ੁਰੂ ਕਰਦਾ। ਥੋੜਾ ਜਿੰਨਾ ਕੁ ਮੈਨੂੰ ਕੋਈ ਨੌਲੇਜ ਹੁੰਦੀ ਆ, ਅਖਬਾਰਾਂ ਪੂਰਾ ਪੜ੍ਹ ਕੇ, ਬਾਕੀ ਫਿਰ ਮੈਂ ਆਪਣੀਆਂ ਜਿਹੜੀਆਂ ਗੁਰਮਤ ਦੀਆਂ ਕਿਤਾਬਾਂ, ਗੁਰਮਤ ਹਿਸਟਰੀ, ਸਿੱਖ ਹਿਸਟਰੀ ਨੂੰ ਪੜ੍ਹਨ ਦਾ ਯਤਨ ਕਰ। ਸਹੀ ਗੱਲ ਹੈ ਜੀ। ਦੇਖੋ, ਸਾਡਾ ਏਡਾ ਵੱਡਾ ਖਜ਼ਾਨਾ ਹੈ, ਤਾਂ ਸਾਡੇ ਲੋਕ ਸਿਰਫ ਇੱਕ ਛੋਟੀ ਜੀ ਇਹ ਇੱਕ ਰਿਸਟ੍ਰਿਕਸ਼ਨ ਹੋਣ ਕਰਕੇ ਇਹਨੂੰ ਏਡਾ ਵੱਡਾ ਲੈਣ ਡੇ ਨੇ। ਉਹਨਾਂ ਨੂੰ ਲੱਗ ਰਿਹਾ ਕਿ ਕਈਆਂ ਨੂੰ ਲੱਗਦਾ ਕਿ ਸਾਡੀ ਜ਼ਿੰਦਗੀ ਖਤਮ ਹੋ ਗਈ ਹੈ, ਸਾਡੇ ਕੋਲ ਕੁਛ ਕਰਨ ਨੂੰ ਨਹੀਂ ਰਿਹਾ। ਬਟ ਡੈਫੀਨੇਟਲੀ ਤੁਸੀਂ ਇੱਕ ਪ੍ਰੇਰਨਾ ਦਾ ਸਰੋਤ ਹੋ। ਲੋਕੀ ਇਸ ਤੋਂ ਆਪਣਾ ਇੱਕ ਸੇਧ ਲੈ ਸਕਦੇ ਨੇ ਕਿ ਸਾਡਾ ਜਿਹੜਾ ਇਤਿਹਾਸ ਹੈ, ਕਿਤਾਬਾਂ ਪੜ੍ਹੀਆਂ ਜਾ ਸਕਦੀਆਂ ਨੇ, ਤੇ ਨਾਲੇ ਬਹੁਤ ਸਾਰੇ ਚੀਜ਼ਾਂ ਨੇ ਜਿੱਥੋਂ ਤੁਸੀਂ ਆਪਣੇ ਆਪ ਨੂੰ ਵਿਅਸਤ ਰੱਖ ਸਕਦੇ ਹੋ। ਕਾਰੋਬਾਰ ਤਾਂ ਸਾਰੀ ਉਮਰ ਚੱਲਦੇ ਰਹਿਣੇ ਆ।
ਹੁਣ ਮੈਂ ਜੀ ਆਪਣੇ ਅੱਜ ਦੇ ਜਿਹੜੇ ਟੌਪਿਕ ਹੈ ਉਹਦੇ ਉੱਤੇ ਆਉਣਾ ਹੈ ਕਿ 1947 ਦੇ ਅਸੀਂ ਜਿਹੜੇ ਪੰਜਾਬ ਦੀ ਵੰਡ ਹੁੰਦੀ ਹੈ, ਅਸੀਂ ਉਹਦੇ ਵੱਖਰੇ ਵੱਖਰੇ ਪਹਿਲੂਆਂ ਨੂੰ ਵਿਚਾਰ ਰਹੇ ਹਾਂ, ਉਹਦੇ ਉੱਤੇ ਡਿਸਕਸ਼ਨ ਕਰ ਰਹੇ ਹਾਂ, ਤਾਂ ਆਪਣੇ ਜਿਹੜੇ ਦਰਸ਼ਕ ਨੇ, ਵਿਊਸ ਨੇ, ਉਹਨਾਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਪੁੱਛਾਂਗਾ, ਤੁਹਾਡਾ, ਮੈਨੂੰ ਜहाँ ਤੱਕ ਲੱਗਦਾ ਤੁਹਾਡਾ ਨਿੱਜੀ ਤਜਰਬਾ ਵੀ ਹੈ ਕਿ ਸ਼ਾਇਦ ਤੁਹਾਡੀ ਪਰਿਵਾਰਕ ਜਿਹੜੀ ਪਿੱਛੋਂ ਹੈ, ਤੁਸੀਂ ਪੰਜਾਬ ਦੇ ਉਹ ਪਾਸਿਓਂ ਆਏ ਹੋ ਜਿੱਥੋਂ, ਜਿਹੜਾ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ। ਤਾਂ ਤੁਸੀਂ ਆਪਣਾ ਪਹਿਲਾਂ ਨਿੱਜੀ ਤਜਰਬਾ ਦੇਖੋ ਕਿ ਆਪਾਂ ਅੱਜ ਗੱਲ ਕਰਾਂਗੇ ਸਮਾਜਿਕ ਪੱਖ, ਕਿ ਪੰਜਾਬ ਦੇ ਲੋਕ ਰਹਿੰਦੇ ਕਿੱਦਾਂ ਸੀਗੇ, ਜਿੱਥੇ ਸਿੱਖਾਂ ਦੀ ਆਬਾਦੀ ਬੜੀ ਘੱਟ ਸੀਗੀ, ਮੁਸਲਮਾਨਾਂ ਦੀ ਆਬਾਦੀ ਵੱਧ ਸੀਗੀ, ਹਿੰਦੂ ਵੀ ਨਾਲ ਸੀਗੇ, ਸਾਰੇ ਆਪਣੇ ਨੂੰ ਪੰਜਾਬੀ ਕਹਿੰਦੇ ਹੁੰਦੇ ਸੀਗੇ, ਧਰਮ ਨੂੰ ਨਾਲ ਲੈ ਕੇ ਚੱਲਦੇ ਸੀਗੇ, ਬਟ ਪੰਜਾਬੀ ਵੀ ਸੀਗੇ, ਸਾਰੇ ਇਕੱਠੇ ਰਹਿੰਦੇ ਸੀਗੇ। ਤਾਂ ਤੁਸੀਂ ਥੋੜਾ ਜਿਹਾ ਆਪਣਾ ਤਜਰਬਾ, ਆਪਣੇ ਐਕਸਪੀਰੀਅੰਸ ਤੋਂ ਥੋੜਾ ਜਿਹਾ ਸਾਡੇ ਨਾਲ ਸ਼ੇਅਰ ਕਰੋ। ਦੇਖੋ, ਮੈਂ ਸਮਝਦਾ ਜਿਹੜੀ ਹਿੰਦੁਸਤਾਨ ਦੀ ਵੰਡ 1947 ਵਿੱਚ ਹੋਈ, ਉਹਦੇ ਵਿੱਚ ਸਭ ਤੋਂ ਪਹਿਲਾ ਪ੍ਰਭਾਵ ਸਿੱਖ ਕੌਮ ਦੇ ਉੱਤੇ ਇਹ ਪਿਆ ਵੀ ਹਿੰਦੂ ਭਾਈਚਾਰੇ ਨੇ ਸਾਨੂੰ ਮੁਸਲਮਾਨਾਂ ਦੇ ਖਿਲਾਫ ਢਾਲ ਬਣਾ ਕੇ ਵਰਤਿਆ, ਔਰ ਉਹ ਇਸ ਢੰਗ ਨਾਲ ਵਰਤਿਆ ਵੀ ਸਾਨੂੰ ਦਿੱਤਾ ਵੀ ਕੁਛ ਨਹੀਂ ਤੇ ਜਲੀਲ ਵੀ ਸਭ ਤੋਂ ਵੱਧ ਸਾਨੂੰ ਹੋਣਾ ਪਿਆ। ਕੁਰਬਾਨੀਆਂ ਵੀ ਸਭ ਤੋਂ ਵੱਧ ਸਾਡੀ ਕੌਮ ਨੂੰ ਕਰਨੀਆਂ ਪਈਆਂ, ਛੱਡਣਾ ਵੀ ਸਭ ਤੋਂ ਵੱਧ ਸਾਡੀ ਕੌਮ ਨੂੰ ਪਿਆ, ਤੇ ਉਸ ਕੌਮ ਨੂੰ ਇਹ ਸਭ ਕੁਝ ਛੱਡਣਾ ਪਿਆ ਜਿਹਨੇ ਲਾਹੌਰ ਦੇ ਵਿੱਚ ਅਬਦਾਲੀ ਦੇ ਪੋਤਰੇ ਨੂੰ ਵੰਗਾਰ ਕੇ ਉਹਦੇ ਕੋਲੋਂ ਕਿਲੇ ਦੀਆਂ ਚਾਬੀਆਂ ਖੋਹੀਆਂ ਸੀ। ਔਰ ਖੋਹੀਆਂ ਵੀ ਕਿਸੇ ਏਦਾਂ ਨਹੀਂ ਸੀ ਵੀ ਕੋਈ ਰਾਜਨੀਤੀ ਦੇ ਨਾਲ ਖੋਹੀਆਂ, ਤਲਵਾਰ ਦੀ ਨੋਕ ਤੇ, ਕਿਰਪਾਨ ਦੀ ਨੋਕ ਦੇ ਉੱਤੇ ਰਾਜ ਭਾਗ ਸਥਾਪਿਤ ਕੀਤਾ, ਔਰ ਉਸ ਰਾਜ ਭਾਗ ਨੇ ਦਰਾ ਖੈਬਰ ਦਾ ਮੂੰਹ ਬੰਦ ਕਰ ਦਿੱਤਾ, ਜਿੱਥੋਂ ਕਦੀ ਅਬਦਾਲੀ ਚੜ੍ਹ ਕੇ ਆਉਂਦਾ ਸੀ, ਕਦੀ ਗਜਨੀ ਚੜ੍ਹ ਕੇ ਆਉਂਦਾ ਸੀ, ਕਦੀ ਗੁਲਾਮ ਆਉਂਦੇ ਸੀ, ਕਦੀ ਤੁਰਕ ਆਉਂਦੇ ਸੀ। ਉਹ ਰਸਤਾ ਹੀ ਬੰਦ ਕਰ ਦਿੱਤਾ ਤੇ ਉਹਦੇ ਉੱਤੇ ਖਾਲਸਾਈ ਪਰਚਮ ਚਲਾਇਆ। ਤੇ ਜਦੋਂ ਕਿਤੇ ਕੋਈ ਗੱਲ ਹੁੰਦੀ, ਸ਼ਾਹ ਮੁਹੰਮਦ ਦੀ ਵੀ ਆਪਾਂ ਕਵਿਤਾ ਕਈ ਵਾਰੀ ਪੜ੍ਹਦੇ ਹਾਂ, ਜਿਹਦੇ ਚੋਂ ਕਹਿੰਦਾ ਜਦੋਂ ਇੱਥੇ ਸਿੰਘਾਂ ਦੇ ਨਾਲ ਗੋਰਿਆਂ ਦੀ ਜੰਗ ਹੋਈ, ਤੇ ਉਹ ਲਿਖਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਪੰਜਾਬ ਇੱਕ ਰਾਜ ਸੀ, ਇੱਕ ਦੇਸ਼ ਸੀ ਪੰਜਾਬ। ਜਿਨ੍ਹਾਂ ਦਾ ਦੇਸ਼ ਸੀ ਉਹਨਾਂ ਨੂੰ ਮਿਲਿਆ ਕੁਛ ਨਹੀਂ, ਤੇ ਜਿਨ੍ਹਾਂ ਦਾ ਕੁਝ ਵੀ ਨਹੀਂ ਸੀ ਉਹ ਉਧਰ ਵੀ ਰਾਜ ਕਰ ਰਹੇ, ਇੱਧਰ ਵੀ ਰਾਜ ਕਰ ਰਹੇ। ਔਰ ਇਸ ਨੂੰ ਬਣਾਉਣ ਦੇ ਲਈ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਨੇ ਝੱਲਿਆ। ਹੁਣ ਤੁਸੀਂ ਇਹ ਪਾਪੂਲੇਸ਼ਨ ਦੇ ਆਧਾਰ ਤੇ ਕੀਤੀ ਗਈ ਵੰਡ ਸੀ। ਇਹਨੂੰ ਜੇ ਮੈਂ ਥੋੜਾ ਜਿਹਾ ਕੈਟਾਗੋਰੀਕਲੀ ਦੇਖੀਏ ਤੇ ਉਸ ਵੇਲੇ ਜਿਹੜਾ ਪੰਜਾਬ ਸੀ, ਇਹਦੇ ਵਿੱਚ 5 ਡਿਵੀਜ਼ਨਾਂ ਸੀ, 29 ਜ਼ਿਲ੍ਹੇ ਸੀ, ਜਿਨ੍ਹਾਂ ਦੇ ਵਿੱਚ ਲਹਿੰਦਾ ਪੰਜਾਬ ਸਾਰਾ ਹੀ ਵਿੱਚ ਆ ਜਾਂਦਾ ਸੀ। ਜੰਮੂ ਕਸ਼ਮੀਰ ਤੱਕ ਪੰਜਾਬ ਸੀ, ਹਿਮਾਚਲ ਸੀ, ਹਰਿਆਣਾ ਜਿਹੜਾ ਹੁਣ ਮੌਜੂਦਾ, ਰਾਜਸਥਾਨ ਤੇ ਦਿੱਲੀ ਤੇ ਅਫਗਾਨਿਸਤਾਨ ਦੀਆਂ ਸਰਹੱਦਾਂ ਤੱਕ ਪੰਜਾਬ ਜਾ ਲੱਗਦਾ ਸੀ। ਉਹ ਪੰਜਾਬ ਜਦੋਂ ਵੰਡਿਆ ਗਿਆ, ਉਹਨੂੰ ਵੰਡਣ ਵੇਲੇ ਸਿਰਫ ਪਾਪੂਲੇਸ਼ਨ ਨੂੰ ਆਧਾਰ ਮੰਨਿਆ ਗਿਆ, ਕਿਹਨਾਂ ਦੀ ਕਿੰਨੀ ਆਬਾਦੀ ਆ, ਕਿਹਨਾਂ ਦੀ ਕਿੰਨੀ ਆਬਾਦੀ ਹੈ। ਹੱਕ ਨਹੀਂ ਦੇਖੇ ਗਏ। ਜਿਨ੍ਹਾਂ ਦਾ ਹੱਕ ਸੀ, ਜਿਨ੍ਹਾਂ ਨੇ ਅਸੀਂ ਇਸ ਹਿੰਦੁਸਤਾਨ ਨੂੰ ਲੁੱਟਣ ਵਾਲਿਆਂ ਦਾ ਰਾਹ ਬੰਦ ਕਰਕੇ ਲਾਹੌਰ ਦੇ ਕਿਲੇ ਦੇ ਉੱਤੇ ਖਾਲਸਾਈ ਪਰਚਮ ਝੁਲਾਇਆ ਸੀ, ਸਾਡਾ ਹੱਕ ਬਣਦਾ ਸੀ ਸਾਡੇ ਕੋਲੋਂ ਲਾਹੌਰ ਨਾ ਖੋਇਆ ਜਾਂਦਾ, ਸਾਡਾ ਹੱਕ ਬਣਦਾ ਸੀ ਸਾਡੇ ਕੋਲੋਂ ਨਨਕਾਣਾ ਸਾਹਿਬ ਨਾ ਖੋਇਆ ਜਾਂਦਾ, ਸਾਡਾ ਹੱਕ ਬਣਦਾ ਸੀ ਜਿਹੜੀਆਂ 12 ਅਸੀਂ ਆਬਾਦ ਕੀਤੀਆਂ ਉੱਥੇ ਸਾਡਾ ਲਹੂ ਨਾ ਡੁੱਲਦਾ, ਉਹ ਸਾਨੂੰ ਦਿੱਤੀਆਂ ਜਾਂਦੀਆਂ। ਪਰੰਤੂ ਸਾਡੀ ਲੀਡਰਸ਼ਿਪ ਮੁਗਲ ਜਾਂ ਮੁਸਲਿਮ ਲੀਡਰਸ਼ਿਪ ਦੇ ਹਾਣ ਦੀ ਨਹੀਂ ਸੀ, ਹਿੰਦੂ ਲੀਡਰਸ਼ਿਪ ਦੇ ਹਾਣ ਦੀ ਨਹੀਂ ਸੀ। ਉਹ ਹੱਕ ਮੰਗਣ ਦੀ ਬਜਾਏ ਬਸ ਸਿਰਫ ਆਪਣੇ ਆਪ ਨੂੰ ਵਡਿਆਈ ਦੇ ਵਿੱਚ ਆ ਕੇ ਸਭ ਕੁਝ ਉਹਨਾਂ ਨੂੰ ਦਿੰਦੇ ਰਹੇ। ਤੇ ਜੇ ਤੁਸੀਂ ਥੋੜਾ ਜਿਹਾ ਧਿਆਨ ਨਾਲ ਦੇਖੋ ਤੇ ਇਹ ਜਿਹੜਾ ਪਾਕਿਸਤਾਨ ਨਾਂ ਰੱਖਿਆ ਗਿਆ ਨਾ, ਇਹ ਵੀ ਸਾਡੇ ਇੱਥੇ ਹੁਸ਼ਿਆਰਪੁਰ ਦਾ ਇੱਕ ਰਹਿਮਤ ਅਲੀ ਸੀ, ਉਹਦਾ ਪ੍ਰਪੋਜ਼ਡ ਸੀ ਨਾਂ। ਰਹਿਮਤ ਅਲੀ ਨੇ ਇਹਦਾ ਨਾਮ ਪ੍ਰਪੋਜ਼ ਕੀਤਾ ਸੀ। ਮਤਲਬ ਇਹਦਾ ਕੀ ਸੀ? P ਫॉर ਪਾਕਿਸਤਾਨ, A ਫॉर ਅਫਗਾਨ, ਜਿਹੜਾ ਅਫਗਾਨ ਸੂਬਾ ਸਰਹੰਦ ਜਿਹਨੂੰ ਕਹਿੰਦੇ ਅੱਜ ਕੱਲ, ਤੇ K ਫॉर ਕਸ਼ਮੀਰ, S ਫॉर ਸਿੰਧ, ਤਾਨ ਫॉर ਬਲੋਚਿਸਤਾਨ। ਏਡਾ ਲੰਬਾ ਪਾਕਿਸਤਾਨ ਉਹਨਾਂ ਨੇ ਐਮਰਜ ਕਰ ਲਿਆ, ਜਦ ਕਿ ਸਾਨੂੰ ਆਜ਼ਾਦੀ ਤੋਂ ਬਾਅਦ ਜਦੋਂ ਇੱਥੇ ਆ ਕੇ ਉਹ 14 ਅਗਸਤ ਨੂੰ ਖੁਸ਼ੀਆਂ ਮਨਾਉਂਦੇ, 15 ਅਗਸਤ ਨੂੰ ਮਨਾਉਂਦੇ, ਭੰਗੜੇ ਪੈਂਦੇ ਨੇ, ਤੇ ਪੰਜਾਬੀਆਂ ਦੀਆਂ ਅੱਖਾਂ ਸਾਹਮਣੇ ਗੱਡਿਆਂ ਦੇ ਗੱਡੇ ਲੱਦਿਓ ਲੋਥਾਂ ਦੇ ਸਾਨੂੰ ਅੱਜ ਵੀ ਨਜ਼ਰ ਆਉਂਦੇ। ਕਿਵੇਂ ਸਾਡੇ ਧੀਆਂ ਭੈਣਾਂ ਦੀ ਬੇਪਤੀ ਕੀਤੀ ਗਈ,
ਧੀਆਂ ਭੈਣਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਬੇਇੱਜ਼ਤ ਹੋਣਾ ਪਿਆ। ਹਜ਼ਾਰਾਂ ਔਰਤਾਂ ਮਰਦ ਕਤਲ ਕਰ ਦਿੱਤੇ ਗਏ। ਬਹੁਤ ਸਾਰਿਆਂ ਦਾ ਧਰਮ ਪਰਿਵਰਤਨ ਹੋ ਗਿਆ। ਉਹਨਾਂ ਨੇ ਐਸਾ ਮਾਹੌਲ ਸਿਰਜ ਦਿੱਤਾ। ਪਰੰਤੂ ਜਿੱਥੇ ਕਿਸਮਤ ਜੋੜੀ ਸੀ ਨਾ ਸਿੱਖ ਲੀਡਰਾਂ ਨੇ, ਮਿਲਿਆ ਉੱਥੇ ਆ ਕੇ ਵੀ ਕੁਝ। ਅੱਜ ਉੱਥੇ ਵੀ ਉਸੇ ਤਰਾਸਦੀ ਵਿੱਚੋਂ ਨਿਕਲ ਰਹੇ ਹਾਂ। ਜਿਨ੍ਹਾਂ ਨੇ ਕਿਹਾ ਸੀ ਅਸੀਂ ਤੁਹਾਨੂੰ ਸਭ ਕੁਝ ਦਿਆਂਗੇ, ਤੁਹਾਡਾ ਬਣਦਾ ਮਾਣ ਸਤਿਕਾਰ ਰੱਖਾਂਗੇ, ਤੁਹਾਡੇ ਲਈ ਇੱਕ ਸੁਰੱਖਿਅਤ ਖਿੱਤਾ ਦਿਆਂਗੇ, ਅੱਜ ਉਸ ਮੁਲਕ ਦੀ ਨਾਲ ਕਿਸਮਤ ਜੋੜਨ ਤੋਂ ਬਾਅਦ ਵੀ ਸਾਡੇ ਬੱਚਿਆਂ ਨੂੰ ਇਮਤਿਹਾਨਾਂ ਵਿੱਚ ਬੈਠਣ ਲਈ ਕੜੇ ਤੇ ਕਕਾਰ ਲਾਉਣੇ ਪੈਂਦੇ। ਅੱਜ ਉਸ ਮੁਲਕ ਵਿੱਚ ਸਾਡੇ ਬੱਚਿਆਂ ਦੀਆਂ ਦਸਤਾਰਾਂ ਸੜਕਾਂ ਵਿੱਚ ਰੁਲਦੀਆਂ। ਧੀਆਂ ਭੈਣਾਂ ਦੀ ਬੇਪਤੀ ਅੱਜ ਵੀ ਹੋ ਰਹੀ ਹੈ। ਸਾਡੇ ਗੁਰਦੁਆਰੇ ਢਾਏ ਗਏ ਆ। 4-4 ਪੁਸ਼ਤਾਂ ਤੋਂ ਬੈਠੇ ਜ਼ਿਮੀਂਦਾਰ ਉਜਾੜੇ ਗਏ। ਇਹ ਸਭ ਕੁਝ ਜੇ ਹੋਇਆ, ਇਹ ਸਭ ਤੋਂ ਵੱਡਾ ਨੁਕਸਾਨ ਜੇ ਸਮਾਜਿਕ ਤੌਰ ਤੇ ਵੀ ਚੱਲਿਆ ਤੇ ਅਸੀਂ ਚੱਲਿਆ, ਸਿੱਖਾਂ ਨੇ ਚੱਲਿਆ। ਦੂਜਿਆਂ ਦਾ ਤਾਂ ਕੋਈ ਰਾਜ ਭਾਗ ਵੀ ਨਹੀਂ ਸੀ। ਉਹਦਾ ਕੋਈ 600 ਸਦੀ ਦਾ ਗੁਲਾਮ ਸੀ, ਕੋਈ ਕਿੰਨੇ ਚਿਰ ਦਾ ਗੁਲਾਮ ਸੀ। ਤੇ ਖਾਲਸੇ ਨੇ ਜਦੋਂ 1799 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਹੀਂ ਖਾਲਸਾਈ ਪਰਚਮ ਝੁਲਾਏ ਉੱਥੇ, ਉਹ ਸਾਡੀ ਧਰੋਹਰ ਸੀ, ਸਾਡਾ ਹੱਕ ਸੀ। ਅਸੀਂ ਦੁਸ਼ਮਣ ਦੇ ਕੋਲੋਂ ਖੋਹ ਕੇ ਇਸ ਧਰਤੀ ਦੀ ਇੱਜ਼ਤ ਬਚਾਈ ਸੀ। ਬੇਸ਼ੱਕ ਇਸ ਧਰਤੀ ਤੇ ਕੋਈ ਵੀ ਰਹਿੰਦਾ ਸੀ, ਹਿੰਦੂ ਰਹਿੰਦਾ ਸੀ, ਮੁਸਲਮਾਨ ਰਹਿੰਦਾ ਸੀ, ਸਿੱਖ ਰਹਿੰਦਾ ਸੀ, ਈਸਾਈ ਰਹਿੰਦਾ ਸੀ। ਜਦੋਂ ਇਸ ਧਰਤੀ ਦੇ ਉੱਤੇ ਕੋਈ ਸੰਕਟ ਆਉਂਦਾ ਨਾ, ਤੇ ਉਹ ਦਰਾ ਖੈਬਰ ਦੇ ਰਾਹੀਂ ਆਉਂਦਾ ਸੀ। ਉੱਥੋਂ ਹੀ ਵੱਢ ਟੁੱਕ ਸ਼ੁਰੂ ਹੋ ਜਾਂਦੀ, ਉੱਥੋਂ ਹੀ ਕੱਟ ਵੱਢ ਹੁੰਦੀ ਹੁੰਦੀ ਦਿੱਲੀ ਤੱਕ ਚਲੇ ਜਾਂਦੀ, ਤੇ ਰਸਤਾ ਕੋਈ ਹੋਰ ਨਹੀਂ ਸੀ ਰੋਕਦਾ, ਕੇਵਲ ਗੁਰੂ ਕੇ ਖਾਲਸੇ ਰੋਕਦੇ ਸੀ। ਇਹਨਾਂ ਨੂੰ ਤਾਂ ਇਨਾਮ ਮਿਲਣਾ ਚਾਹੀਦਾ ਸੀ। ਇਨਾਮ ਦੀ ਬਜਾਏ ਜਿਹੜਾ ਇਹਨਾਂ ਦਾ ਮਾਨ ਸਨਮਾਨ ਸੀ, ਇੱਜ਼ਤ ਸੀ, ਉਹ ਵੀ ਇਹਨਾਂ ਦੀ ਨਲਾਇਕ ਲੀਡਰਸ਼ਿਪ ਕਰਕੇ ਉਹ ਪ੍ਰਾਪਤ ਨਹੀਂ ਕਰ ਸਕੇ। ਸਿਰਫ ਕੁਰਸੀਆਂ ਦੇ ਲਾਲਚ ਵਿੱਚ, ਹਕੂਮਤਾਂ ਦੇ ਲਾਲਚ ਵਿੱਚ ਮੈਂ ਖਿੱਤੇ ਦੇ ਵਿੱਚ ਹਕੂਮਤ ਕਰ ਸਕਦਾ। ਜਿਹੜਾ ਲੜ ਭਿੜ ਕੇ 47 ਤੋਂ ਬਾਅਦ ਲਿਆ ਵੀ ਪੰਜਾਬ, ਉਹ ਵੀ ਲੰਗੜਾ। ਉਹਦੇ ਵਿੱਚ ਵੀ ਪੰਜਾਬੀ ਬੋਲਦੇ ਇਲਾਕੇ ਬਾਹਰ ਰਹਿਣ ਦਿੱਤੇ ਗਏ। ਉਹਦੇ ਵਿੱਚੋਂ ਹਰਿਆਣਾ ਕੱਢ ਦਿੱਤਾ ਗਿਆ, ਉਹਦੇ ਵਿੱਚੋਂ ਹਿਮਾਚਲ ਕੱਢ ਦਿੱਤਾ ਗਿਆ। ਅੱਜ 72 ਸਾਲ ਬੀਤਣ ਤੋਂ ਬਾਅਦ ਵੀ ਪੰਜਾਬ ਹੀ ਇੱਕ ਐਸੀ ਧਰਤੀ ਹੈ ਜਿਹਦੇ ਕੋਲ ਨਾ ਆਪਣਾ ਹਾਈ ਕੋਰਟ ਹੈ, ਨਾ ਆਪਣੀ ਰਾਜਧਾਨੀ ਹੈ, ਜਿਹੜਾ ਅੱਜ ਵੀ ਇਸ ਗੱਲ ਦੇ ਉੱਤੇ ਕਈ ਵਾਰੀ ਐਜੀਟੇਸ਼ਨਾਂ ਕਰ ਚੁੱਕਾ ਹੈ ਬਈ ਸਾਨੂੰ ਸਾਡੇ ਬਣਦੇ ਹੱਕਾਂ ਦੇ ਤੌਰ ਤੇ ਸਾਡੇ ਹਿੱਸੇ ਦਾ ਪਾਣੀ ਦੇ ਦਿਓ। ਪਾਣੀ ਵੀ ਖੋਹਣ ਦੀਆਂ ਤਿਆਰੀਆਂ ਹੋ ਰਹੀਆਂ। 5 ਦਰਿਆਵਾਂ ਦੀ ਧਰਤੀ 2.5 ਦਰਿਆਵਾਂ ਦੇ ਵਿੱਚ ਵੰਡ ਦਿੱਤੀ ਗਈ, ਤੇ ਉਹ ਪਵਿੱਤਰ ਧਰਤੀ ਸਾਡੇ ਕੋਲੋਂ ਖੁੱਸ ਗਈ, ਜਿਹੜੀ ਧਰਤੀ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਸੀ, ਜਿੱਥੋਂ ਖਾਲਸੇ ਦਾ ਅਧਿਆਤਮਕ ਜਨਮ ਸ਼ੁਰੂ ਹੋਇਆ, ਜਿੱਥੇ ਬਾਬੇ ਨਾਨਕ ਨੇ ਐਸਾ ਸੰਦੇਸ਼ ਦਿੱਤਾ ਜਿਹੜਾ ਲੁਕਾਈ ਦੇ ਵਿੱਚ, ਜਦੋਂ ਤੱਕ ਲੁਕਾਈ ਹੈ ਉਹ ਸੰਦੇਸ਼ ਜਿਹੜਾ ਪ੍ਰਬਲ ਰਹੇਗਾ। ਉਹ ਧਰਤੀਆਂ ਖੁੱਸ ਗਈਆਂ ਨਲਾਇਕ ਲੀਡਰਸ਼ਿਪ ਦੇ ਕਾਰਨ। ਜੇ ਲੀਡਰਸ਼ਿਪ ਸਿਆਣੀ ਹੁੰਦੀ ਤੇ ਗੱਲ ਕੋਈ ਬਹੁਤ ਵੱਡੀ ਨਹੀਂ ਸੀ। ਦੇਖੋ, ਅੰਮ੍ਰਿਤਸਰ ਸਾਹਿਬ ਤੋਂ ਕੋਈ 40 ਕਿਲੋਮੀਟਰ ਲਾਹੌਰ ਹੈ, ਤੇ ਉੱਥੋਂ 70-75 ਕਿਲੋਮੀਟਰ ਨਨਕਾਣਾ ਸਾਹਿਬ ਹੈ। ਗੱਲ ਤੇ 100 ਕਿਲੋਮੀਟਰ ਦੀ ਸੀ। ਤੇ ਜੇ ਲੀਡਰਸ਼ਿਪ ਸਿਆਣੀ ਹੁੰਦੀ, ਉਸ ਵੇਲੇ ਕਿਤੇ ਇਹ ਦਾਅਵਾ ਜਤਾ ਦਿੰਦੇ ਵੀ ਅਸੀਂ ਲਾਹੌਰ ਨੂੰ ਜਿੱਤਿਆ ਸੀ, ਆਪਣਾ ਲਹੂ ਡੋਲ ਕੇ ਅਸੀਂ ਨਹੀਂ ਲਾਹੌਰ ਛੱਡਣਾ, ਅਸੀਂ ਬਾਬੇ ਨਾਨਕ ਦੀ ਧਰਤੀ ਨਹੀਂ ਛੱਡਣੀ, ਤੇ ਮੇਰਾ ਖਿਆਲ ਕਿਸੇ ਨੂੰ ਵੀ ਨਹੀਂ ਉੱਜੜਨਾ ਪੈਣਾ ਸੀ। ਇਹ ਬਹੁਤ ਵੱਡਾ ਨੁਕਸਾਨ ਹੈ ਜਿਹਨੂੰ ਅਸੀਂ ਅੱਜ ਵੀ ਬਰਦਾਸ਼ਤ ਕਰ ਰਹੇ ਹਾਂ। ਔਰ ਸਾਨੂੰ ਇਸ ਢੰਗ ਨਾਲ ਵਰਤਿਆ ਗਿਆ, ਸਾਨੂੰ ਮੁਸਲਮਾਨ ਭਰਾਵਾਂ ਦੇ ਨਾਲ ਦੁਸ਼ਮਣਾਂ ਵਜੋਂ ਵਰਤਿਆ ਗਿਆ, ਜਦ ਕਿ ਸਾਡਾ ਹੱਕ ਜਿਹੜਾ ਸੀ ਸਾਨੂੰ ਮਿਲ ਸਕਦਾ ਸੀ, ਕਿਉਂਕਿ ਕੌਮੀ ਆਧਾਰ ਤੇ ਹੋਇਆ ਸੀ। 3 ਕੌਮਾਂ ਮੰਨੀਆਂ ਵੀ ਗਈਆਂ, ਪਰੰਤੂ ਸਾਡੀ ਲੀਡਰਸ਼ਿਪ ਆਪਣਾ ਹੱਕ ਨਾ ਲੈ ਸਕੀ। ਇਹ ਦੁਖਾਂਤ ਹੈ ਜਿਹਦਾ ਅਸੀਂ ਸਿਲਾ ਅੱਜ ਵੀ ਭੋਗ ਰਹੇ। ਨਹੀਂ, ਬਿਲਕੁਲ ਤੁਸੀਂ ਇੱਕ ਬੜੀ ਵਧੀਆ ਗੱਲ ਕਹੀ ਹੈ ਕਿ ਵੀ 100 ਕਿਲੋਮੀਟਰ ਤੱਕ, ਜਦੋਂ 40 ਕਿਲੋਮੀਟਰ ਲਾਹੌਰ ਆ ਤਾਂ ਉਸ ਤੋਂ ਅੱਗੇ 70 ਕਿਲੋਮੀਟਰ ਨਨਕਾਣਾ ਸਾਹਿਬ ਹੈ। ਉਹਨਾਂ ਨੇ ਉਹ ਨਹੀਂ ਸੋਚਿਆ। ਮੈਂ ਤਾਂ ਕਹਿ ਰਿਹਾ ਕਿ ਹੁਣੀ ਪਿਛਲੇ ਸਾਲ ਸਾਰੇ ਦੁਨੀਆ ਦੇ ਵਿੱਚ ਕਰਤਾਰਪੁਰ ਸਾਹਿਬ ਦੀ ਗੱਲ ਹੋਈ ਹੈ, ਉਹ ਤਾਂ 3 ਕਿਲੋਮੀਟਰ ਹੈ। ਇਹਨਾਂ ਨੇ ਤਾਂ ਉਹਦੇ ਬਾਰੇ ਵੀ ਨਹੀਂ ਸੋਚਿਆ। ਮਤਲਬ ਆਪਾਂ ਇਹੀ ਸੋਚ ਸਕਦੇ ਕਿ ਲੀਡਰਸ਼ਿਪ ਕਿੱਡੀ ਵਿਜ਼ਨਲੈਸ ਸੀਗੀ। ਉਹਨਾਂ ਨੂੰ ਇਹ ਚੀਜ਼ ਦੀ ਸਮਝ ਹੀ ਨਹੀਂ ਸੀਗੀ ਕਿ ਕੀ ਕਰ ਕੀ ਰਹੇ ਨੇ। ਔਰ ਅਸੀਂ ਅਗਰ ਅੱਜ ਦੇ ਸਮੇਂ ਵਿੱਚ ਦੇਖੀਏ ਤਾਂ ਸੁਧਾਰ ਕੋਈ ਨਹੀਂ ਨਿਕਲਦਾ ਆ ਰਿਹਾ। ਉਹ ਉੱਦਾਂ ਦੀ ਸੋਚ ਵਾਲੀ ਹੀ ਲੀਡਰਸ਼ਿਪ ਚੱਲਦੀ ਆ ਰਹੀ ਹੈ, ਤਾਂ ਗਲਤੀਆਂ ਨੂੰ ਵੀ ਦੁਹਰਾਇਆ ਜਾ ਰਿਹਾ ਆ। ਜਦਕਿ ਜਿੱਦਾਂ ਤੁਸੀਂ ਸਮਾਜਿਕ ਤੌਰ ਤੇ ਦੱਸਿਆ ਕਿ ਸਾਰਾ ਭਾਈਚਾਰਾ ਜਿਹੜਾ ਸੀਗਾ ਇਕੱਠਾ ਰਹਿੰਦਾ ਸੀਗਾ, ਆਪਣੇ ਆਪ ਨੂੰ ਪੰਜਾਬੀ ਕਹਿੰਦੇ ਸੀਗੇ, ਆਪਸ ਵਿੱਚ ਕੋਈ ਸ਼ੁਰੂਆਤ ਵਿੱਚ ਖਾਸ ਕੋਈ ਵੈਰ ਵਿਰੋਧ ਨਹੀਂ ਰਿਹਾ, ਮਗਰ ਇਹ ਰਾਜਨੀਤਿਕ ਤੌਰ ਦੇ ਉੱਤੇ ਪਾਇਆ ਗਿਆ।
ਨਹੀਂ, ਇਸ ਕਰਕੇ ਸੀ ਨਾ ਜੀ, ਜਦੋਂ ਕਿਸੇ ਮੁਲਕ ਦੀ ਵੰਡ ਤੁਸੀਂ ਫਿਰ ਮਤਲਬ ਕੌਮੀ ਆਧਾਰ ਦੇ ਉੱਤੇ ਬਣਾ ਦਿਓ, ਕੌਮੀ ਆਇਡੈਂਟੀ ਦੇ ਆਧਾਰ ਤੇ ਬਣਾ ਦਿਓ, ਮੁਸਲਮਾਨ ਇੱਧਰ ਰਹਿਣਗੇ, ਹਿੰਦੂ ਉੱਧਰ ਰਹਿਣਗੇ। ਸਾਨੂੰ ਤਾਂ ਹਿੰਦੂਆਂ ਦੇ ਨਾਲ ਹੀ ਟੰਗ ਦਿੱਤਾ ਗਿਆ, ਨਾਲ ਟੈਗ ਕਰ ਦਿੱਤਾ ਗਿਆ, ਸਾਡਾ ਤਾਂ ਕੋਈ ਹੱਕ ਹੀ ਨਹੀਂ ਛੱਡਿਆ। ਤੇ ਜਦੋਂ ਤੁਸੀਂ ਕੌਮਾਂ ਦੇ ਆਧਾਰ ਤੇ ਵੰਡ ਦਿੰਦੇ ਹੋ, ਫਿਰ ਫਿਰਕੂ ਫਸਾਦਾਂ ਦੀ ਜੜ ਤਾਂ ਉਦਣੇ ਹੀ ਬੀਜ ਤਾਂ ਉਦਣੇ ਬੀਜਿਆ ਜਾਂਦਾ। ਫਿਰ ਜਦੋਂ ਕੌਮਾਂ ਟਰਾਂਸਫਰ ਹੋਣਗੀਆਂ, ਫਿਰ ਵੱਟ ਟੁੱਕ ਤਾਂ ਹੋਏਗੀ, ਲੁੱਟ ਖੋਹ ਵੀ ਹੋਏਗੀ। ਬਿਲਕੁਲ। ਹਾਂਜੀ ਕਰਨੈਲ ਸਿੰਘ ਜੀ, ਤੁਸੀਂ ਕੁਝ ਕਹਿ ਰਹੇ ਸੀ। ਸੋ ਮੈਨੂੰ ਤਾਂ ਅਜੇ ਬੜਾ ਭਾਵੁਕ ਜਿਹਾ ਹੋ ਜਾਂਦਾ, ਇਮੋਸ਼ਨਲ, ਜਦੋਂ ਬੰਦਾ ਚੇਤੇ ਕਰਦਾ ਉਹ ਗੱਲਾਂ ਨੂੰ। ਜਿਹੜੀ ਨਾਲ ਮੈਂ ਉਹ ਇਹ ਹੁੰਦਾ ਲੀਡਰਸ਼ਿਪ ਹੁੰਦੀ ਹੈ ਨਾ ਜੀ, ਦੇਖੋ ਚਲੋ ਮੁਲਕ ਆਜ਼ਾਦ ਹੋ ਗਿਆ। ਹਾਂਜੀ, ਮੈਨੂੰ ਲੱਗਦਾ ਥੋੜੀ ਜਿਹੀ ਆਵਾਜ਼ ਦੀ ਸ਼ਾਇਦ ਡਿਲੇ ਹੈਗਾ। ਕਰਨੈਲ ਸਿੰਘ ਜੀ, ਤੁਸੀਂ ਪਹਿਲਾਂ ਆਪਣੀ ਗੱਲ ਕਰ ਲਓ, ਫਿਰ ਆਪਾਂ ਜਥੇਦਾਰ ਸਾਹਿਬ ਅੱਗੇ। ਮੈਂ ਕਹਿ ਰਿਹਾ ਸੀਗਾ ਵੀ ਜਿੱਦਾਂ ਇਹ ਲੱਗਦਾ ਨਾ, ਜਿੱਦਾਂ ਭੌਰ ਸਾਹਿਬ ਨੇ ਜਿੰਨੀ ਦੇ ਵਿੱਚ ਜਿੱਦਾਂ ਪੂਰਾ ਜਿੱਦਾਂ ਐਡਵੋਕੇਟ ਪੇਸ਼ ਕਰਦੇ ਹੁੰਦੇ ਆ ਨਾ, ਏਦਾਂ ਇਹਨਾਂ ਨੇ ਦੱਸਿਆ ਵੀ ਇੱਕ ਤਾਂ ਬਹੁਤ ਥੈਂਕ ਯੂ। ਮੈਂ ਦੇਖ ਰਿਹਾ ਸੀ ਵਿਊ ਵੀ ਥੱਲੇ, ਸੁਜੈਸ਼ਨ ਵੀ ਜਿਹੜੇ ਲਿਖ ਰਹੇ ਆ, ਬਹੁਤ ਅੱਛੇ ਲਿਖ ਰਹੇ, ਜਿਨ੍ਹਾਂ ਨੇ ਅੱਜ ਤੱਕ ਪਾਕਿਸਤਾਨ ਦੀ ਜਿਹੜੀ ਆ ਬ੍ਰੇਕ ਇਨ, ਜਿਹੜੀ ਅੱਖਰਾਂ ਦੀ ਤੋੜ ਕੇ ਜਿਹੜੀ ਬਣਤਰ ਨੂੰ ਸਪੈਲ ਆਊਟ ਕਰਨਾ ਜਾਂ ਉਹਦੇ ਮੀਨਿੰਗ ਦੱਸਣੇ, ਇਹਦਾ ਬਹੁਤ ਵੱਡੀ ਗੱਲ ਆ। ਤੇ ਇਹ ਮੈਂ ਕਹਿੰਦਾ ਭੌਰ ਸਾਹਿਬ ਦੀ ਵਕਾਲਤ ਦਾ ਬੈਰਿਸਟਰਾਂ ਤੋਂ ਉੱਪਰ ਵਾਲੀ ਗੱਲ ਹੋ ਗਈ, ਉਧਰ ਦਾ ਤਜਰਬਾ ਵੀ। ਮੈਂ ਉਹੀ ਕਹਿ ਰਿਹਾ ਸੀਗਾ। ਤੇ ਅੱਗੇ ਭੌਰ ਸਾਹਿਬ ਨੂੰ ਜ਼ਿਆਦਾ ਆਪਾਂ ਟਾਈਮ ਦਿੰਦੇ ਆ, ਭਾਵੁਕ ਹੋਣ ਤੋਂ ਬਾਅਦ ਵੀ ਕੌਮ ਸਿੱਖਦੀ ਕਿਉਂ ਨਹੀਂ? ਜਿੱਦਾਂ ਹੁਣ ਵੀ ਜਿਹੜੇ ਮੀਡੀਆ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ, ਉਹ ਧਾਰਮਿਕ ਤਾਂ ਮਜ਼ਹਬ ਨਾਲ ਹੀ ਲੜਾਉਣ ਦੀਆਂ ਹੋ ਰਹੀਆਂ, ਇਹ ਮਜ਼ਹਬ ਨੂੰ ਲੜਾਉਣ ਦੀਆਂ ਹੋ ਰਹੀਆਂ। ਬਸ ਹਾਂਜੀ ਭੌਰ ਸਾਹਿਬ, ਹਾਂਜੀ ਤੁਸੀਂ ਦੱਸੋ। ਹਾਂਜੀ ਭੌਰ ਸਾਹਿਬ ਨੂੰ ਬੇਨਤੀ ਕਰਦਾ ਗੁਰਿੰਦਰ, ਮੈਂ ਕਿਹਾ ਵੀ ਜਿੱਦਾਂ ਹੁਣ ਵੀ ਮਜ਼ਹਬ ਨੂੰ ਲੜਾਉਣ ਦੀਆਂ ਹਾਲੇ ਵੀ ਉਹੀ ਗੱਲਾਂ ਹੋ ਰਹੀਆਂ। ਇਹਨਾਂ ਦਾ ਸਵਾਲ ਚੰਗੀ ਤਰ੍ਹਾਂ ਸੁਣ ਨਹੀਂ ਸਕਿਆ, ਆਵਾਜ਼ ਥੋੜੀ ਜਿਹੀ ਕੱਟ ਕੇ ਆ ਰਹੀ ਮੈਨੂੰ ਇਹਨਾਂ ਦੀ। ਅੱਛਾ। ਹਾਂਜੀ, ਨਹੀਂ ਕਰਨੈਲ ਸਿੰਘ ਜੀ ਉਹੀ ਗੱਲ ਕਰ ਰਹੇ ਕਿ ਵੀ ਉਦੋਂ ਵੀ ਜਿਹੜਾ ਸਿੱਖਾਂ ਨੂੰ ਮੁਸਲਮਾਨਾਂ ਦੇ ਨਾਲ ਜਿਹੜਾ ਉਦੋਂ ਵੀ 1900 ਅਗਰ ਆਪਾਂ 47 ਦੀ ਗੱਲ ਕਰਦੇ, ਜਿੱਦਾਂ ਤੁਸੀਂ ਦੱਸਿਆ ਕਿ ਉਦੋਂ ਵੀ ਸਿੱਖ ਮੁਸਲਿਮ ਕਰ ਦਿੱਤਾ ਗਿਆ ਜਾਂ ਹਿੰਦੂ ਮੁਸਲਿਮ ਕਰ ਦਿੱਤਾ ਗਿਆ, ਹਿੰਦੂਆਂ ਨੂੰ ਵਰਤਿਆ, ਤਾਂ ਕਹਿੰਦੇ ਅੱਜ ਵੀ ਉਹੀ ਸਿਸਟਮ ਚੱਲ ਰਿਹਾ ਆ। ਅੱਜ ਉਹੀ ਗੱਲ ਸਿੱਖ ਤੇ ਹਿੰਦੂ ਕਰ ਦਿੱਤੀ ਗਈ ਹੈ। ਉਹੀ ਜਿਹੜੀ ਕਮਿਊਨਲ ਪੋਲਿਟਿਕਸ ਹੈ ਉਹ ਹੁਣ ਤੱਕ ਚੱਲਦੀ ਆ ਰਹੀ ਹੈ। ਤਾਂ ਉਹ ਅੱਜ 70 ਸਾਲ 80 ਸਾਲ ਬਾਅਦ ਵੀ ਸੇਮ ਤਰ੍ਹਾਂ ਦੀ ਪੋਲਿਟਿਕਸ ਚੱਲ ਰਹੀ ਹੈ। ਤਾਂ ਸਿੱਖ ਲੀਡਰਸ਼ਿਪ ਉਹਦੇ ਵਿੱਚ ਹੀ ਆਪਣਾ ਪਾਰਟ ਨਿਭਾ ਰਹੀ ਹੈ, ਕੋਈ ਵੱਖਰੀ ਦਿਸ਼ਾ ਨਹੀਂ ਦੇ ਪਾ ਰਹੀ ਹੈ। ਦੇਖੋ ਇਹਨਾਂ ਦੀ ਗੱਲ ਬਿਲਕੁਲ ਠੀਕ ਹੈ। ਜਦੋਂ ਆਪਣੀਆਂ ਕੌਮੀ ਹਿੱਤਾਂ ਤੋਂ ਉੱਪਰ ਉੱਠ ਕੇ ਨਾ ਕੁਰਸੀਆਂ ਦਾ ਮੋਹ ਜਾਗ ਪਵੇ, ਤੇ ਉਹ ਫਿਰ ਕੁਰਸੀਆਂ ਦਾ ਮੋਹ ਜਿਹੜਾ ਕੌਮੀ ਹਿੱਤਾਂ ਦੀ ਪਹਿਰੇਦਾਰੀ ਨਹੀਂ ਕਰਨ ਦਿੰਦਾ। ਇਹ ਠੀਕ ਹੈ, ਅੱਜ ਵੀ ਮੂੰਹ ਦੇਖ ਕੇ ਫੈਸਲੇ ਹੁੰਦੇ ਆ ਹਿੰਦੁਸਤਾਨ ਦੇ ਵਿੱਚ। ਆ ਸੁਪਰੀਮ ਕੋਰਟ ਦੀਆਂ ਪਿਛਲੇ ਫੈਸਲੇ ਦੇਖ ਲਓ, ਪਿਛਲੀਆਂ ਰੂਲਿੰਗ ਦੇਖ ਲਓ, ਰੋਜ਼ ਅਸੀਂ ਦੇਖ ਰਹੇ ਹਾਂ। ਬਾਬਰੀ ਮਸਜਿਦ ਢਾਹ ਕੇ ਰਾਮ ਜਨਮ ਭੂਮੀ ਬਣ ਸਕਦੀ ਹੈ, ਅਸੀਂ ਤਾਂ ਕਿਸੇ ਦਾ ਢਾਹ ਕੇ ਨਹੀਂ ਬਣਾਉਣਾ ਚਾਹੁੰਦੇ। ਤੇ ਸਾਡਾ ਮੰਗੂ ਮੱਠ ਵੀ ਢਾਹ ਦਿੱਤਾ ਗਿਆ, ਜਿੱਥੇ ਗੁਰੂ ਨਾਨਕ ਸਾਹਿਬ ਨੇ ਜਾ ਕੇ ਆਰਤੀ ਉਤਾਰੀ ਸੀ। ਤੇ ਸਾਡਾ ਜਿੱਥੇ ਪਖੰਡ ਹੋ ਰਿਹਾ ਸੀ, ਥਾਲੀਆਂ 'ਚ ਦੀਵੇ ਲਾ ਕੇ ਆਰਤੀਆਂ ਉਤਾਰੀਆਂ ਜਾ ਰਹੀਆਂ ਸੀ, ਸਾਡੇ ਬਾਬੇ ਨਾਨਕ ਨੇ ਆਖਿਆ ਵੀ ਆ ਜਿਹੜੀ ਕਾਦਰ ਦੀ ਕੁਦਰਤ ਦੀ ਆਰਤੀ ਆ, ਇਹਨੂੰ ਹੀ ਉਤਾਰ ਲਓ। ਉਹ ਢਾਇਆ ਗਿਆ। ਗਿਆਨ ਗੋਦੜੀ ਢਾਇਆ ਗਿਆ, ਜਿੱਥੇ ਗੁਰੂ ਨਾਨਕ ਸਾਹਿਬ ਨੇ ਲਹਿੰਦੇ ਨੂੰ ਪਾਣੀ ਦੇ ਕੇ ਉਹਨਾਂ ਨੂੰ ਦੱਸਿਆ ਵੀ ਤੁਹਾਡੇ ਪਿਤਰਾਂ ਨੂੰ ਵੀ ਨਹੀਂ ਪਹੁੰਚਣਾ, ਤੇ ਜੇ ਮੇਰਾ ਕਰਤਾਰਪੁਰ ਨਹੀਂ ਪਹੁੰਚ ਸਕਦਾ, ਬੰਦੇ ਬਣੋ, ਹੱਥੀਂ ਕਿਰਤ ਕਰੋ, ਧਰਮ ਦੀ ਨਾਮ ਜਪੋ ਤੇ ਵੰਡ ਕੇ ਛਕੋ। ਉਹ ਵੀ ਨਹੀਂ ਸਾਨੂੰ ਮਿਲ ਰਿਹਾ। ਸਾਡੇ ਭਰਾਵਾਂ ਨੂੰ ਗੁਜਰਾਤ ਚੋਂ, ਉੱਤਰਾਖੰਡ ਚੋਂ ਤੇ ਫਿਰ ਯੂਪੀ ਵਿੱਚੋਂ ਉਜਾੜਿਆ ਗਿਆ, ਚਾਰ ਪੁਸ਼ਤਾਂ ਦੇ ਖੇਤੀ ਕਰਦਿਆਂ ਨੂੰ। ਇਹ ਅੱਜ ਵੀ ਇਹ ਵਿਤਕਰਾ ਤਾਂ ਹੁੰਦਾ ਹੀ ਹੈ। ਜਿਹੜੀ ਵੱਡੀ ਮੱਛੀ ਹੈ ਛੋਟੀ ਨੂੰ ਖਾਣਾ ਚਾਹੁੰਦੀ ਹੈ, ਉਹ ਖਾ ਰਹੀ ਹੈ। ਤੇ ਵੱਡੀਆਂ ਮੱਛੀਆਂ ਲਈ ਇਨਸਾਫ ਹੋਰ ਹੁੰਦਾ, ਜਿਹੜੇ ਛੋਟੇ ਲੋਕ ਹੁੰਦੇ ਉਹਨਾਂ ਨੂੰ ਕੌਣ ਇਨਸਾਫ ਦਿੰਦਾ? ਆ ਸਾਡੇ ਬੱਚੇ 30-30 ਸਾਲ ਤੋਂ ਸਜ਼ਾਵਾਂ ਭੁਗਤਣ ਤੋਂ ਬਾਅਦ ਵੀ ਜੇਲ੍ਹਾਂ 'ਚ ਰੁਲ ਰਹੇ, ਤੇ ਉਹਨਾਂ ਦੇ ਜਿਹੜੇ ਬੰਬ ਬਲਾਸਟ ਕਾਂਡਾਂ ਦੇ ਵਿੱਚ ਸ਼ਾਮਲ ਲੋਕ ਸੀਗੇ, ਉਹ ਅੱਜ ਮੰਤਰੀ ਬਣੇ ਬੈਠੇ ਆ ਕੇਂਦਰ ਸਰਕਾਰ ਦੇ। ਇਹ ਨਲਾਇਕ ਲੀਡਰਸ਼ਿਪ ਕਰਕੇ ਹੀ ਹੈ। ਜਦੋਂ ਮੁਲਕ ਦੀ ਵੰਡ ਹੋ ਗਈ ਤੇ ਉਸ ਤੋਂ ਬਾਅਦ ਵੀ ਜੇ ਆਪਣਾ ਕੇਸ ਰੱਖਣ ਵਾਲੇ ਲੋਕ, ਦੁਨੀਆ ਦੇ ਸਾਹਮਣੇ ਆਪਣਾ ਕੇਸ ਰੱਖਣ ਵਾਲੇ ਲੋਕ ਉੱਥੇ ਨਹੀਂ ਭੇਜੇ ਜਾਣਗੇ, ਤੇ ਫਿਰ ਕਿੱਥੋਂ ਕੌਮ ਨੂੰ ਇਨਸਾਫ ਮਿਲੇਗਾ? ਉੱਥੇ ਚਲੇ ਜਾਂਦੇ ਨੇ ਜੀ, ਆਹ ਮਾਸਟਰ ਸੰਤ ਫਤਿਹ ਸਿੰਘ ਉਹਨਾਂ ਦਾ ਡਰਾਈਵਰ ਹੈ ਜੀ, ਕਿੱਕਰ ਸਿੰਘ, ਇਹਨੂੰ ਭੇਜ ਦਿਓ ਜੀ। ਉੱਥੇ ਧੰਨਾ ਸਿੰਘ ਗੁਲਸ਼ਨ ਨੂੰ ਭੇਜ ਦਿਓ ਜੀ। ਉੱਥੇ ਚਤਨ ਸਿੰਘ ਸਮਾਉ ਨੂੰ ਭੇਜ ਦਿਓ ਜੀ। ਤੇ ਫਿਰ ਉੱਥੇ ਕੀ ਆਪਾਂ ਰਿਜ਼ਲਟ ਕੀ ਲੈ ਸਕਦੇ ਹਾਂ? ਇਤਿਹਾਸ ਕੁਰਬਾਨੀਆਂ ਨਾਲ ਬਣਦਾ ਹੈ। ਕੁਰਬਾਨੀਆਂ ਬਹੁਤ ਕੀਤੀਆਂ ਖਾਲਸੇ ਨੇ, ਪਰੰਤੂ ਟੇਬਲ ਟਾਕ ਦੇ ਵਿੱਚ ਆ ਕੇ ਹਮੇਸ਼ਾ ਹੀ
ਖਾਲਸਾ ਇਸ ਕਰਕੇ ਫੇਲ ਹੁੰਦਾ ਰਿਹਾ ਕਿ ਕੁਝ ਲੋਕਾਂ ਦੇ ਪ੍ਰਭਾਵ ਨੂੰ ਹੀ ਲੋਕਾਂ ਦੀ ਕਿਸਮਤ ਸਮਝ ਲਿਆ। ਕੁਝ ਲੋਕਾਂ ਦੀ ਲੀਡਰਸ਼ਿਪ ਨੇ ਆਪਣੇ ਆਪ ਨੂੰ ਇਸ ਤਰ੍ਹਾਂ, ਦੇਖੋ ਆ ਮੁਲਕ ਦੀ ਵੰਡ ਵੀ ਹੋਈ ਹੈ, ਇਹ ਕੋਈ ਲੋਕਾਂ ਦੀ ਰਾਏ ਨਾਲ ਥੋੜੀ ਹੋਈ ਸੀ, ਰਾਜਸੀ ਲੋਕਾਂ ਦੀ ਮਰਜ਼ੀ ਸੀ, ਉਹ ਥੋਪ ਦਿੱਤੀ ਗਈ। ਲੋਕ ਮਰੀ ਜਾਣ, ਖਪੀ ਜਾਣ, ਕਿਸੇ ਨੂੰ ਕਿਸੇ ਨਾਲ ਕੀ ਚੀਜ਼ ਸੀ, ਇਹਦੇ ਨਾਲ ਕੋਈ ਮਤਲਬ ਨਹੀਂ ਸੀ। ਤੇ ਸਿਆਸੀ ਆਗੂਆਂ ਦੀ ਇੱਛਾ ਸੀ ਵੀ ਉੱਥੇ ਹੈ ਨਾ ਇਸ ਗਰੁੱਪ ਦੀ, ਇਸ ਧਰਮ ਦੀ ਗਿਣਤੀ ਜ਼ਿਆਦਾ, ਉੱਥੇ ਇਸ ਧਰਮ ਦੀ ਗਿਣਤੀ ਜ਼ਿਆਦਾ ਹੈ, ਮੈਂ ਵੀ ਮੁੱਖ ਮੰਤਰੀ ਬਣ ਸਕਦਾ, ਤੂੰ ਵੀ ਮੁੱਖ ਮੰਤਰੀ ਬਣ ਜੀ, ਤੇ ਲੋਕ ਜਿੱਥੇ ਮਰਜ਼ੀ ਧੱਕੇ ਖਾਂਦੇ ਖਾਈ ਜਾਣ। ਬਿਲਕੁਲ ਇਹ ਸਿਆਸੀ ਲੋਕਾਂ ਨੇ ਰਾਜ ਭਾਗ ਦੇ ਲਾਲਚ ਵਿੱਚ ਆ ਕੇ ਇਹ ਜਿਹੜੀ ਵੰਡ ਕਰਾਈ ਸੀ। ਅੱਜ ਵੀ ਜਦੋਂ ਅਸੀਂ ਪਾਕਿਸਤਾਨ ਜਾਂਦੇ ਹਾਂ, ਮੈਂ ਬਹੁਤ ਵਾਰੀ ਡੈਲੀਗੇਸ਼ਨ ਲੈ ਕੇ ਗਿਆ, ਉੱਥੇ ਦੀ ਜਨਤਾ ਤਾਂ ਜੱਫੀਆਂ ਪਾ ਮਿਲਦੀ ਹੈ, ਉਹਦਾ ਯਾਦ ਕਰਦੀ ਹੈ। ਮੈਂ ਇੱਕ ਵਾਰੀ ਉੱਥੋਂ ਦੇ ਰਾਸ਼ਟਰਪਤੀ ਸੀਗੇ ਜਿਹੜੇ ਪਰਵੇਜ਼ ਮੁਸ਼ਰਫ ਤੋਂ ਪਹਿਲਾਂ ਸੀ, ਰਫੀਕ ਤਰਾਰ, ਉਹਨਾਂ ਲਈ ਗੁਰਦੁਆਰਿਆਂ ਦੇ ਕੁਝ ਮਸਲੇ ਸੀਗੇ ਤੇ ਮੈਂ ਡੈਲੀਗੇਸ਼ਨ ਲੈ ਕੇ ਗਿਆ, ਤੇ ਉਹ ਮੈਨੂੰ ਕਹਿਣ ਲੱਗੇ ਵੀ ਤੁਹਾਡੀ ਬੋਲੀ ਮੈਨੂੰ ਦੁਆਬੇ ਦੀ ਲੱਗਦੀ। ਮੈਂ ਕਿਹਾ ਹਾਂ ਜੀ ਦੁਆਬੇ ਦੀ ਹੈ। ਕਹਿੰਦੇ ਕਿੱਥੋਂ? ਮੈਂ ਦੱਸਿਆ, ਮੈਂ ਕਿਹਾ ਵੀ ਪੁਰਾਣਾ ਜ਼ਿਲ੍ਹਾ ਸਾਡਾ ਜਲੰਧਰ ਹੈ। ਉਹਨਾਂ ਨੇ ਕੁਰਸੀ ਤੋਂ ਉੱਠ ਕੇ ਮੈਨੂੰ ਜੱਫੀ ਪਾਈ, ਮੇਰੇ ਗੋਡਿਆਂ ਨੂੰ ਹੱਥ ਲਾਇਆ, ਮੈਨੂੰ ਕਹਿਣ ਲੱਗੇ ਮੇਰੇ ਨਾਨਕਿਆਂ ਤੋਂ ਆਏ ਆ ਤੁਸੀਂ। ਅੱਜ ਵੀ ਮਤਲਬ ਉਹ ਲੋਕ ਸਾਡੇ ਨਾਲ ਗਲਵੱਕੜੀਆਂ ਪਾ ਮਿਲਦੇ ਆ, ਤੇ ਸਿਆਸੀ ਲੋਕ ਲੀਰੋ ਲੀਰ ਕਰਕੇ ਸਾਰੇ ਮਸਲੇ ਨੂੰ ਤੇ ਲੋਕਾਂ ਦੀਆਂ ਭਾਵਨਾਵਾਂ ਦਾ ਨਜਾਇਜ਼ ਫਾਇਦਾ ਲੈ ਕੇ ਆਪਣੀਆਂ ਕੁਰਸੀਆਂ ਪੱਕੀਆਂ ਕਰ ਲੈਂਦੇ। ਪਹਿਲਾਂ ਵੀ ਕਰਦੇ ਸੀ, ਹੁਣ ਵੀ ਕਰ ਰਹੇ। ਨਹੀਂ, ਬਿਲਕੁਲ ਤੁਸੀਂ ਬੜਾ ਵਧੀਆ ਜਿਹੜਾ ਤੁਸੀਂ ਆਪਣਾ ਨਿੱਜੀ ਤਜਰਬਾ ਸ਼ੇਅਰ ਕੀਤਾ, ਕਿਉਂਕਿ ਰੀਸੈਂਟਲੀ ਪਿਛਲੇ ਸਾਲ ਹੀ ਮੈਨੂੰ ਕਰਤਾਰਪੁਰ ਸਾਹਿਬ ਜਾਣ ਦਾ ਮੌਕਾ ਮਿਲਿਆ, ਜਿਹੜਾ ਨਵਾਂ ਕੋਰੀਡੋਰ ਬਣਿਆ ਸੀਗਾ ਉਹਦੇ ਥਰੂ। ਤਾਂ ਪੂਰਾ ਇੱਕ ਦਿਨ ਅਸੀਂ ਸਪੈਂਡ ਕੀਤਾ ਉੱਥੇ, ਭਾਵੇਂ ਮੈਂ ਬਾਕੀ ਦੇ ਗੁਰਦੁਆਰੇ ਨਹੀਂ ਦਰਸ਼ਨ ਕਰਨ ਜਾ ਸਕੇ, ਬਟ ਕਰਤਾਰਪੁਰ ਸਾਹਿਬ ਦੇ ਵਿੱਚ ਹੀ ਇੱਕ ਐਸਾ ਤਜਰਬਾ ਮਿਲਿਆ ਜੋ ਤੁਸੀਂ ਜ਼ਿਕਰ ਕਰਦੇ ਹੋ ਕਿ ਬਾਕੀ ਵੀ ਸਾਡੇ ਜਿਹੜੇ ਵਿਊਅਰਸ ਉਧਰਲੇ ਇਲਾਕੇ 'ਚ ਗਏ ਨੇ ਉਹਨਾਂ ਨੇ ਵੀ ਐਕਸਪੀਰੀਅੰਸ ਕੀਤਾ ਹੋਊਗਾ, ਕਿਵੇਂ ਲੋਕ ਤੁਹਾਨੂੰ ਜੱਫੀਆਂ ਪਾ ਕੇ ਮਿਲਦੇ ਨੇ, ਤੁਹਾਡੇ ਤੋਂ ਪੁੱਛਦੇ ਨੇ ਤੁਸੀਂ ਕਿੱਥੋਂ ਆਏ ਹੋ। ਔਰ ਬਹੁਤ ਸਾਰੇ ਲੋਕਾਂ ਨੂੰ ਮੈਂ ਐਸਿਆਂ ਨੂੰ ਮਿਲਿਆ ਕਿ ਜਿੱਧਰ ਸਾਡਾ ਪਿੰਡ ਹੈ ਆਦਮਪੁਰ ਇਲਾਕਾ ਜਲੰਧਰ ਦੇ ਕੋਲ, ਮਤਲਬ ਉਧਰ ਇਲਾਕੇ ਚੋਂ ਗੁਰਦਾਸਪੁਰ ਤੋਂ ਕਈਆਂ ਨੇ ਦੱਸਿਆ ਸਾਡੇ ਪਿਛੋਕੜ ਉਧਰੋਂ ਹੈ, ਮਤਲਬ ਬਹੁਤ ਪਿਆਰ ਦੇ ਨਾਲ ਮਿਲਦੇ ਆ, ਤਾਂ ਬੜੀ ਖੁਸ਼ੀ ਹੁੰਦੀ ਹੈ। ਔਰ ਇਹ ਸੇਮ ਐਕਸਪੀਰੀਅੰਸ ਭਾਈ ਸਾਹਿਬ ਜੀ ਅਸੀਂ ਨਾ ਇੱਥੇ ਆਸਟ੍ਰੇਲੀਆ ਵਰਗੇ ਮੁਲਕਾਂ 'ਚ ਵੀ ਕਰਦੇ ਹਾਂ, ਤੇ ਮੇਰੇ ਬਹੁਤ ਸਾਰੇ ਵੀਰ ਜਿਹੜੇ ਹੋਰ ਮੁਲਕਾਂ 'ਚ ਰਹਿੰਦੇ ਨੇ, ਕੈਨੇਡਾ, UK, ਉਹ ਵੀ ਕਰਦੇ ਹੋਣਗੇ ਕਿ ਜਦੋਂ ਇੱਥੇ ਤੁਹਾਨੂੰ ਪੰਜਾਬੀ ਮਿਲਦੇ ਨੇ ਜਿਹੜੇ ਪੰਜਾਬ ਤੋਂ ਨੇ ਪਾਕਿਸਤਾਨ ਵਾਲੇ ਪਾਸਿਓਂ, ਉਹ ਬੜੇ ਖੁਸ਼ ਹੋ ਕੇ ਮਿਲਦੇ ਨੇ। ਔਰ ਨਾਂ ਵੀ ਉਹਨਾਂ ਦੇ ਜਿਹੜੇ ਨੇ ਉਹ ਆਪਣੇ ਪੰਜਾਬ ਵਰਗਿਆਂ ਨੇ, ਕਿਉਂਕਿ ਸਾਰੇ ਪੰਜਾਬੀ ਨੇ, ਪਿੱਛੋਂ ਦੀ ਬੈਕਗਰਾਉਂਡ ਸੇਮ ਲੱਗਦਾ ਉਹਨਾਂ ਸਾਰਿਆਂ ਦਾ, ਤਾਂ ਬੜੇ ਜੱਫੀ ਪਾ ਕੇ ਮਿਲਦੇ ਨੇ। ਤਾਂ ਜਦੋਂ ਤੁਸੀਂ ਭਾਰਤ ਵਿੱਚ ਕਿਸੇ ਨਾਲ ਗੱਲ ਕਰਦੇ ਹੋ ਨਾ ਪੰਜਾਬ ਵਾਲਿਆਂ ਨਾਲ ਕਿ ਵੀ ਮੇਰੇ ਪਾਕਿਸਤਾਨੀ ਦੋਸਤ ਇੰਨੇ ਨੇ, ਉਹ ਕਹੋਗੇ ਯਾਰ ਤੁਸੀਂ ਕਿੱਦਾਂ ਪਾਕਿਸਤਾਨੀਆਂ ਨਾਲ ਵਿਚਰਦੇ ਹੋ, ਕਿੱਦਾਂ ਮਿਲਦੇ ਹੋ, ਤਾਂ ਫਿਰ ਜਦੋਂ ਅਸੀਂ ਦੱਸੀਦਾ ਕਿ ਉਹ ਬੜੇ ਪਿਆਰ ਨਾਲ ਮਿਲਦੇ ਆ, ਤਾਂ ਕਈ ਵਾਰ ਉਹ ਹੈਰਾਨ ਹੁੰਦੇ ਨੇ, ਹਨਾ, ਕਿ ਇਹਦਾ ਰੀਜ਼ਨ ਹੀ ਇਹ ਰਹਿ ਗਿਆ ਕਿ ਮੀਡੀਆ ਨੇ ਜੋ ਨਫ਼ਰਤ ਭਾਰਤ ਵਿੱਚ ਰਹਿਣ ਵਾਲੇ ਲੋਕਾਂ ਦੇ ਵਿੱਚ ਪਾ ਦਿੱਤੀ ਹੈ ਕਿ ਉਹ ਉਸ ਨਜ਼ਰੀਏ ਦੇ ਨਾਲ, ਉਹ ਕਹਿੰਦੇ ਨਾ ਪੋਲਰਾਈਜ਼ਡ ਐਨਕਾਂ ਦੇ ਨਾਲ ਹੀ ਉਹ ਨਜ਼ਰ ਦੇ ਨਾਲ ਦੇਖਣ ਲੱਗ ਪਏ ਨੇ। ਲੋਕਾਂ ਨੂੰ ਸਾਫ਼-ਸਾਫ਼ ਤਸਵੀਰ ਦਿਸਦੀ ਨਹੀਂ ਹੈਗੀ ਹੈ। ਉਹੀ ਚੀਜ਼ ਹੁਣ ਸਾਨੂੰ ਨਜ਼ਰ ਆ ਰਹੀ ਹੈ, ਜੋ ਸਾਨੂੰ ਮੀਡੀਆ ਦਿਖਾਉਣਾ ਚਾਹੁੰਦਾ ਆ ਜਾਂ ਸਰਕਾਰ ਮੀਡੀਆ ਦੇ ਥਰੂ ਦਿਖਾਉਣਾ ਚਾਹੁੰਦੀ ਹੈ, ਅਸੀਂ ਉਹੀ ਦੇਖਦੇ ਹਾਂ। ਔਰ ਅਸੀਂ ਸਾਡੀ ਜਿਹੜੀ ਧਾਰਨਾ ਆ ਉਹ ਉਸੇ ਤਰੀਕੇ ਦੇ ਨਾਲ ਬਣਦੀ ਜਾ ਰਹੀ ਹੈ ਇੱਕ ਦੂਜੇ ਦੇ ਇਨਸਾਨਾਂ ਦੇ ਪ੍ਰਤੀ। ਤਾਂ ਜਿਵੇਂ ਤੁਸੀਂ ਦੱਸਿਆ, ਸ਼ਾਇਦ ਮੈਨੂੰ ਲੱਗਦਾ ਜਦ ਤੱਕ ਇਹ ਇਨਸਾਨ ਇੱਕ ਸਹੀ ਪਿਕਚਰ ਨਹੀਂ ਦੇਖਣਗੇ, ਸ਼ਾਇਦ ਉਹਨਾਂ ਦਾ ਪੋਲੀਟੀਕਲ ਨਜ਼ਰੀਆ ਵੀ ਨਹੀਂ ਬਦਲੂਗਾ ਤੇ ਲੋਕਾਂ ਨੂੰ ਦੇਖਣ ਦਾ ਨਜ਼ਰੀਆ ਵੀ ਨਹੀਂ ਬਦਲੂਗਾ। ਸ਼ਾਇਦ ਇਹੀ ਮਨਸ਼ਾ ਵੀ ਹੈਗੀ ਆ ਪੋਲੀਟੀਸ਼ੀਅਨਸ ਦੀ। ਦੇਖੋ ਸਾਡੀ ਬੋਲੀ ਇੱਕ ਹੈ, ਪਹਿਰਾਵਾ ਇੱਕ ਹੈ, ਸਕ੍ਰਿਪਟ ਦੇ ਵਿੱਚ ਫਰਕ ਜ਼ਰੂਰ ਸੀ, ਕਿਉਂਕਿ ਉਹ ਸ਼ਾਹਮੁਖੀ 'ਚ ਲਿਖਦੇ ਨੇ, ਅਸੀਂ ਗੁਰਮੁਖੀ 'ਚ ਲਿਖਦੇ ਹਾਂ। ਬੋਲੀ ਸਾਡੀ ਇੱਕ ਹੈ, ਪਹਿਰਾਵਾ ਇੱਕ ਹੈ, ਇਤਿਹਾਸ ਇੱਕ ਹੈ। ਆਪਣੀ ਧਰਤੀ ਦੇ ਦੁਸ਼ਮਣਾਂ ਨਾਲ ਅਸੀਂ ਇਕੱਠੇ ਲੜੇ ਹਾਂ, ਇਕੱਠੇ ਮਰੇ ਹਾਂ, ਤੇ ਇਹ ਸਾਂਝ ਕਦੀ ਖਤਮ ਨਹੀਂ ਹੋ ਸਕਦੀ। ਔਰ ਇਹ ਮੈਨੂੰ ਤੇ ਕਈ ਵਾਰੀ ਲੱਗਦਾ, ਤੁਸੀਂ ਕਰਤਾਰਪੁਰ ਸਾਹਿਬ ਦੀ ਗੱਲ ਕੀਤੀ ਹੈ, ਮੈਨੂੰ ਇਹ ਲੱਗਦਾ ਬਾਬਾ ਨਾਨਕ ਨੇ ਕਿਤੇ ਕ੍ਰਿਸ਼ਮਾ ਕਰਨਾ ਹੈ, ਹੱਦਾਂ ਸਰਹੱਦਾਂ ਸਭ ਖਤਮ ਹੋ ਜਾਣ। ਬਿਲਕੁਲ ਫਿਰ ਉਹੀ ਘੁੱਗ ਵਸਦਾ ਪੰਜਾਬ ਵਸੇਗਾ। ਔਰ ਜੇ ਵਾਹਿਗੁਰੂ ਦੀ ਇਹ ਕਿਰਪਾ ਹੋ ਗਈ ਤੇ ਇਹ ਧਰਤੀ ਦੁਨੀਆ ਦੇ ਉੱਤੇ ਰਾਜ ਕਰੇ, ਕਿਉਂਕਿ ਇਹ ਧਰਤੀ ਬੜੀ ਜ਼ਰਖੇਜ਼ ਧਰਤੀ ਹੈ। ਇਸ ਧਰਤੀ ਨੇ ਬੜੇ ਦੇਸ਼ ਭਗਤ ਪੈਦਾ ਕੀਤੇ ਆ। ਇਸ ਧਰਤੀ ਨਾਲ ਮੋਹ ਰੱਖਣ ਵਾਲਿਆਂ ਨੇ ਆਪਣੀਆਂ ਜਾਨਾਂ ਹੀਲ ਕੇ ਇਸ ਧਰਤੀ ਦਾ ਸਨਮਾਨ ਵਧਾਇਆ। ਤੇ ਇਹੀ ਕੋਸ਼ਿਸ਼ ਸੀ, ਜਿਹੜੇ ਕਹਿੰਦੇ ਸੀ ਨਾ ਵੀ ਚਲੋ ਇਹਨੂੰ ਕੌਮੀ ਆਧਾਰ ਤੇ ਵੰਡ ਲੈਂਦੇ ਆ, ਤੇ ਸਾਨੂੰ ਟੈਗ ਕਰ ਦਿੱਤਾ ਗਿਆ ਹਿੰਦੂ ਭਾਈਚਾਰੇ ਦੇ ਨਾਲ, ਤੇ ਸਾਨੂੰ ਕਿਹਾ ਗਿਆ ਵੀ ਤੁਸੀਂ ਇੱਕ ਵਾਰੀ ਗੋਰੇ ਨੂੰ ਜਾ ਲੈਣ ਦਿਓ, ਅੰਗਰੇਜ਼ ਨੂੰ ਜਾ ਲੈਣ ਦਿਓ, ਤੁਹਾਨੂੰ ਤੁਹਾਡੀ ਮਰਜ਼ੀ ਦਾ ਖਿੱਤਾ ਦੇ ਦਿੱਤਾ ਜਾਏਗਾ। ਜਦੋਂ ਅਸੀਂ
ਹਿੰਦੁਸਤਾਨ ਵਿੱਚ ਆ ਗਏ ਤੇ ਫਿਰ ਸਾਡੇ ਖਿਲਾਫ ਨੋਟੀਫਿਕੇਸ਼ਨ ਹੋ ਗਿਆ ਵੀ ਇਹਨਾਂ ਦਾ ਵਿਸ਼ਵਾਸ ਨਾ ਕਰਿਓ, ਇਹ ਤੇ ਜਰਾਇਮ ਪੇਸ਼ਾ ਕੌਮ ਹੈ, ਇਹ ਤਾਂ ਕ੍ਰਿਮੀਨਲ ਲੋਕ ਨੇ। ਤੇ ਫਿਰ ਬਾਕੀ ਸਾਰੇ ਹਿੰਦੁਸਤਾਨ ਦੇ ਵਿੱਚ ਬੋਲੀਆਂ ਦੇ ਆਧਾਰ ਤੇ ਸੂਬੇ ਬਣ ਗਏ। ਇੱਕ ਪ੍ਰੋਗਰਾਮ ਬਣਿਆ ਵੀ ਜਿੱਥੇ ਜਿਹੜੀ ਬੋਲੀ ਖਿੱਤੇ 'ਚ ਬੋਲੀ ਜਾਂਦੀ ਹੈ ਉਹਦੇ ਹਿਸਾਬ ਨਾਲ ਸੂਬੇ ਬਣਾ ਦੇ, ਤੇ ਪੰਜਾਬ ਨੂੰ ਸੂਬਾ ਹੀ ਨਹੀਂ ਮਿਲਿਆ। 47 ਤੋਂ ਲੈ ਕੇ 66 ਤੱਕ 19 ਸਾਲ ਸੰਘਰਸ਼ ਲੜਿਆ ਪੰਜਾਬੀਆਂ ਨੇ, ਜੇਲ੍ਹਾਂ ਭਰੀਆਂ, ਤੇ ਜੇਲ੍ਹਾਂ ਭਰਨ ਤੋਂ ਬਾਅਦ ਜਿਹੜਾ ਸੂਬਾ ਮਿਲਿਆ ਉਹਦੇ ਚੋਂ ਹਰਿਆਣਾ ਬਾਹਰ ਕੱਢ ਦਿੱਤਾ ਗਿਆ, ਹਿਮਾਚਲ ਬਾਹਰ ਕੱਢ ਦਿੱਤਾ ਗਿਆ, ਤੇ ਇੱਕ ਛੋਟੀ ਜਿਹੀ ਸੂਬੀ ਜੀ ਸਾਨੂੰ ਦੇ। ਇਹ ਬੇਈਮਾਨ ਲੋਕਾਂ ਦੀਆਂ ਗੱਲਾਂ ਨੇ। ਜੇ ਉਸ ਵੇਲੇ ਜਿਹੜੇ ਖਾਲਸੇ ਨੇ ਦਰਾ ਖੈਬਰ ਤੱਕ ਰਾਜ ਕੀਤਾ, ਅਫਗਾਨਿਸਤਾਨ ਉਹਦੇ ਵਿੱਚ ਸੀ, ਉਹਨੂੰ ਤੁਸੀਂ ਇੱਕ ਛੋਟੇ ਜਿਹੇ ਖਿੱਤੇ ਵਿੱਚ ਕੈਦ ਕਰ ਦਿੱਤਾ, ਜਿਹਦੇ ਰਾਜ ਦੇ ਵਿੱਚ ਸਾਰੇ ਹੀ ਸੁਖੀ ਬਸਦੇ ਸੀ। ਤੁਸੀਂ ਉਹਦੇ ਨੂੰ ਰਾਜ ਭਾਗ ਤੱਕ ਕੀ ਦੇਣਾ ਸੀ, ਮਾਨ ਸਨਮਾਨ ਤੱਕ ਕੀ ਦੇਣਾ ਸੀ, ਉਹਦੇ ਹੱਕ ਵੀ ਨਹੀਂ ਦਿੱਤੇ। ਇਹ ਤਰਾਸਦੀ ਹੈ। ਬਿਲਕੁਲ ਭਾਈ ਸਾਹਿਬ ਜੀ। ਹੁਣ ਅਗਰ ਅਸੀਂ ਗੱਲ ਕਰੀਏ ਕਿ ਵੀ ਕਰੰਟ ਪੋਲੀਟੀਕਲ ਸਿਚੁਏਸ਼ਨ ਵੀ ਅਸੀਂ ਗੱਲ ਕਰਦੇ ਕਿ ਜਿਹੜੀ ਇਸ ਟਾਈਮ ਪੋਲੀਟੀਕਲ ਸਿਚੁਏਸ਼ਨ ਉਹ ਵੀ ਸੇਮ ਉਹੀ ਹੈ। ਬਾਹਲਾ ਜ਼ਿਆਦਾ ਸਾਡੇ ਰਾਜਨੀਤਿਕ ਲੋਕਾਂ ਦੇ ਵਿੱਚ ਫਰਕ ਨਹੀਂ ਹੈ, ਉਹਨਾਂ ਦੀ ਸੋਚ ਵਿੱਚ ਫਰਕ ਨਹੀਂ ਹੈ। ਜੋ 1947 ਵਿੱਚ ਸੀਗਾ, ਨਾ ਉਦੋਂ ਉਹਨਾਂ ਦਾ ਵਿਜ਼ਨ ਸੀਗਾ ਤਾਂ ਨਾ ਹੁਣ ਵਿਜ਼ਨ ਹੈਗਾ। ਹੁਣ ਤਾਂ ਕਰਪਸ਼ਨ ਬਹੁਤ ਜ਼ਿਆਦਾ ਵੱਧ ਗਈ ਹੈ, ਤਾਂ ਹੁਣ ਤਾਂ ਉਹ ਸਿੱਖਾਂ ਦੇ ਮੁੱਦਿਆਂ ਤੋਂ ਨਾਲੋਂ ਬਿਲਕੁਲ ਹੀ ਟੁੱਟ ਚੁੱਕੇ ਨੇ। ਤਾਂ ਅਸੀਂ ਫਿਊਚਰ ਕੀ ਦੇਖਦੇ ਹਾਂ? ਅਸੀਂ ਪ੍ਰੋਬਲਮ ਤਾਂ ਜਿੰਨੀ ਮਰਜ਼ੀ ਡਿਸਕਸ਼ਨ ਕਰੀ ਜਾਈਏ ਕਿ ਵੀ ਸਾਡੇ ਨਾਲ ਆਹ ਚੀਜ਼ ਹੋ ਗਈ ਆ, ਮਗਰ ਇਹਦਾ ਹੱਲ ਕੀ ਆ? ਜਾਂ ਅਸੀਂ ਆਪਣੇ ਜੋ ਅਸੀਂ ਚਾਹੁੰਦੇ ਹਾਂ ਕਿ ਜਿੱਦਾਂ ਦਾ ਅਸੀਂ ਪੰਜਾਬ ਚਾਹੁੰਦੇ ਹਾਂ, ਜਿੱਦਾਂ ਦੀ ਅਸੀਂ ਆਪਣੇ ਲੋਕਾਂ ਨੂੰ ਵੱਧਦੇ ਦੇਖਣਾ ਚਾਹੁੰਦੇ ਹਾਂ, ਉਹ ਕਿੱਦਾਂ ਦੇਖਿਆ ਜਾ ਸਕਦਾ? ਪੰਜਾਬ ਦੇ ਮੁੱਦਿਆਂ ਨੂੰ ਮੋਹਰੇ ਕਿੱਦਾਂ ਰੱਖਿਆ ਜਾ ਸਕਦਾ? ਜਿਵੇਂ ਕੱਲ ਅਸੀਂ ਗੱਲ ਕੀਤੀ ਸੀਗੀ ਕਿ ਪੰਜਾਬ ਦੀ ਪੋਲੀਟਿਕਸ ਹੁਣ ਰੀਜਨਲ ਪੋਲੀਟਿਕਸ ਰਹੀ ਨਹੀਂ ਹੈ। ਈਵਨ ਤੋਂ ਸਾਊਥ ਇੰਡੀਆ ਲੈ ਲਓ, ਤਮਿਲਨਾਡੂ, ਵੈਸਟ ਬੰਗਾਲ ਲੈ ਲਓ, ਰਾਜਸਥਾਨ ਲੈ ਲਓ, ਜਾਂ ਹੋਰ ਕਈ ਸਟੇਟਾਂ ਐਸੀਆਂ ਨੇ ਜਿੱਥੇ ਰੀਜਨਲ ਬੇਸਿਸ ਤੇ ਪੋਲੀਟਿਕਸ ਹੁੰਦੀ ਹੈ, ਰੀਜਨਲ ਮੁੱਦਿਆਂ ਤੇ ਹੁੰਦੀ ਹੈ। ਪੰਜਾਬ ਦੇ ਵਿੱਚ ਨੈਸ਼ਨਲ ਮੁੱਦਿਆਂ ਦੇ ਉੱਤੇ ਪੋਲੀਟਿਕਸ ਹੋ ਰਹੀ ਹੈ, ਰੀਜਨਲ ਮੁੱਦਿਆਂ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਆ। ਤਾਂ ਆਪਾਂ ਫਿਊਚਰ ਕਿੱਦਾਂ ਦੇਖਦੇ ਹਾਂ? ਤਾਂ ਇਹਦਾ ਬਦਲਾਵ ਕੀਤਾ ਜਾ ਸਕਦਾ? ਦੇਖੋ, ਦੋ ਗੱਲਾਂ ਨੇ। ਪੰਜਾਬ ਦੀ ਧਰਤੀ ਦੀ ਫਿਤਰਤ ਐਸੀ ਬਣੀ ਰਹੀ ਹੈ, ਪੰਜਾਬ ਦੀ ਧਰਤੀ ਨੂੰ ਸਭ ਤੋਂ ਵੱਧ ਜੇ ਕੋਈ ਰਿਪਰੈਜ਼ੈਂਟ ਕਰਨ ਵਾਲੀ ਰਾਜਨੀਤਿਕ ਪਾਰਟੀ ਬਣੀ ਤਾਂ ਸ਼੍ਰੋਮਣੀ ਅਕਾਲੀ ਦਲ ਸੀ। ਠੀਕ ਹੈ। ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਪਾਰਟੀ ਸੀ ਜਿਹੜੀ ਪੰਜਾਬੀ ਦੇ ਹਿੱਤ ਦੀ ਤੇ ਔਰ ਪੰਥ ਦੇ ਹਿੱਤਾਂ ਦੀ ਪਹਿਰੇਦਾਰੀ ਕਰਦੀ ਸੀ। ਔਰ ਇੱਕ ਐਸਾ ਚਲਨ ਚੱਲਿਆ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ, ਕੁਝ ਟੱਬਰਾਂ ਨੇ ਆਈਡੀਓਲੋਜੀ ਤੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ। ਜਿਵੇਂ ਇੰਦਰਾ ਦੇ ਪਰਿਵਾਰ ਨੇ ਕਾਂਗਰਸ ਦੀ ਆਈਡੀਓਲੋਜੀ ਤੇ ਕਬਜ਼ਾ ਕੀਤਾ, ਇਸੇ ਤਰ੍ਹਾਂ ਲਾਲੂ ਦੇ ਪਰਿਵਾਰ ਨੇ ਉਹਦੀ ਪਾਰਟੀ ਦੀ ਆਈਡੀਓਲੋਜੀ ਦੇ ਉੱਤੇ ਕਬਜ਼ਾ ਕੀਤਾ, ਇਸੇ ਤਰ੍ਹਾਂ ਮੁਲਾਇਮ ਸਿੰਘ ਦੀ ਪਾਰਟੀ ਨੇ ਉਹਦੀ ਆਈਡੀਓਲੋਜੀ ਤੇ ਕਬਜ਼ਾ ਕਰ ਲਿਆ। ਪਾਰਟੀ ਆਈਡੀਓਲੋਜੀ ਖਤਮ ਕਰਤੀ, ਆਪਣੇ ਟੱਬਰਾਂ ਤੱਕ ਸੀਮਤ ਕਰ ਲਿਆ। ਇਸੇ ਤਰ੍ਹਾਂ ਚੁਟਾਲਿਆਂ ਦੀ ਪਾਰਟੀ ਨੇ, ਚੁਟਾਲਿਆਂ ਨੇ ਕੀਤਾ, ਲੋਕਾਂ ਨੂੰ ਪਰੇ ਕਰ ਦਿੱਤਾ, ਪੁੱਤ ਭਤੀਜੇ ਸਾਰੇ ਅੱਗੇ ਲਿਆ। ਏਦਾਂ ਹੀ ਫਾਰੂਕ ਅਬਦੁੱਲਾ ਨੇ ਕੀਤਾ, ਏਦਾਂ ਹੀ ਪੰਜਾਬ ਦੇ ਵਿੱਚ ਬਾਦਲਾਂ ਨੇ ਕੀਤਾ। ਜੇ ਮੁੱਖ ਮੰਤਰੀ ਬਣਨਾ ਤੇ ਵੱਡਾ ਬਾਦਲ, ਜੇ ਉਪ ਮੁੱਖ ਮੰਤਰੀ ਬਣਨਾ ਤੇ ਛੋਟਾ ਬਾਦਲ, ਜੇ ਅਕਾਲੀ ਦਲ ਦਾ ਪ੍ਰਧਾਨ ਬਣਨਾ ਤੇ ਵੱਡਾ ਬਾਦਲ, ਸਰਪ੍ਰਸਤ ਵੱਡਾ ਬਾਦਲ, ਪ੍ਰਧਾਨ ਛੋਟਾ ਬਾਦਲ, ਸਾਲਾ ਵੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਤੇ ਜਿਹੜਾ ਭਣੋਈਆ ਉਹ ਜੂਨੀਅਰ ਆਪਣਾ ਜਨਰਲ ਸੈਕਟਰੀ। ਏਦਾਂ ਦਾ ਜਦੋਂ ਚੱਲਣ ਚੱਲਿਆ, ਇਹਦੇ ਨਾਲ ਆਈਡੀਓਲੋਜੀਕਲ ਪੋਲੀਟਿਕਸ ਖਤਮ ਹੋ ਗਈ, ਟੱਬਰਾਂ ਦੀ ਪੋਲੀਟਿਕਸ ਸ਼ੁਰੂ ਹੋ ਗਈ। ਤੇ ਬੇਸ਼ੱਕ ਇਹ ਪੋਲੀਟਿਕਸ ਫੇਲ ਵੀ ਹੋਈ। ਅੱਜ ਜਿੰਨਿਆਂ ਦਾ ਮੈਂ ਜ਼ਿਕਰ ਕੀਤਾ, ਸਾਰੇ ਗਲੀਆਂ ਦੀ ਖਾਕ ਛਾਣ ਰਹੇ, ਕਿਸੇ ਦੇ ਪੱਲੇ ਕੱਖ ਨਹੀਂ ਰਿਹਾ, ਕਿਉਂਕਿ ਲੋਕਾਂ ਦਾ ਸਮਰਥਨ ਖਤਮ ਹੋ ਗਿਆ। ਟੱਬਰਾਂ ਦੀਆਂ ਕੀਤੀਆਂ ਗਲਤੀਆਂ ਲੋਕ ਭੁਗਤ ਰਹੇ। ਇਹ ਬੜੀ ਚਿਰ ਤਾਂ ਸਮਝ ਹੀ ਨਹੀਂ ਲੱਗਾ, ਪੰਜਾਬੀਆਂ ਨੂੰ ਸਮਝ ਨਹੀਂ ਲੱਗਾ। ਪੰਜਾਬ ਕਹਿੰਦਾ ਰਿਹਾ, ਉਹ ਤਾਂ ਏਦਾਂ ਦੇ ਵੀ ਬੰਦੇ ਸੁਣੇ ਅਸੀਂ ਜਿਹੜੇ ਕਹਿੰਦੇ ਵੋਟ ਤਾਂ ਤੱਕੜੀ ਨੂੰ ਪਾਵਾਂਗੇ ਜੀ, ਤੱਕੜੀ ਪੰਥ ਹੈ। ਹੁਣ ਉਹਨਾਂ ਨੂੰ ਪਤਾ ਲੱਗਾ ਵੀ ਤੱਕੜੀ ਪੰਥ ਨਹੀਂ ਹੈ, ਤੱਕੜੀ ਤੇ ਬਾਦਲ ਪਰਿਵਾਰ ਹੈ। ਅਸੀਂ ਇੱਕ ਪਰਿਵਾਰ ਨੂੰ ਤਕੜਾ ਕਰਦੇ ਰਹੇ, ਪੰਥ ਨੂੰ ਤਾਂ ਤਕੜਾ ਕੀਤਾ ਹੀ ਨਹੀਂ। ਹੁਣ ਜਦੋਂ ਉਹਨਾਂ ਨੂੰ ਸਮਝ ਲੱਗੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋ ਗਈ ਤੇ ਇਹ ਇਹਨਾਂ ਦੇ ਰਾਜ ਵਿੱਚ ਹੋ ਗਈ, ਇਹ ਉੱਥੇ ਅਫਸੋਸ ਵੀ ਨਹੀਂ ਪ੍ਰਗਟ ਕਰਨ ਗਏ। ਫਿਰ ਉਹਨਾਂ ਨੂੰ ਪਤਾ ਲੱਗਾ ਵੀ ਨਹੀਂ, ਇਹ ਤਾਂ ਪਖੰਡਬਾਜ਼ੀ ਸੀ। ਤੇ ਹੁਣ ਲੋਕ ਕਿਉਂਕਿ ਸਮਝਣਾ ਸ਼ੁਰੂ ਹੋ ਗਏ, ਹੁਣ ਤਬਦੀਲੀ ਵੀ ਆਏਗੀ, ਪਰ ਟਾਈਮ ਲੱਗੇਗਾ, ਥੋੜਾ ਜਿਹਾ ਹੋਰ ਟਾਈਮ ਇਸ ਤਰ੍ਹਾਂ ਲੱਗੇਗਾ। ਦੇਖੋ, ਮੈਂ ਇਸ ਗੱਲ ਦਾ ਹਮੇਸ਼ਾ ਹੀ ਹਾਮੀ ਹਾਂ। ਮੈਂ ਹੁਣ ਜਿੰਨੇ ਵੀ ਬਦਲ ਸਾਹਮਣੇ ਆਏ, ਮੇਰੇ ਸਾਰੇ ਸੰਪਰਕ ਵਿੱਚ ਰਹਿੰਦੇ ਆ, ਮੈਨੂੰ ਫੋਨ ਵੀ ਕਰਦੇ ਰਹਿੰਦੇ ਆ, ਕੋਈ ਇੱਧਰ ਨੂੰ ਖਿੱਚਦਾ, ਕੋਈ ਇੱਧਰ ਨੂੰ ਖਿੱਚਦਾ। ਮੈਂ ਇਸ ਵਿਊ ਪੁਆਇੰਟ ਤੇ, ਮੇਰਾ ਵਿਊ ਪੁਆਇੰਟ ਇਹ ਹੈ ਵੀ ਦੇਖੋ,
ਬੰਦੇ ਉਹੀ ਆ, ਤੁਸੀਂ ਕਦੀ ਛੱਡ ਕੇ ਆ ਜਾਂਦੇ, ਕਦੀ ਭੱਜ ਕੇ ਆ ਜਾਂਦੇ, ਹੋਰ ਤਾਂ ਕੋਈ ਮਤਲਬ ਕੋਈ ਹੈ ਨਹੀਂ। ਮੈਨੂੰ ਇੱਕ ਲੀਡਰ ਕਹਿਣ ਲੱਗਾ ਜੀ ਦੇਖੋ, ਮੈਂ ਕਿਹਾ ਦੇਖ ਭਾਈ ਤੇਰਾ ਮੇਰਾ ਫਰਕ ਬਹੁਤ ਹੈ, ਮੈਂ ਤੇਰੇ ਨਾਲ ਕਿਵੇਂ ਆ ਸਕਦਾ? ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਤੋਂ ਬਾਅਦ ਮਿਲੇ ਹੋਏ ਅਹੁਦਿਆਂ ਨੂੰ ਲੱਤ ਮਾਰ ਕੇ ਆਇਆ, ਤੇ ਤੁਸੀਂ ਇਸ ਕਰਕੇ ਛੱਡ ਕੇ ਆਏ ਵੀ ਤੁਹਾਨੂੰ ਅਹੁਦੇ ਨਹੀਂ ਮਿਲੇ। ਮੈਂ ਆਪਣਾ ਦੋਨਾਂ ਦਾ ਹੋ ਨਹੀਂ ਸਕਦਾ। ਮੈਨੂੰ ਕਹਿੰਦੇ ਕਿਵੇਂ ਚੱਲ ਸਕਦਾ? ਮੈਂ ਕਿਹਾ ਇੱਕ ਤਰੀਕਾ ਹੈਗਾ ਵੀ ਆਪਾਂ ਸਾਰੇ ਇਕੱਠੇ ਚੱਲਦੇ ਹਾਂ, ਪਰ ਆਪਾਂ ਐਲਾਨ ਕਰੀਏ ਵੀ ਸਾਡੇ ਵਿੱਚੋਂ ਜਿਹੜੇ 15-20 ਆ, ਮੈਂ ਕਿਹਾ ਤੁਸੀਂ ਤਾਂ ਕੋਈ ਮੰਤਰੀ ਰਿਹਾ, ਕੋਈ ਪਾਰਲੀਮੈਂਟ ਦਾ ਮੈਂਬਰ ਰਿਹਾ, ਬੜਾ ਆਨੰਦ ਮਾਣਿਆ ਕੁਰਸੀਆਂ ਦਾ, ਪੈਨਸ਼ਨਾਂ ਵੀ ਲਵਾਈਆਂ, ਮੈਨੂੰ ਤਾਂ ਕੋਈ ਪੈਨਸ਼ਨ ਨਹੀਂ ਲੱਗੀ, ਤੇ ਨਾ ਮੈਂ ਕੋਈ ਰਾਜਸੀ ਜੀਵਨ ਦੇ ਵਿੱਚ ਕੋਈ ਏਦਾਂ ਦੀ ਗੱਲ ਕੀਤੀ ਹੈ। ਤੇ ਮੈਂ ਕਿਹਾ ਏਦਾਂ ਕਰਦੇ ਹਾਂ, ਜੇ ਇਕੱਠੇ ਹੋਣਾ ਨਾ, ਜੇ ਪੰਜਾਬ ਬਚਾਉਣਾ, ਫਿਰ ਏਦਾਂ ਕਰਦੇ ਹਾਂ ਤੇ ਆਪਾਂ 20-25 ਜਣੇ ਇਕੱਠੇ ਹੋ ਕੇ ਇਹ ਐਲਾਨ ਕਰੀਏ ਵੀ ਅਸੀਂ ਕੋਈ ਚੋਣ ਨਹੀਂ ਕਰਾਂਗੇ, ਅਸੀਂ ਜਥੇਬੰਦਕ ਕੰਮ ਕਰਾਂਗੇ, ਪਰਖਿਆਂ ਨੂੰ ਬਾਰ-ਬਾਰ ਨਹੀਂ ਪਰਖਾਂਗੇ, ਨਵੀਆਂ ਸੰਭਾਵਨਾਵਾਂ ਨੂੰ ਮੂਹਰੇ ਲੈ ਕੇ ਆਵਾਂਗੇ, ਨਵੇਂ ਬੱਚਿਆਂ ਨੂੰ, ਨਵੇਂ ਬੱਚੇ ਪੜ੍ਹੇ ਲਿਖੇ ਆ, ਸਾਡੇ ਨਾਲੋਂ ਵੱਧ ਸਿਆਣੇ ਆ, ਦੁਨੀਆ ਦੇ ਸਾਰੀ ਨੂੰ ਸਮਝ ਰਹੇ ਆ, ਸਾਡੀ ਕੌਮ ਤੇ ਹਮਲੇ ਕਿਵੇਂ ਹੋ ਰਹੇ ਆ, ਉਹਨਾਂ ਨੂੰ ਰੋਕਣਾ ਕਿਵੇਂ ਆ, ਉਹਨਾਂ ਨੂੰ ਸਾਰਾ ਪਤਾ। ਉਹਨਾਂ ਨੂੰ ਲਿਆਵਾਂਗੇ ਅੱਗੇ ਤੇ ਉਹਨਾਂ ਨੂੰ ਹੀ MLA ਬਣਾਈਏ, ਉਹਨਾਂ ਨੂੰ ਵਜ਼ੀਰ ਬਣਾਈਏ, ਉਹਨਾਂ ਨੂੰ ਸ਼੍ਰੋਮਣੀ ਕਮੇਟੀ ਸੰਭਾਲੀਏ, ਫੇਰ ਇਹ ਭਲਾ ਹੋ ਸਕਦਾ। ਨਹੀਂ ਤਾਂ ਇਹ ਧੜਿਆਂ ਦੀ ਜੇਲ੍ਹਣ ਵਿੱਚ ਫਸੀ ਕੌਮ ਨਿਕਲ ਹੀ ਨਹੀਂ ਸਕਦੀ। ਕਿਸੇ ਦਾ ਵੱਡਾ ਧੜਾ ਹੋ ਜਾਂਦਾ, ਕਿਸੇ ਦਾ ਛੋਟਾ ਧੜਾ ਹੋ ਜਾਂਦਾ। ਆ ਹੁਣ ਤੁਸੀਂ, ਤੁਹਾਡੇ ਸਾਹਮਣੇ ਐਗਜ਼ਾਮਪਲ ਹੈ, ਢੀਂਡਸਾ ਸਾਹਿਬ ਛੱਡ ਕੇ ਆ ਗਏ ਬਾਦਲ ਸਾਹਿਬ ਨੂੰ। ਉਹਨਾਂ ਨੂੰ ਕਈ ਬੰਦੇ, ਜਿੱਦਾਂ ਸਾਡੇ ਪੰਜਾਬ 'ਚ ਨਾ ਇੱਕ ਉਹ ਕਹਾਣ ਪਾਉਂਦੇ ਆ ਵੀ ਜੇ ਕਿਸੇ ਦੀ ਮੱਝ ਖਲਾਉਣੀ ਹੋਵੇ ਨਾ, ਸੰਗਲ ਕੋਲੋਂ ਦੇ ਦਿਓ। ਤੇ ਜਿਸ ਦਿਨ ਉਹਨਾਂ ਨੇ ਪਾਰਟੀ ਲਾਂਚ ਕੀਤੀ, ਸਾਰੇ ਹੀ ਚਲੇ ਗਏ, ਰਾਮੂ ਵਾਲੀਆ ਵੀ ਚਲੇ ਗਿਆ, ਸੇਵਾ ਸਿੰਘ ਸੇਖਵਾਂ ਵੀ ਚਲੇ ਗਿਆ, ਹੋਰ ਵੀ ਕਈ ਚਲੇ ਗਏ, ਪਰੰਤੂ ਪਾਰਟੀ ਭੰਗ ਨਹੀਂ ਕੀਤੀ ਕਿਸੇ ਨੇ। ਕਿਸੇ ਨੇ ਇਹ ਨਹੀਂ ਕਿਹਾ ਵੀ ਮੈਂ ਤਿਆਗ ਕਰਕੇ ਆਇਆ ਜੀ, ਆਪਾਂ ਇੱਕ ਵਿਧਾਨ, ਇੱਕ ਪ੍ਰਧਾਨ, ਇੱਕ ਸੰਵਿਧਾਨ ਬਣਾ ਕੇ ਚੱਲਾਂ। ਕਾਰਪੋਰੇਸ਼ਨਾਂ, ਟਰਾਂਸਪੋਰਟਾਂ ਉਨੀਆਂ ਹੀ ਤੁਰੀਆਂ ਫਿਰਦੀਆਂ, ਮਤਲਬ ਕਿਸੇ ਨੇ ਪੂਰੀ ਨਹੀਂ, ਕੋਈ ਇਹ ਨਹੀਂ ਕਿਹਾ ਵੀ ਮੈਂ ਆਪਣਾ, ਚਾਹੇ ਕਿਸੇ ਕੋਲ ਰਿਕਸ਼ੇ ਦੀਆਂ ਸਵਾਰੀਆਂ, ਚਾਹੇ ਕਿਸੇ ਕੋਲ ਜਹਾਜ਼ ਦੀਆਂ ਸਵਾਰੀਆਂ, ਪਰ ਆਪਣਾ ਦਲ ਨਹੀਂ ਕਿਸੇ ਨੇ ਭੰਗ। ਜਦੋਂ ਤੱਕ ਇਹ ਤਿਆਗ ਨਹੀਂ ਹੁੰਦਾ, ਜਦੋਂ ਤੱਕ ਨੌਜਵਾਨੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ, ਨੌਜਵਾਨੀ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਹੁਣ ਲੀਡਰ ਕਿੱਥੋਂ ਬਣਨਗੇ ਜੀ? ਪੰਜਾਬ ਨੂੰ ਕੌਣ ਬਚਾਏਗਾ? ਟੱਬਰਾਂ ਦਾ ਕਬਜ਼ਾ ਹੈ, ਵੱਡੇ ਟੱਬਰ ਨੇ ਵੱਡਾ ਹਿੱਸਾ ਲੈ ਲਿਆ ਰਾਜਨੀਤੀ, ਛੋਟੇ ਨੇ ਛੋਟਾ ਲੈ ਲਿਆ। ਤੁਹਾਡੇ ਵਰਗੇ ਜਿਹੜੇ ਪ੍ਰਤਿਭਾਵਾਨ ਨੌਜਵਾਨ ਹੈ, ਉਹਨਾਂ ਨੂੰ ਕਿੱਥੋਂ ਮੌਕਾ ਮਿਲੇਗਾ ਅੱਗੇ ਆਉਣ? ਉਹਨਾਂ ਨੂੰ ਲਿਆਉਣ ਦੀ ਲੋੜ ਹੈ। ਜਦੋਂ ਤੱਕ ਉਹ ਦਰਦ ਸਮਝਣ ਵਾਲੇ ਲੋਕ ਅੱਗੇ ਨਹੀਂ ਆਉਂਦੇ, ਜਿਨ੍ਹਾਂ ਦਾ ਨਿਸ਼ਾਨਾ ਪੰਜਾਬ ਬਚਾਉਣਾ ਹੋਵੇ, ਆਪਣੀਆਂ ਬੱਸਾਂ ਤੇ ਹੋਟਲ ਬਣਾਉਣਾ ਨਾ ਹੋਵੇ, ਫਿਰ ਪੰਜਾਬ ਬਚ ਸਕਦਾ। ਤੇ ਜੇ ਬਣ ਕੇ ਇਹੀ ਹੋਵੇ ਵੀ ਮੈਂ 5 ਪੈਨਸ਼ਨਾਂ ਲੈਣੀਆਂ, ਮੈਂ 7 ਪੈਨਸ਼ਨਾਂ ਲੈਣੀਆਂ, ਅੱਗੇ ਹੋਟਲ ਮੇਰੇ 4 ਸੀ, ਹੁਣ ਮੈਂ 10 ਬਣਾਉਣੇ ਆ, ਅੱਗੇ ਬੱਸ ਮੇਰੀ 150 ਸੀ, ਹੁਣ ਮੈਂ 1000 ਬਣਾਉਣੀ ਆ, ਤੇ ਫਿਰ ਪੰਜਾਬ ਦਾ ਭਲਾ ਕਿੱਥੋਂ ਹੋ ਸਕਦਾ? ਦੁੱਖ ਤਾਂ ਇਹੀ ਹੈ। ਬਿਲਕੁਲ ਜੀ। ਇਹ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ, ਕਿ ਮੈਨੂੰ ਲੱਗਦਾ ਹੈ ਕਿ ਇਹ ਨਿਚੋੜ ਹੈ ਇਸ ਚੀਜ਼ ਦਾ, ਇਸ ਗੱਲ ਦਾ। ਜੇ ਸਾਡੇ ਦਰਸ਼ਕ ਇਸ ਚੀਜ਼ ਨੂੰ ਸਮਝਣ, ਜਾਂ ਸਾਡੇ ਜਿਹੜੇ ਪੋਲੀਟੀਸ਼ੀਅਨ ਹੈ ਉਹਨਾਂ ਨੇ ਖੈਰ ਮੰਨਣਾ ਹੀ ਨਹੀਂ, ਬਟ ਇਹ ਇੰਪਲੀਮੈਂਟ ਤਾਂ ਦਰਸ਼ਕਾਂ ਨੂੰ ਕਰਨਾ ਪੈਣਾ। ਹੁਣ ਅਸੀਂ ਆਸਟ੍ਰੇਲੀਆ ਵਿੱਚ ਰਹਿੰਦੇ ਹਾਂ ਜੀ। ਆਸਟ੍ਰੇਲੀਆ ਵਿੱਚ ਪਿਛਲੇ ਮੈਂ ਕਹਾਂ 5-6 ਸਾਲ ਦੇ ਵਿੱਚ ਅਸੀਂ 3-4 ਪ੍ਰਧਾਨ ਮੰਤਰੀ ਬਦਲਦੇ ਦੇਖੇ ਨੇ। ਲੀਡਰ ਜਦੋਂ ਇਲੈਕਸ਼ਨ ਹੁੰਦੀ ਹੈ, ਜਿਹੜੀ ਪਾਰਟੀ ਹਾਰ ਜਾਂਦੀ ਹੈ, ਉਹਦਾ ਜਿਹੜਾ ਲੀਡਰ ਉਹ ਅਸਤੀਫਾ ਦੇ ਜਾਂਦਾ ਆ। ਬਹੁਤ ਸਾਰੇ ਪ੍ਰਧਾਨ ਮੰਤਰੀ ਅਸੀਂ ਦੇਖੇ ਨੇ ਜਿਹੜੇ ਪੋਲੀਟਿਕਸ ਵੀ ਛੱਡ ਗਏ। ਉਹ ਜਦੋਂ ਉਹ ਹਾਰ ਗਏ ਇਲੈਕਸ਼ਨ, ਉਸ ਤੋਂ ਬਾਅਦ ਉਹ ਰਾਜਨੀਤੀ ਛੱਡ ਗਏ। ਮਤਲਬ ਅਗਰ ਮੈਂ ਕਹਾਂ ਸਾਡੇ ਪਿਛਲੇ 14-15 ਸਾਲਾਂ ਦੇ ਵਿੱਚ ਅਸੀਂ ਕਿੰਨੇ ਹੀ ਲੋਕ ਜਿਹੜੇ ਨੇ ਰਾਜਨੀਤੀ ਦੇ ਵਿੱਚ, ਜਿਹੜੇ ਉਦੋਂ ਐਕਟਿਵ ਹੁੰਦੇ ਸੀ, ਕਿ ਹੁਣ ਬਿਲਕੁਲ ਇਨਐਕਟਿਵ ਹੋ ਕੇ ਆਪਣੇ ਪੁਰਾਣੇ ਕਾਰੋਬਾਰਾਂ ਵਿੱਚ ਵਾਪਸ ਜਾ ਚੁੱਕੇ ਨੇ। ਔਰ ਸੇਮ ਚੀਜ਼ ਅਸੀਂ ਅਮਰੀਕਾ 'ਚ ਦੇਖਦੇ ਹਾਂ। 2 ਟਰਮ ਤੋਂ ਬਾਅਦ ਕੋਈ ਰਾਸ਼ਟਰਪਤੀ ਨਹੀਂ ਬਣ ਸਕਦਾ, ਜਾਂ ਹੋਰ ਵੀ ਮੁਲਕਾਂ ਦੇ ਵਿੱਚ ਅਸੀਂ ਦੇਖਦੇ ਕਿ ਜਿਹੜੀ ਰਾਜਨੀਤੀ ਆ ਉਹ ਇੱਕ ਚੇਂਜਿੰਗ ਪ੍ਰੋਸੈਸ ਦੇ ਨਾਲ ਚੱਲਦੀ ਹੈ। ਕਿ ਜਿੰਨਾ ਕੁ ਬੰਦੇ ਕੋਈ ਮੰਨਿਆ ਜਾਂਦਾ ਕਿ ਇਹਦੇ ਕੋਲ ਦੇਣ ਦੇ ਲਈ ਉਨਾ ਕਿਹਾ, ਇਹਦੇ ਕੋਲ ਆਈਡੀਆਜ਼ ਉਨੇ ਕੁ ਨੇ, ਇਹਦੇ ਕੋਲ એનર્ਜੀ ਉਨੀ ਹੈ, ਉਹ ਇਹਨੇ 2-4-5 ਸਾਲ ਜਾਂ 6 ਸਾਲ ਦੇ ਵਿੱਚ ਦੇਤੀ ਆ। ਹੁਣ ਇੱਕ ਨਵੀਂ ਆਈਡੀਓਲੋਜੀ, ਨਵੀਂ ਰਾਜਨੀਤੀ, ਨਵੀਂ ਲੀਡਰਸ਼ਿਪ ਲਿਆਂਦੀ ਜਾਵੇ। ਗੁਰਿੰਦਰ ਭਾਜੀ, ਇੱਕ ਮੈਂ ਇੱਥੇ ਤੁਹਾਡੇ ਨਾਲ ਐਡ ਕਰਦੇ ਹਾਂ ਥੋੜੀ ਜੀ। ਹਾਂਜੀ, ਭੌਲ ਸਾਹਿਬ ਹੋਣਾ ਨਾਲ ਬੜੀ ਢੁੱਕਦੀ ਆ, ਕਿਉਂਕਿ ਮੈਂ ਕਿਹਾ ਸੀ ਨਾ, ਵੈਰੀ ਹਾਰਡ ਟੂ ਫਾਈਂਡ ਏਦਾਂ ਦੇ ਕੌਮੀ ਜਿਹੜੇ ਲੀਡਰ ਆ ਤੇ ਡੈਡੀਕੇਟਡ ਟੂ ਕਾਜ਼, ਪੰਥਕ ਕਾਜ਼। ਉਹ ਏਦਾਂ ਆ ਵੀ ਜਿੰਨੇ ਆਪਣੇ ਲੀਡਰ ਭਾਜੀ, ਜਦੋਂ ਨਾ ਅਮਰੀਕਾ ਹੋਵੇ, ਇਹ ਹੈਗੀ ਡੈਮੋਕ੍ਰੇਸੀ। ਮੈਂ ਹੋਰ ਇੱਕ ਟੌਪਿਕ ਜਾਣਾ ਚਾਹੁੰਦਾ ਸੀ, ਰੀਅਲ ਡੈਮੋਕ੍ਰੇਸੀ ਸਾਨੂੰ ਵੀ ਨਹੀਂ ਸੀ ਪਤਾ, ਪੜੀ ਬਥੇਰੀ, ਸੁਣੀ ਬਥੇਰੀ ਇੰਡੀਆ। ਜਦੋਂ ਬਾਹਰ ਆਏ, ਹੁਣ ਰਹੇ ਆ, ਤਾਂ ਹੁਣ ਪਤਾ ਲੱਗਾ ਡੈਮੋਕ੍ਰੇਸੀ ਟੂ ਬਿਗ ਥਿੰਗ, ਬਿਗ ਡਿਫਰੈਂਸ ਦੈਨ ਇੰਡੀਆ। ਇੰਡੀਆ ਟੋਟਲੀ ਡਿਕਟੇਟਰਸ਼ਿਪ ਆ, ਡੈਮੋਕ੍ਰੇਸੀ ਦਾ ਪਰਦਾ ਪਾਇਆ ਹੋਇਆ, ਟੋਟਲੀ ਉਹਨਾਂ ਦੀਆਂ ਮਰਜ਼ੀਆਂ ਚੱਲਦੀਆਂ, ਆਪਣੀ ਮਰਜ਼ੀ ਦੇ ਅਫਸਰ। ਹੁਣ ਮੈਂ ਭਾਜੀ ਦੱਸਦਾ, ਜਿਹੜੀ ਤੁਹਾਡੀ ਗੱਲ ਦੇ ਨਾਲ ਬਈ ਇਹ ਆਪਣੀ ਨੈਤਿਕਤਾ ਭਾਜੀ ਸਮਝਦੇ ਆ, ਆਪਣੀ ਬੇਇੱਜ਼ਤੀ ਸਮਝਦੇ ਆ। ਜੇ ਪਾਰਟੀ ਹਾਰ ਗਈ ਤਾਂ ਉਹ ਕਹਿੰਦੇ ਆ ਅਸੀਂ ਮਨੁੱਖੀ ਤੌਰ ਤੇ ਆਪਣਾ ਉਹ
ਸੁਭਾਅ ਮੰਨਦੇ ਆ ਵੀ ਅਸੀਂ ਉਹਨੂੰ ਸਾਨੂੰ ਛੱਡ ਦੇਣਾ ਚਾਹੀਦਾ। ਜਿੱਦਾਂ ਹੁਣ ਸ਼ਰਾਬ ਇੰਨੀ ਹੋਈ ਆ, ਆਪਣੇ ਆਪ ਉਹ ਬੰਦੇ ਨੂੰ ਰਿਜ਼ਾਈਨ ਕਰਨਾ ਚਾਹੀਦਾ ਵੀ ਮੇਰੀ ਗਲਤੀਆਂ, ਇੰਨੇ ਬੰਦੇ ਮਾਰੇ ਗਏ। ਜਾਂ ਉਹ ਪਛਚਾਤਾਪ ਕਰਦੇ ਆ, ਇਹ ਉਹ ਜੇ ਹਾਰ ਜਾਂਦੇ ਉਹ ਜੇ ਜਿੰਨੇ ਜੇ ਸਰੂਪਾਂ ਦੀ ਬੇਅਦਬੀ ਹੋਈ ਉਹ ਪਛਚਾਤਾਪ ਕਰਦੇ ਆ, ਛੱਡੋ ਪਰੇ ਸਭ ਕੁਝ। ਇਹ ਬੰਦੇ ਦਾ ਭਾਜੀ ਬੇਸ਼ਰਮੀ ਦੀ ਹੱਦ ਟੱਪ ਚੁੱਕੇ ਜਿਹੜੇ ਲੀਡਰ ਆ। ਕੱਲਾ ਪੈਸਾ ਧਰਮ ਕੁਛ ਨਹੀਂ। ਜਦੋਂ ਸੀਟ ਤੇ ਆ ਜਾਂਦੇ ਆ, ਮੈਂ ਦੇਖਿਆ ਪ੍ਰੌੜ ਅਕਾਲੀ ਦਲ ਜਿਹੜੇ ਕਹਿੰਦੇ ਪੁਰਾਣੇ ਅਕਾਲੀ ਦਲ ਮਰਨਾ ਅਕਾਲੀ ਆ, ਉਹ ਵੀ ਇਹ ਕਹਿੰਦੇ ਆ ਜਦੋਂ ਬਾਦਲ ਆਇਆ ਖੜਾ, ਜਦੋਂ ਬਾਦਲ ਆ ਗਿਆ ਦੈਟਸ ਇਟ, ਇਹਦਾ ਮਤਲਬ ਰਾਜ ਆ ਗਿਆ ਸਿੱਖਾਂ ਦਾ, ਤੁਹਾਡਾ ਸਭ ਕੁਝ ਸੋਲਵ ਹੋ ਗਿਆ। ਨਥਿੰਗ, ਕਦੀ ਨਹੀਂ ਹੋਇਆ। ਭਾਵੇਂ 50 ਵਾਰੀ ਹੋਰ ਬਣ ਜਾਵੇ, ਇਹ ਜਨ ਨਥਿੰਗ ਟੂ ਡੂ ਦਾ ਕੌਮ, ਨਥਿੰਗ ਟੂ ਪੰਜਾਬੀ। ਇਹ ਸਮਝੀ ਜਾਂਦੇ ਜੋ 25 ਵਾਰੀ ਬਣਿਆ ਕੋਈ ਯੋਗਤਾ ਹੋਣੀ, ਝੂਠੀ ਯੋਗਤਾ ਉਹਦੀ ਸਾਰੀ ਝੂਠੀ ਆ, ਗੁੰਮਰਾਹ ਕਰਕੇ ਖਾ ਗਿਆ ਉਹ ਲੀਡਰ ਕੌਮ ਨੂੰ। ਉਹ ਮੈਂ ਅਸਲੀਅਤ ਕਹਿੰਦੀ ਹਾਂ, ਜਿੱਦਾਂ ਗੱਲ ਛੇੜੀ ਨਾ ਜਿਹੜੀ ਨੈਤਿਕ ਦੇ ਲੀਡਰਾਂ ਦੀ, ਉਹ ਨਹੀਂ ਹੈਗੀ, ਬਿਲਕੁਲ ਵੀ ਹੈ ਨਹੀਂ ਭਾਜੀ। ਬਿਲਕੁਲ ਨੈਤਿਕਤਾ ਦੀ ਗੱਲ ਬਿਲਕੁਲ ਚੇਂਜ ਆਫ ਲੀਡਰਸ਼ਿਪ ਬਹੁਤ ਜ਼ਰੂਰੀ ਹੈ। ਨਵੇਂ ਬੰਦਿਆਂ ਨੂੰ ਸਾਹਿਬ ਨੇ ਰਿਜ਼ਾਈਨ ਕੀਤਾ ਸੀਗਾ ਆਪ, ਇਹਨਾਂ ਨੂੰ ਕਿਸੇ ਨੇ ਖੱਟਿਆ ਨਹੀਂ, ਕੁਛ ਨਹੀਂ। ਆਪਣੇ ਬੜੀ ਬੇਇੱਜ਼ਤੀ ਸਮਝਦੇ ਆ, ਜੇ ਕਿਸੇ ਨੂੰ ਫਾਇਰ ਕਰਤਾ, ਸ਼ੂਟ ਕਰਤਾ, ਅਗਲਾ ਕਹਿੰਦਾ ਮੈਂ ਰਿਜ਼ਾਈਨ ਮਤਲਬ ਇਹਨਾਂ ਨੇ ਕੌਮਾਂ ਨੂੰ, ਕੌਮ ਸਾਰੀ ਨੂੰ ਇਕੱਠੀ ਰੱਖਣ ਲਈ ਤਾਂ ਹੁਣ ਵੀ ਬਿਆਨ ਦਿੱਤਾ। ਜਿੱਦਾਂ ਹੁਣ ਮੋਦੀ ਨੇ ਭਾਜੀ ਬਿਆਨ ਦੇ ਦਿੱਤਾ, ਆਪਾਂ ਗੱਲ ਬਟਵਾਰੇ, ਇਹ ਵੀ ਬਟਵਾਰਾ ਹੀ ਆ, ਸਿਧਾਂਤਕ ਤੌਰ ਤੇ ਸਿੱਖਾਂ ਦੇ ਵਿੱਚ ਬਟਵਾਰੇ ਦੀ ਗੱਲ ਉਹਨੇ ਛੱਡ ਦਿੱਤੀ ਆ। ਹੁਣ ਤੁਸੀਂ ਕਿੱਦਾਂ ਬਚਣਾ ਆ? ਆਪਸੀ ਜਿੱਦਾਂ ਮਿਸਲਾਂ ਇਕੱਠੀਆਂ ਹੋ ਕੇ ਚੱਲਦੀਆਂ ਸੀ ਸਾਰੀਆਂ, ਏਦਾਂ ਦੇ ਲੀਡਰ ਚਾਹੀਦੇ ਆ ਜਿਨ੍ਹਾਂ ਨੇ ਕਿ ਸਾਰਿਆਂ ਨੂੰ ਸਵੈ ਪੜਚੋਲ ਕਰਕੇ ਅੱਗੇ ਆਣਾ। ਇਹ ਭੌਰ ਸਾਹਿਬ ਹੁਣ ਦੱਸ ਸਕਦੇ, ਇਹਨਾਂ ਦਾ ਤਜਰਬਾ ਬਹੁਤ ਵੱਡਾ, ਹਰੇਕ ਨੂੰ ਫਾਇਦਾ ਲੈ ਲੈਣਾ ਚਾਹੀਦਾ। ਦੇਖੋ ਸਰ ਕਰਨੈਲ ਸਿੰਘ, ਏਦਾਂ ਹੁੰਦੀ ਹੈ ਵੀ ਇਹ ਜਿਹੜੀ ਰਾਜਨੀਤੀ ਹੈ ਤੁਹਾਡੇ ਮੁਲਕਾਂ ਦੇ ਵਿੱਚ ਇਹਨੂੰ ਸੋਸ਼ਲ ਸਰਵਿਸ ਦੇ ਤੌਰ ਤੇ ਲਿਆ ਜਾਂਦਾ। ਸਾਡੇ ਮੁਲਕ ਦੀ ਬਦਕਿਸਮਤੀ ਇੱਥੇ ਇਹ ਆ ਵੀ ਕੁਝ ਪਰਿਵਾਰਾਂ ਨੇ ਇਹਨੂੰ ਧੰਦਾ ਹੀ ਬਣਾ ਲਿਆ, ਤੇ ਉਹ 5-5 6-6 ਪੈਨਸ਼ਨਾਂ, ਫਿਰ ਕਰੋੜਾਂ ਰੁਪਈਆਂ ਦੇ ਮੈਡੀਕਲ ਬਿੱਲ, ਇਹ ਜਦੋਂ ਸਹੂਲਤਾਂ ਉਹਨਾਂ ਨੂੰ ਚਿੰਮੜ ਜਾਂਦੀਆਂ ਨੇ ਤੇ ਫਿਰ ਉਹ ਆਪਣਾ ਕਬਜ਼ਾ ਨਹੀਂ ਛੱਡਣਾ ਚਾਹੁੰਦੇ। ਤੇ ਇਹ ਤਾਂ ਕੋਈ ਗੱਲ ਹੈ ਨਹੀਂ ਵੀ ਸਿਆਣੇ ਬੰਦੇ ਇੱਕੋ ਹੀ ਟੱਬਰ ਵਿੱਚ ਜੰਮਦੇ ਆ। ਪੰਜਾਬ ਦੇ ਵਿੱਚ ਹੋਰ ਵੀ ਘਰਾਂ ਦੇ ਵਿੱਚ ਸਿਆਣੇ ਬੱਚੇ ਬੜੇ ਜੰਮਦੇ ਆ। ਇਹ ਸਿਸਟਮ ਨੂੰ ਜਿਹੜਾ ਨਾ, ਉਹਨੂੰ ਸਿਸਟਮ ਨੂੰ ਓਵਰਪਾਵਰ ਕਰ ਲਿਆ ਗਿਆ, ਉਹਨੂੰ ਸਿਸਟਮ ਨੂੰ ਹਾਈਜੈਕ ਕਰਕੇ ਆਪਣੇ ਟੱਬਰਾਂ ਤੱਕ ਲੈ ਗਏ ਇਹ ਲੋਕ। ਜਦੋਂ ਤੱਕ ਇਹ ਟੱਬਰਾਂ ਦੇ ਕਬਜ਼ੇ ਨਹੀਂ ਟੁੱਟਦੇ, ਜਨ ਸਧਾਰਨ ਬੰਦਾ ਜਿਹੜਾ ਡੈਮੋਕ੍ਰੇਸੀ ਦੇ ਵਿੱਚ ਸ਼ਾਮਲ ਨਹੀਂ ਹੁੰਦਾ, ਇਹ ਟੁੱਟ ਨਹੀਂ ਸਕਦਾ। ਔਰ ਮੈਂ ਬਹੁਤ ਆਪਣੇ ਜਿੰਨਾ ਕੁ ਮੇਰਾ ਐਕਸਪੀਰੀਅੰਸ ਹੈ ਉਹਦੇ ਹਿਸਾਬ ਨਾਲ ਦੱਸਦਾ ਬਈ, ਨੌਜਵਾਨਾਂ ਨੂੰ ਹੁਣ ਅੰਗੜਾਈ ਲੈਣੀ ਪੈਣੀ ਹੈ। ਨੌਜਵਾਨਾਂ ਨੂੰ ਸਾਹਮਣੇ ਆਉਣਾ ਪੈਣਾ, ਉਹਨਾਂ ਨੂੰ ਆਪਣੇ ਫਰਜ਼ਾਂ ਨੂੰ ਪਛਾਣਨਾ ਪੈਣਾ, ਤੇ ਉਹਨਾਂ ਦੇ ਸਾਹਮਣੇ ਮਿਸਾਲਾਂ ਬੜੀਆਂ ਨੇ। ਜਦੋਂ ਕੌਮ ਦੇ ਉੱਤੇ ਭੀੜ ਬਣਦੀ ਹੈ ਤੇ ਕਈ ਕਰਤਾਰ ਸਿੰਘ ਸਰਾਭੇ ਜੰਮ ਪੈਂਦੇ। ਤੇ ਮੈਨੂੰ ਏਦਾਂ ਵੀ ਲੱਗਦਾ, ਕਈ ਵਾਰੀ ਜਦੋਂ ਮੈਂ ਪਿਛਲੇ ਜੇ ਇੰਗਲੈਂਡ ਮੈਨੂੰ ਜਾਣ ਦਾ ਮੌਕਾ ਮਿਲਿਆ, ਉੱਥੇ ਸਾਡੇ ਭਾਈਚਾਰੇ ਦਾ ਇੱਕ ਕੰਸਰਨ ਸੀ। ਉਹ ਮੈਨੂੰ ਕਹਿੰਦੇ ਜੀ ਪੰਜਾਬ ਸਾਰਾ ਖਾਲੀ ਹੋ ਗਿਆ। ਮੈਂ ਕਿਹਾ ਕਿਉਂ ਖਾਲੀ ਹੋ ਗਿਆ? ਕਹਿੰਦੇ ਜੀ ਬੱਚੇ ਸਾਰੇ ਮਾਈਗ੍ਰੇਟ ਕਰ ਗਏ। ਮੈਂ ਕਿਹਾ ਤੁਸੀਂ ਕਿਉਂ ਮਾਈਗ੍ਰੇਟ ਕੀਤੇ ਸੀ? ਕਹਿੰਦੇ ਅਸੀਂ ਭੁੱਖ ਦੇ ਤੋੜਿਓਂ ਆਏ ਸੀ, ਸਾਡਾ ਗੁਜ਼ਾਰਾ ਨਹੀਂ ਸੀ ਹੁੰਦਾ। ਤੇ ਮੈਂ ਕਿਹਾ ਉੱਥੇ ਹੁਣ ਕੀ ਬਚਿਆ ਕੀ ਆ ਵੀ ਉਹ ਵੀ ਭੁੱਖ ਦੇ ਤੋੜਿਓਂ ਹੀ ਆ ਰਹੇ ਆ, ਉਹਨਾਂ ਨੂੰ ਵੀ ਆਪਣਾ ਗੁਜ਼ਾਰਾ ਚਲਾ ਲੈਣ ਦਿਓ। ਕਹਿੰਦੇ ਜੀ ਪੰਜਾਬ ਦਾ ਵਾਲੀ ਵਾਰਸ ਕੌਣ ਬਣੇਗਾ ਫਿਰ? ਮੈਂ ਕਿਹਾ ਮੈਨੂੰ ਇਹ ਲੱਗਦਾ, ਇਸ ਤਰ੍ਹਾਂ ਲੱਗਦਾ ਬਈ ਇਹ ਬਾਹਰ ਬੈਠੇ ਵੀ ਪੰਜਾਬ ਦੇ ਵਾਲੀ ਵਾਰਸ। ਕਹਿੰਦੇ ਜੀ ਉਹ ਕਿਵੇਂ? ਮੈਂ ਕਿਹਾ ਅਸੀਂ ਉਸ ਛੋਟੇ ਜਿਹੇ ਖਿੱਤੇ ਵਿੱਚ ਬੈਠੇ ਹਾਂ, ਸਾਨੂੰ ਕਦੀ ਸਿੱਖ ਇਤਿਹਾਸ ਤੇ ਲੜਾ ਦਿੱਤਾ ਜਾਂਦਾ, ਕਦੀ ਸਿੱਖ ਪਰੰਪਰਾਵਾਂ ਦੇ ਉੱਤੇ ਲੜਾ ਦਿੱਤਾ ਜਾਂਦਾ, ਤੇ ਅਸੀਂ ਲੜਦੇ ਵੀ ਆਪਣੇ ਨਾਲ ਹੀ ਹਾਂ, ਨਿਰਣੇ ਤੇ ਨਹੀਂ ਪੁੱਜਦੇ। ਕਿਸੇ ਇਸ ਗੱਲ ਤੇ ਨਹੀਂ ਆਉਂਦੇ ਵੀ ਟੇਬਲ ਤੇ ਬੈਠ ਕੇ ਨਿਰਣਾ ਕਰ ਲੈਣੇ, ਕੋਈ ਸਾਂਝੀ ਗੱਲ ਮੰਨ ਲਈਏ, ਅਸੀਂ ਲੜ ਪੈਂਦੇ। ਤੇ ਸਾਡੇ ਤੇ ਜਦੋਂ ਜ਼ਬਰ ਜ਼ੁਲਮ ਹੁੰਦਾ ਨਾ, ਜਿਵੇਂ ਪਿਛਲੇ ਸਮੇਂ ਵਿੱਚ ਹੋਇਆ, ਅਣਪਛਾਤੀਆਂ ਲਾਸ਼ਾਂ, ਝੂਠੇ ਪੁਲਿਸ ਮੁਕਾਬਲੇ, ਤੇ ਸਾਡੀ ਕੋਈ ਆਵਾਜ਼ ਬੁਲੰਦ ਨਹੀਂ ਹੁੰਦੀ। ਦੇਸ਼ ਦਾ ਕੋਈ ਸੂਬਾ ਸਾਡੇ ਨਾਲ ਨਹੀਂ ਖੜਦਾ ਰਿਹਾ, ਜਾਂ ਬਾਹਰਲਾ ਕਿਸੇ ਵਿਦੇਸ਼ ਵਿੱਚੋਂ ਨਹੀਂ ਖੜਦਾ ਰਿਹਾ। ਇਹ ਮਾਈਗ੍ਰੇਸ਼ਨ ਦਾ ਹੀ ਕ੍ਰਿਸ਼ਮਾ ਹੈ। ਅੱਜ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਵੀ ਸਾਡੀ ਗੱਲ ਹੁੰਦੀ, ਅੱਜ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਵੀ ਸਾਡੀ ਗੱਲ ਹੁੰਦੀ ਹੈ, ਅੱਜ US ਪਾਰਲੀਮੈਂਟ ਵਿੱਚ ਵੀ ਸਾਡੀ ਗੱਲ ਹੁੰਦੀ ਹੈ। ਇੰਗਲੈਂਡ ਦੇ ਵਿੱਚ ਵੀ ਤਨਮਨਜੀਤ ਢੇਸੀ ਵਰਗਾ ਬੰਦਾ 84 ਦੀ ਗੱਲ ਕਰ ਰਿਹਾ। ਇਹ ਮਾਈਗ੍ਰੇਸ਼ਨ ਕਰਕੇ ਹੀ ਆ। ਜੇ ਸਾਡੇ ਬੱਚੇ ਉੱਥੇ ਨਾ ਪਹੁੰਚਦੇ, ਸਾਰੀ ਦੁਨੀਆ ਨੂੰ ਸਾਡੇ ਦਰਦ ਦਾ ਅਹਿਸਾਸ ਕਿਵੇਂ ਹੁੰਦਾ? ਤੇ ਮੈਨੂੰ ਅੱਜ ਵੀ ਇਹ ਲੱਗਦਾ ਵੀ ਜੇ ਕਿਤੇ ਕੌਮ ਦੇ ਉੱਤੇ ਭੀੜ ਪਈ, ਇਹ ਪ੍ਰਤਿਭਾਵਾਨ ਨੌਜਵਾਨਾਂ ਨੇ ਪੰਜਾਬ ਦੀ ਧਰਤੀ ਨੂੰ ਬਚਾਉਣ ਲਈ ਕਮਰ ਕੱਸਾ ਕਰਕੇ ਪਹੁੰਚ ਜਾਣਾ। ਤੇ ਜੇ ਕੋਈ ਐਸੇ ਹਾਲਾਤ ਬਣ ਗਏ, ਜੇ ਸਾਡੇ ਤੇ ਕੋਈ ਕੌਮ ਦੀ ਭੀੜ ਬਣ ਗਈ ਹੈ, ਤੇ ਕੋਈ ਪੰਜਾਬ ਦੇ ਵਿੱਚ ਸੰਕਟ ਆ ਗਿਆ, ਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠਾ ਸਾਡਾ ਨੌਜਵਾਨ UNO ਦੇ ਦਰਵਾਜ਼ੇ ਖੜਕਾਉਣ ਦੇ ਸਮਰੱਥ ਹੈ।
ਸਾਨੂੰ ਕੋਈ ਚੁੱਪ ਕੀਤਿਆਂ ਨਹੀਂ ਹੁਣ ਮਾਰ ਸਕਦਾ। ਇਹ ਸਾਡੀ ਨੌਜਵਾਨੀ ਦੇ ਕਾਰਨ ਹੀ ਆ। ਮੈਂ ਉਹਨਾਂ ਤੋਂ ਬਹੁਤ ਆਸ ਰੱਖੀ ਬੈਠਾ, ਜਿੰਨੇ ਨੌਜਵਾਨ ਬੱਚੇ ਬੱਚੀਆਂ, ਬਈ ਤੁਹਾਡਾ ਹੁਣ ਬਹੁਤ ਵੱਡਾ ਫਰਜ਼ ਹੈ ਇਸ ਉਜੜੇ ਹੋਏ ਪੰਜਾਬ ਨੂੰ ਬਚਾਉਣ ਦੇ ਲਈ। ਆਪਣੀ ਭੂਮਿਕਾ ਨੂੰ ਜਲਦੀ ਤੈਅ ਕਰੋ, ਆਪਣਾ ਰੋਲ ਫਿਕਸ ਕਰੋ, ਕੀ ਕਰ ਸਕਦੇ ਆ, ਕਿਵੇਂ ਕਰ ਸਕਦੇ ਆ। ਤੇ ਮੈਨੂੰ ਉੱਥੇ ਕੁਝ ਸੱਜਣ ਪੁੱਛਣ ਲੱਗੇ, ਕਹਿੰਦੇ ਜੀ ਫਲਾਣੇ ਥਾਂ ਇੰਨੀ ਡੋਨੇਸ਼ਨ ਭੇਜੀ, ਉਹ ਖਾ ਗਿਆ ਜੀ, ਫਲਾਣੇ ਥਾਂ। ਮੈਂ ਕਿਹਾ ਕਿਉਂ ਭੇਜਦੇ, ਕੋਈ ਲੋੜ ਨਹੀਂ ਭੇਜਣ ਦੀ। ਕਹਿੰਦੇ ਫਿਰ ਕੀ ਕਰੀਏ? ਮੈਂ ਕਿਹਾ ਫਿਰ ਕਰਨ ਦੀ ਕੋਈ ਲੋੜ ਨਹੀਂ। ਸਾਨੂੰ ਸੱਚੇ ਪਾਤਸ਼ਾਹ ਨੇ ਇੱਕ ਬਹੁਤ ਵਧੀਆ ਕਨਸੈਪਟ ਦਿੱਤਾ, ਦਸਵੰਧ ਦਾ ਕਨਸੈਪਟ, ਜਿਹੜਾ ਅਸੀਂ ਆਪਣੀ ਧਰਮ ਦੀ ਕਿਰਤ ਵਿੱਚੋਂ ਲੋੜਵੰਦ ਦੀ ਸਹਾਇਤਾ ਲਈ ਖਰਚਣਾ। ਤੇ ਕਿਉਂ ਧੱਕੇ ਖਾਂਦੇ ਹੋ, ਕਿਉਂ ਬੜੇ ਚੋਲਿਆਂ ਵਾਲੇ ਦੇ ਢਿੱਡ ਭਰੀ ਜਾਂਦੇ? ਉੱਥੇ ਜਾ ਕੇ ਲੱਭੋ ਆਪਣੇ ਪਰਿਵਾਰਾਂ ਦੇ ਵਿੱਚ ਕਿਹੜਾ ਲੋੜਵੰਦ ਹੈ, ਉਹਦੀ ਮਦਦ ਕਰ ਦਿਓ। ਅਣਜਾਣ ਬੱਚਿਆਂ ਨੂੰ ਕਿਉਂ ਦਿੰਦੇ? ਪਰਿਵਾਰ ਦੀ ਲੋੜ ਪੂਰੀ ਹੋ ਗਈ, ਮੁਹੱਲੇ 'ਚ ਦੇਖ ਲਓ, ਪਿੰਡ 'ਚ ਦੇਖ ਲਓ, ਫਿਰ ਸ਼ਹਿਰ ਤੱਕ ਪਹੁੰਚ ਜਾਓ। ਲੋੜਵੰਦ ਗੁਰਸਿੱਖਾਂ ਨੂੰ ਪੈਰਾਂ ਤੇ ਖੜੇ ਕਰਨ ਦੀ ਆਪਣੀ ਜ਼ਿੰਮੇਵਾਰੀ ਨਿਭਾਓ। ਜਿਹਦੇ ਕੋਲ, ਜਿਹੜਾ ਸਿੱਖੀ ਨਾਲ ਤਾਂ ਜੁੜਿਆ ਆ ਪਰੰਤੂ ਉਹਦੇ ਕੋਲ ਸਾਧਨਾਂ ਦੀ ਕਮੀ ਹੈ, ਉਹਦੇ ਲਈ ਸਾਧਨ ਮੁਹੱਈਆ ਕਰਾਉਣ ਦਾ ਆਪਣੇ ਦਸਵੰਧ ਰਾਹੀਂ ਫਰਜ਼ ਅਦਾ ਕਰੋ। ਫਿਰ ਕੌਮੀ ਇਕਸੁਰਤਾ ਵੀ ਬਣ ਜਾਏਗੀ, ਉਹਨਾਂ ਨੂੰ ਪਤਾ ਵੀ ਲੱਗ ਜਾਊਗਾ ਵੀ ਸਾਡੀ ਬਾਂਹ ਫੰਡ ਵਾਲਾ ਕੋਈ ਹੈਗਾ। ਤੇ ਜੇ ਵੋਟਾਂ ਦੇ ਦਿਨਾਂ 'ਚ ਹੀ ਆ ਕੇ 5-5, 4-400 ਨੂੰ ਵੋਟਾਂ ਖਰੀਦਣ ਵਾਲੇ ਤਾਂ ਬਹੁਤ ਆ ਜਾਂਦੇ ਆ। ਆਪਣੀ ਕੌਮ ਨੂੰ ਪੈਰਾਂ ਸਿਰ ਖੜੇ ਕਰਨ ਦੀ ਜ਼ਿੰਮੇਵਾਰੀ ਇਹ ਨੌਜਵਾਨੀ ਨੂੰ ਨਿਭਾਉਣੀ ਪੈਣੀ ਆ, ਤੇ ਉਹਦੇ ਵਿੱਚੋਂ ਹੀ ਸਭ ਕੁਝ ਨਿਕਲਿਆ। ਬਿਲਕੁਲ ਨਹੀਂ, ਬਿਲਕੁਲ ਜੀ, ਤੁਸੀਂ ਇਹ ਬੜੀ ਵਧੀਆ ਗੱਲ ਕਹੀ ਹੈ, ਕਿਉਂਕਿ ਇਹ ਚੀਜ਼ ਅਸੀਂ ਬਾਹਰ ਇੱਥੇ ਬਾਹਰਲੇ ਮੁਲਕਾਂ 'ਚ ਵੀ ਦੇਖਦੇ ਹਾਂ, ਭਾਵੇਂ ਅਮਰੀਕਾ, ਕੈਨੇਡਾ, UK ਜਾਂ ਆਸਟ੍ਰੇਲੀਆ ਹੋਵੇ। ਬਹੁਤੇ ਜਿਹੜੇ ਸਾਡੇ ਪੁਰਾਣੇ ਲੀਡਰ ਨੇ ਜਾਂ ਪੁਰਾਣੇ ਜਿਹੜੇ ਸੰਘਰਸ਼ ਦੇ ਨਾਲ ਜੁੜੇ ਬਜ਼ੁਰਗ ਨੇ, ਉਹੀ ਕਈ ਚੀਜ਼ਾਂ ਨੂੰ ਕੰਟਰੋਲ ਕਰਦੇ ਨੇ। ਔਰ ਪ੍ਰੋਬਲਮ ਇਹ ਹੋਈ ਪਈ ਹੈ ਕਿ ਉਹਨਾਂ ਲੋਕਾਂ ਦੇ ਆਪਸ ਦੇ ਪਿਛਲੇ 25, 30, 40 ਸਾਲ ਦੇ ਵਿਵਾਦ ਬੜੇ ਨੇ। ਉਹ ਕੀ ਕਰ ਰਹੇ ਨੇ, ਉਸੇ ਵਿਵਾਦਾਂ ਕਰਕੇ ਉਹ ਇੱਕ ਦੂਜੇ ਦੇ ਨਾਲ ਖੜੇ ਨਹੀਂ ਹੋ ਪਾਉਂਦੇ। ਅਗਰ ਅੱਜ ਤੁਸੀਂ ਕਿਸੇ ਨੂੰ ਚੱਲਣ ਲਈ ਕਹਿੰਦੇ ਹੋ, ਉਹ ਕਹਿੰਦਾ ਜੀ ਇਹਨੇ 80 'ਚ ਆਹ ਕੀਤਾ ਸੀ, 90 ਦੇ ਉਹਨਾਂ ਦੇ ਵਿਵਾਦ ਚੱਲਦੇ ਆ ਰਹੇ ਨੇ। ਉਹਨਾਂ ਵਿਵਾਦਾਂ ਕਰਕੇ ਅੱਜ ਦੀ ਜਨਰੇਸ਼ਨ ਨੂੰ ਜਿਹੜਾ ਉਹਦਾ ਭੁਗਤਣਾ ਪੈਂਦਾ ਆ। ਤਾਂ ਕਿਤੇ ਨਾ ਕਿਤੇ ਇਹੀ ਚਾਹੀਦਾ ਹੈ ਕਿ ਜਿਹੜੀ ਹੁਣ ਨਵੀਂ ਯੂਥ ਹੈ, ਜਨਰੇਸ਼ਨ ਹੈ, ਨਵੀਂ ਜਨਰੇਸ਼ਨ ਹੈ, ਉਹਨਾਂ ਨੂੰ ਉਹਨਾਂ ਤੋਂ ਸੇਧ ਲੈ ਕੇ, ਉਹਨਾਂ ਤੋਂ ਇੰਸਪੀਰੇਸ਼ਨ ਲੈ ਕੇ, ਜਾਂ ਉਹਨਾਂ ਦੇ ਐਕਸਪੀਰੀਅੰਸ ਨੂੰ ਵਰਤ ਕੇ, ਉਹਨਾਂ ਦੇ ਐਕਸਪੀਰੀਅੰਸ ਨੂੰ ਯੂਜ਼ ਕਰਕੇ ਇੱਕ ਆਪਣੀ ਨਵੀਂ ਜਿਹੜੀ ਇੱਕ ਰਾਹ ਆ ਉਹ ਚਲਾਉਣੀ ਚਾਹੀਦੀ ਹੈ। ਆਪਣੇ ਹੱਥਾਂ ਦੇ ਵਿੱਚ ਜਿਹੜੀ ਗੱਲ ਹੈ ਉਹ ਲੈਣੀ ਚਾਹੀਦੀ ਹੈ, ਤਾਂ ਹੀ ਜਿਹੜੀ ਗੱਲ ਅੱਗੇ ਵੱਧ ਸਕਦੀ ਹੈ। ਇੱਕ ਨਵੀਂ ਦਿਸ਼ਾ ਜਿਹੜੀ ਆ ਦੇਣੀ ਪੈਣੀ ਹੈ। ਡੈਫੀਨੇਟਲੀ ਪੁਰਾਣੀ ਲੀਡਰਸ਼ਿਪ ਦੇ ਜਿਹੜੇ ਤੁਸੀਂ ਦੱਸਿਆ ਕਿ ਆਪਸੀ ਵਿਵਾਦ ਵੀ ਜਿਹੜੇ ਬਹੁਤ ਨੇ, ਉਹ ਇਕੱਠੇ ਨਹੀਂ ਹੋਣ ਦੇ ਰਹੇ। ਅੱਜ ਕੱਲ੍ਹ ਬਹੁਤ ਸਾਰੇ ਲੋਕ ਜਿਹੜੇ ਸਾਡੇ ਗੱਲ ਕਰਦੇ ਨੇ ਹਰੇਕ ਪਲੇਟਫਾਰਮ ਤੋਂ ਕਿ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ, ਸਾਰੇ ਜਥੇਬੰਦੀਆਂ ਇਕੱਠੀਆਂ ਹੋ ਜਾਓ। ਔਰ ਕਈ ਸਾਲਾਂ ਤੋਂ ਅਸੀਂ ਇਹ ਚੀਜ਼ ਸੁਣਦੇ ਆ ਰਹੇ ਹਾਂ ਕਿ ਫਲਾਨੀ ਨੂੰ ਇਕੱਠੇ ਕਰ ਦਿਓ, ਇਹਨਾਂ ਨੂੰ ਇਕੱਠੇ ਕਰ ਦਿਓ, ਬਟ ਕੋਈ ਉਹਦੀ ਜੜ 'ਚ ਨਹੀਂ ਜਾਂਦਾ। ਔਰ ਤੁਸੀਂ ਬੜੀ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਹੈ ਕਿ ਪੁਰਾਣੇ ਦੇ ਨਾਲ ਤੁਸੀਂ, ਮੇਰਾ ਮੰਨਣਾ ਹੈ ਕਿ ਜੋ ਅਸੀਂ ਦੇਖਦੇ ਹਾਂ ਕਿ ਇੰਸਪੀਰੇਸ਼ਨ ਤੁਸੀਂ ਉਹਨਾਂ ਤੋਂ ਲੈ ਸਕਦੇ ਹੋ, ਉਹਨਾਂ ਦੇ ਤਜਰਬੇ ਤੋਂ ਤੁਸੀਂ ਸੇਧ ਲੈ ਸਕਦੇ ਹੋ, ਤਾਂ ਉਹ ਤੁਹਾਨੂੰ ਬੜਾ ਕੁਝ ਸਿਖਾ ਸਕਦੇ ਨੇ। ਬਟ ਜਿਹੜੀ ਲੀਡ ਹੈ ਉਹ ਮੈਨੂੰ ਲੱਗਦਾ ਉਹ ਲੈਣੀ ਪੈਂਦੀ। ਇੱਕ ਗੱਲ ਹੋਰ ਹੈ, ਜਦੋਂ ਅਸੀਂ ਰੁੱਸੇ ਹੋਏ ਲੋਕ ਇਕੱਠੇ ਹੁੰਦੇ, ਜਦੋਂ ਅਸੀਂ ਖੁਆਰ ਹੁੰਦੇ ਨਾ ਇੱਕ ਦੂਜੇ ਪਾਸਿਓਂ, ਕੋਈ ਕਿਸੇ ਨੂੰ ਕੋਈ ਪਾਰਟੀ ਵਾਲਾ ਖੁਆਰ ਕਰਦਾ, ਉਹ ਵੀ ਬਾਹਰ ਕਹਿੰਦਾ ਚਲੋ ਜੀ ਉਹ ਵੀ ਆ ਜਾਓ। ਹੁਣ ਵੀ ਜਿਹੜੇ ਤੁਰੇ ਹੋਏ ਆ, ਅੱਛਾ ਉਹ ਵੀ 2 ਸਾਲ ਦਾ ਘਰ ਬੈਠਾ, ਉਹਨੂੰ ਵੀ ਲਿਆਓ, ਉਹ ਵੀ ਬੈਠਾ, ਉਹਨੂੰ ਵੀ ਲਿਆਓ। ਇਹ ਇਕੱਠ ਚੱਲਦੇ ਨਹੀਂ ਹੁੰਦੇ ਕਦੇ। ਤੇ ਜਦੋਂ ਕੋਈ ਪ੍ਰੋਗਰਾਮ ਨਹੀਂ ਬਣਦਾ, ਮੈਂ ਇਹ ਬਹੁਤ ਵਾਰੀ ਕਹਿਣਾ ਵੀ ਕੌਮ ਨੂੰ ਮਿਲ ਬੈਠ ਕੇ, ਖਾਸ ਕਰਕੇ ਨੌਜਵਾਨਾਂ ਨੂੰ, ਆਪਣੀ ਕਮਿਊਨਿਟੀ ਦਾ ਇਕਨੋਮਿਕ ਪ੍ਰੋਗਰਾਮ, ਸੋਸ਼ਲ ਪ੍ਰੋਗਰਾਮ, ਐਜੂਕੇਸ਼ਨਲ ਪ੍ਰੋਗਰਾਮ, ਧਾਰਮਿਕ ਪ੍ਰੋਗਰਾਮ, ਪੰਥਕ ਸੰਸਥਾਵਾਂ ਦੀ ਵਕਾਰ ਬਹਾਲੀ ਦਾ ਪ੍ਰੋਗਰਾਮ, ਇਹ ਸਾਰਾ ਕੁਝ ਏਜੰਡਾ ਬਣਾ ਕੇ ਇੱਕ ਐਲਾਨਨਾਮੇ ਦੇ ਰੂਪ ਵਿੱਚ ਪੇਸ਼ ਕਰਨਾ ਚਾਹੀਦਾ। ਔਰ ਉਹਨੂੰ ਦਾਇਰਾ ਬਣਾ ਕੇ ਜਿਹੜੇ ਉਸ ਦਾਇਰੇ ਦੇ ਘੇਰੇ ਵਿੱਚ ਆਉਣਾ ਚਾਹੁੰਦੇ ਆ ਬੰਦੇ, ਉਹ ਇਕੱਠੇ ਹੋ ਜਾਣ। ਜਿਹੜੇ ਦਾਇਰੇ ਤੋਂ ਬਾਹਰ ਰਹਿਣਾ ਚਾਹੁੰਦੇ ਉਹ ਜਿੱਥੇ ਮਰਜ਼ੀ ਤੁਰੇ ਫਿਰਨ। ਫਿਰ ਉਹ ਜਿਹੜਾ ਏਜੰਡੇ ਦਾ ਬਾਹਰੋਂ ਰਹਿ ਕੇ ਵੀ ਤਾਂ ਸਮਰਥਨ ਹੁੰਦਾ ਨਾ। ਇੱਕ ਜਿਹੜਾ ਆਪਾਂ ਰਾਜਨੀਤੀ 'ਚ ਦੇਖਦੇ, ਕਹਿੰਦੇ ਬਾਹਰੋਂ ਰਹਿ ਕੇ ਸਮਰਥਨ ਹੁੰਦਾ। ਜੇ ਜਿਹੜੇ ਬੰਦੇ ਨਹੀਂ ਦਾਇਰੇ 'ਚ ਆਉਣਾ ਚਾਹੁੰਦੇ, ਉਹ ਆਪਣਾ ਇੱਕ ਐਕਸਪੀਰੀਅੰਸ ਸ਼ੇਅਰ ਕਰ ਸਕਦੇ ਨੇ। ਉਹ ਆਪਣਾ ਬਾਹਰੋਂ ਕਹਿੰਦੇ ਅਸੀਂ ਠੀਕ ਹੈ, ਤੇ ਵਿੱਚ ਨਹੀਂ ਪਾਰਟ ਨਹੀਂ ਬਣਨਾ, ਬਟ ਅਸੀਂ ਤੁਹਾਡੀ ਪਿੱਛੋਂ ਸਪੋਰਟ ਕਰਾਂਗੇ, ਜਾਂ ਤੁਹਾਨੂੰ ਆਪਣੇ ਤਜਰਬੇ ਨਾਲੋਂ ਜਾਂ ਜਿਹੜੇ ਸਾਡੇ ਸੋਰਸਸ ਨੇ ਉਹ ਤੁਹਾਨੂੰ ਦੱਸਾਂਗੇ। ਨਹੀਂ ਭਾਜੀ, ਗੁਰਵਿੰਦਰ ਸਿੰਘ ਜੀ ਦੇਖੋ, ਪੌਰ ਸਾਹਿਬ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਸੀ ਨਾ, ਉਹ ਕੌਮੀ ਐਲਾਨਨਾਮਾ ਹੀ ਸੀ। ਠੀਕ ਹੈ। ਤੇ ਉਹ ਲੀਡਰਾਂ ਦੀ ਬੇਈਮਾਨੀ ਉਹਨੂੰ ਇੰਪਲੀਮੈਂਟ ਨਹੀਂ ਕਰ ਸਕੀ। ਤੇ ਉਹ ਗੱਲਾਂ ਕੋਈ ਬਹੁਤ ਵੱਡੀਆਂ ਨਹੀਂ ਸੀ। ਜਿਹੜਾ ਅਕਾਲੀ ਦਲ ਵੱਧ ਅਧਿਕਾਰ ਮੰਗਦਾ ਸੀ ਸਟੇਟਾਂ ਦੇ ਲਈ, ਤੇ ਉਹ ਜਦੋਂ ਜੰਮੂ ਕਸ਼ਮੀਰ ਦੇ ਉੱਤੇ ਘੁਆੜਾ ਚੱਲਦਾ,
ਤੇ ਉਸ ਵੇਲੇ ਚੁੱਪ ਕਰਕੇ ਦਸਤਖਤ ਕਰਕੇ ਆ ਜਾਂਦੇ ਆ ਤੀਵੀਂ ਆਦਮੀ ਦੋਵੇਂ ਜਣੇ। ਇਹ ਵੱਧ ਅਧਿਕਾਰਾਂ ਦੀ ਖਾਤਰ ਤੁਸੀਂ ਸਹੀ ਗੱਲ ਜਿੱਥੋਂ ਸ਼ੁਰੂ ਕੀਤੀ ਸੀ ਨਾ, ਖੇਤਰੀ ਪਾਰਟੀਆਂ ਹੀ ਆਪਣੇ ਖੇਤਰ ਦੀ ਸਭਿਅਤਾ, ਆਪਣੀ ਵਿਚਾਰਧਾਰਾ ਔਰ ਆਪਣੀ ਧਰਤੀ ਦੇ ਹੱਕ ਲੈ ਸਕਦੀ। ਤੇ ਜਦੋਂ ਅਸੀਂ ਦੂਜਿਆਂ ਦੇ ਉੱਤੋਂ ਕੁਰਸੀਆਂ ਦੀ ਲਾਲਚ ਵਿੱਚ ਉਹਨਾਂ ਨਾਲ ਰਲ ਜਾਂਦੇ ਹਾਂ, ਫਿਰ ਅਸੀਂ ਉਹਨਾਂ ਦੇ ਘੁਆੜੇ ਵਿੱਚ ਦਸਤੇ ਦਾ ਹੀ ਕੰਮ ਕਰਦੇ ਹਾਂ, ਹੋਰ ਉਹਦੇ ਚੋਂ ਪ੍ਰਾਪਤ ਕੁਝ ਨਹੀਂ ਕੀਤਾ ਜਾ ਸਕਦਾ। ਬਿਲਕੁਲ। ਹਾਂਜੀ ਗੁਰਵਿੰਦਰ ਭਾਜੀ, ਮੈਂ ਉੱਥੋਂ ਵਿੱਚੋਂ ਗਾਣਿਆ ਸੀਗਾ ਵਿਚਾਰ ਭੌਰ ਸਾਹਿਬ ਨੇ ਆਪ ਹੀ, ਜਿੱਦਾਂ ਇਹਨਾਂ ਦਾ ਬਹੁਤ ਤਜਰਬਾ, ਮੈਂ ਉਹੀ ਐਲੈਬੋਰੇਟ ਕਰਨਾ ਚਾਹੁੰਦਾ। ਜਿੱਦਾਂ ਇਹਨਾਂ ਨੇ ਦੱਸਿਆ ਵੀ 20-25 ਬੰਦੇ ਜਿਹੜੇ ਪੁਰਾਣੇ ਹੰਢੇ ਹੋਏ ਐਕਸਪਰਟੀਜ਼, ਉਹ ਜਦੋਂ ਆ ਜਾਂਦੇ ਆ, ਇਹਨਾਂ ਨੇ ਉਹਨਾਂ ਨੂੰ ਸੁਝਾਅ ਦਿੱਤਾ ਵੀ ਤੁਸੀਂ ਡੈਡੀਕੇਟ ਹੋ ਸਾਹਿਬ, ਆਪਾਂ ਉਹਦੇ ਨਹੀਂ ਕੋਈ ਲੈਣੇ ਜਾਂ ਕੋਈ ਚੌਧਰੀ ਨਹੀਂ ਲੈਣੀ, ਇਹਨਾਂ ਦੀ ਇੱਕ ਯੋਗ ਅਗਵਾਈ ਬਣ ਚਾਹੀਦੀ ਕਮੇਟੀ ਦੀ, ਐਡਵਾਈਜ਼ਰੀ ਕਮੇਟੀ ਹੋਵੇ ਜਾਂ ਅਕੈਡਮਿਕ ਕਮੇਟੀ ਹੋਵੇ ਜਾਂ ਕੁਛ ਵੀ ਐਕਸਪਰਟੀ ਦੀ ਕਮੇਟੀ ਦੇ ਨਾਲ ਫਿਰ ਜਿਹੜੇ ਯੂਥ ਹੋਊਗਾ, ਜਿਹੜਾ ਕਿ ਨਿੱਜ ਸਵਾਰਥ ਤੋਂ ਉੱਪਰ ਉੱਠ ਕੇ ਚੱਲੂਗਾ, ਉਹਨਾਂ ਨੂੰ ਅਗਵਾਈ ਦੇ ਸਕਦੇ ਆ। ਭੌਰ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ, ਔਰ ਸਾਰੇ ਦੇਖਣ ਵਾਲਿਆਂ ਨੂੰ ਵੀ, ਸਾਰੀਆਂ ਸੰਸਥਾਵਾਂ ਜਿੱਥੋਂ ਤੱਕ ਵੀ ਆਵਾਜ਼ ਜਾਊਗੀ ਜਾਂ ਸ਼ੇਅਰ ਹੋਊਗਾ ਪ੍ਰੋਗਰਾਮ, ਚਾਹੇ ਜਥੇਦਾਰ ਵੀ ਹੋਣ, ਅਕਾਲ ਤਖਤ ਦੇ ਕੋਈ ਵੀ, ਜੇ ਕੌਮ ਨੂੰ ਇੱਕ ਸੁਰਤਾ ਇੱਕ ਮੁੱਠ ਰੱਖਣਾ ਤਾਂ ਇਹੋ ਜਿਹੇ ਲੀਡਰਾਂ ਦੀ ਯੋਗ ਅਗਵਾਈ ਥੱਲੇ ਹਮੇਸ਼ਾ ਇਹਨਾਂ ਨੂੰ ਹਮੇਸ਼ਾ ਨਾਲ ਲੈ ਲੈਣਾ ਚਾਹੀਦਾ ਇਮੀਡੀਏਟਲੀ। ਜਿੱਦਾਂ ਮੈਂ ਪਹਿਲਾਂ ਵੀ ਕਹਿੰਦਾ, ਖੇਤੀ ਦੀ ਜਿਹੜੀਆਂ ਮੰਗਾਂ ਆ, ਜਿੱਦਾਂ ਇੱਧਰ ਦੀ ਡੈਮੋਕ੍ਰੇਸੀ ਆ, ਵੱਧ ਅਧਿਕਾਰ ਵਾਲੀ ਗੱਲ ਆ, ਉਹ ਤਾਂ ਹੀ ਹੋਣੀ ਆ ਜੇ ਅਸੀਂ 15-20 ਬੰਦੇ ਵੀ ਇਕੱਠੇ, ਬਾਕੀ ਫਿਰ ਆਪੇ ਜੁੜਦੇ ਰਹਿਣਗੇ ਨਾਲ। ਬਿਲਕੁਲ। ਔਰ ਸਾਨੂੰ ਬੇਨਤੀ ਕਰਦੇ ਹਾਂ ਵੀ ਅਸੀਂ ਵੀ ਨਾਲ, ਸਾਰੇ ਹੋਰ ਵੀ ਜਿਹੜੇ ਦੇਖਣ ਵਾਲੇ ਆ, ਸਾਰੇ ਸੰਸਥਾਵਾਂ ਤੱਕ ਵੀ ਆਵਾਜ਼ ਪਹੁੰਚਾਉਂਦੇ ਆ, ਪਹੁੰਚਾਵਾਂਗੇ ਵੀ ਜੀ। ਤੇ ਇੱਕ ਭੌਰ ਸਾਹਿਬ, ਮੈਂ ਤੁਹਾਨੂੰ ਅਖੀਰ ਦੇ ਵਿੱਚ ਇੱਕ ਗੱਲ ਪੁੱਛਣਾ ਚਾਹਾਂਗਾ ਕਿ ਤੁਸੀਂ ਇੱਕ ਕੁਝ ਸਾਲ ਪਹਿਲਾਂ ਇੱਕ ਸਿੱਖ ਅਸੈਂਬਲੀ ਦਾ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ, ਸ਼ਾਇਦ ਉਹਦੇ ਮੈਨੂੰ ਲੱਗਦਾ ਕੁਝ ਸੈਸ਼ਨਸ ਵੀ ਕੀਤੇ ਸੀਗੇ। ਤੁਸੀਂ ਥੋੜਾ ਜਿਹਾ ਦੱਸੋ ਕਿ ਤੁਹਾਡਾ ਉਹ ਤਜਰਬਾ ਕਿੱਦਾਂ ਰਿਹਾ, ਕਿਉਂਕਿ ਉਹਦੇ ਵਿੱਚ ਕਈ ਯੂਥ ਵੀ ਅਸੀਂ ਦੇਖੇ ਨੇ, ਵੱਖਰੀਆਂ ਜਥੇਬੰਦੀਆਂ ਦੇ ਕਈ ਸਾਡੇ ਵਿਦਵਾਨ ਜਿਹੜੇ ਸੀਗੇ, ਉਹਨਾਂ ਨੇ ਉਹਦੇ ਵਿੱਚ ਸ਼ਮੂਲੀਅਤ ਕੀਤੀ। ਤਾਂ ਤੁਹਾਡਾ ਕਿੱਦਾਂ ਦਾ ਤਜਰਬਾ ਰਿਹਾ ਜਦੋਂ ਤੁਹਾਡੀ ਸਾਰਿਆਂ ਦੇ ਨਾਲ ਗੱਲਬਾਤ ਹੋਈ, ਤਾਂ ਜਦੋਂ ਉਹਨਾਂ ਨੇ ਕੁਝ ਅੱਗੇ ਭਵਿੱਖ ਦਾ ਕੱਢਣ ਦੀ ਕੋਸ਼ਿਸ਼ ਕੀਤੀ? ਥੋੜਾ ਜਿਹਾ ਐਕਸਪੀਰੀਅੰਸ ਉਹ ਤੋਂ ਸ਼ੇਅਰ ਕਰਿਓ ਤਾਂ ਕਿ ਸਾਡੇ ਜਿਹੜੇ ਸਰੋਤੇ ਨੇ, ਦਰਸ਼ਕ ਨੇ, ਉਹਨਾਂ ਨੂੰ ਉਹ ਤਾਂ ਥੋੜਾ ਜਿਹਾ ਨੌਲੇਜ ਮਿਲ ਸਕੇ। ਦੇਖੋ, ਉਹ ਬਹੁਤ ਅੱਛਾ ਤਜਰਬਾ ਸੀ। ਅਸੀਂ 5-6 ਜਣੇ ਸੀਗੇ। ਦਲ ਖਾਲਸਾ ਵਾਲੇ ਸਰਦਾਰ ਕਮਰਪਾਲ ਸਿੰਘ ਬਿੱਟੂ ਜੀ, ਗਿਆਨੀ ਕੇਵਲ ਸਿੰਘ ਜੀ, ਸਰਦਾਰ ਜਸਵਿੰਦਰ ਸਿੰਘ ਐਡਵੋਕੇਟ, ਔਰ ਆਪਣੇ ਸਰਦਾਰ ਨਵਕਿਰਨ ਸਿੰਘ ਐਡਵੋਕੇਟ, ਪੰਜਾਬ ਹਰਿਆਣਾ ਹਾਈ ਕੋਰਟ ਵਾਲੇ। ਅਸੀਂ ਬੈਠ ਕੇ ਸਲਾਹ ਕੀਤੀ ਬਈ ਅਕਾਲੀ ਦਲ ਦਾ ਜਾਂ ਬਾਦਲ ਦਲ ਦਾ ਇੰਨਾ ਦਖਲ ਹੋ ਗਿਆ, ਧਰਮ ਦੇ ਵਿੱਚ ਵੀ ਦਖਲ ਹੋ ਗਿਆ, ਅਕਾਲ ਤਖਤ ਸਾਹਿਬ ਦੀ ਕ੍ਰੈਡੀਬਿਲਿਟੀ ਖਤਮ ਹੋ ਗਈ ਝੂਠੀਆਂ ਮਾਫੀਆਂ ਦੇ ਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਰੋਲ ਨਹੀਂ ਨਿਭਾ ਰਹੀ। ਅਕਾਲੀ ਦਲ ਵੋਟਾਂ ਦੀ ਗਿਣਤੀ ਵਿੱਚ ਫਸਿਆ, ਉਹਨੂੰ ਕੌਮ ਦਾ ਕੋਈ ਲੈਣਾ ਦੇਣਾ ਹੀ ਨਹੀਂ ਰਹਿ ਗਿਆ। ਵੀ ਜਦੋਂ ਇੰਨੀ ਮਾਰ ਕੌਮ ਦੇ ਪੈ ਰਹੀ ਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਤੇ ਸਿੱਖ ਇਕੱਠੇ ਨਹੀਂ ਹੋ ਰਹੇ, ਕਿਵੇਂ ਇਕੱਠੇ ਕਰੀਏ ਨਾ? ਅਸੀਂ ਇਹ ਸੋਚ ਕੇ ਪੰਥਕ ਅਸੈਂਬਲੀ ਕਾਲ ਕੀਤੀ। ਉਹਦੇ ਵਿੱਚ ਅਸੀਂ ਇਹ ਕਿਹਾ ਵੀ ਤੁਸੀਂ ਆਪਣਾ ਦਲ ਨਹੀਂ ਕਿਸੇ ਨੇ ਭੰਗ ਕਰਨਾ, ਬੇਸ਼ੱਕ ਆਪਣਾ ਦਲ ਰੱਖੋ, ਆਪਣੀ ਜਥੇਬੰਦੀ ਰੱਖੋ, ਅਸੀਂ ਨਹੀਂ ਕਹਿੰਦੇ ਭੰਗ, ਪਰੰਤੂ ਕੌਮੀ ਮਸਲਿਆਂ ਦੇ ਉੱਤੇ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰੋ। ਅਸੀਂ ਉਹਨਾਂ ਨੂੰ ਵਿੱਚ ਉੱਤੇ ਗਰਮ ਖਿਆਲੀ ਵੀ ਸੀਗੇ ਤੇ ਮੋਡਰੇਟ ਵੀ ਸੀਗੇ, ਨੌਜਵਾਨ ਵੀ ਸੀਗੇ, ਬੱਚੀਆਂ ਵੀ ਸੀਗੀਆਂ। ਹਰ ਜਥੇਬੰਦੀ ਦੇ ਬੰਦੇ ਨੂੰ ਇਕੱਠੇ ਬਿਠਾਉਣ ਦਾ ਯਤਨ ਕੀਤਾ ਵੀ ਆਪਾਂ ਇਕੱਠੇ ਬਿਠਾ ਕੇ ਆਪਣੀਆਂ ਸਮੱਸਿਆਵਾਂ ਕਰੀਏ। ਅਸੀਂ 2 ਦਿਨ ਦਾ ਸੈਸ਼ਨ ਜਿਹੜਾ ਸੀ ਉਹ ਅੰਮ੍ਰਿਤਸਰ ਸਾਹਿਬ ਲਾਇਆ। ਫਿਰ ਅਸੀਂ ਦੂਜੀ ਅਸੈਂਬਲੀ ਜਿਹੜੀ ਲੁਧਿਆਣੇ ਕੀਤੀ। ਉਹਨਾਂ ਦੋਨਾਂ ਦਾ ਹੀ ਨਿਚੋੜ ਅਸੀਂ, ਜਿਹੜੀ ਅੰਮ੍ਰਿਤਸਰ ਅਸੈਂਬਲੀ ਸੀ ਉਹ ਜ਼ਿਆਦਾ ਕੇਂਦਰਿਤ ਸੀਗੀ ਬਰਗਾੜੀ ਸਾਰੇ ਇੰਸੀਡੈਂਟ ਦੇ ਉੱਤੇ। ਉਹਦਾ ਅਸੀਂ ਡਾਕੂਮੈਂਟ, ਕੱਚਾ ਚਿੱਠਾ ਜਿਹਨੂੰ ਕਹਿੰਦੇ ਸੀ, ਉਹ ਛਪਾ ਕੇ ਵੰਡਿਆ। ਸਾਰੀ ਦੁਨੀਆ ਦੇ ਵਿੱਚ ਗਿਆ ਉਹਨੂੰ ਆਨਲਾਈਨ ਵੀ ਕੀਤਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਸਾਡੀਆਂ ਸਮੱਸਿਆਵਾਂ ਕੀ। ਔਰ ਦੂਜੇ ਪਾਸੇ ਜਿਹੜੀ ਦੂਜੀ ਕੀਤੀ, ਉਹਦਾ ਵੀ ਐਲਾਨਨਾਮਾ ਜਾਰੀ ਕੀਤਾ, ਉਹ ਵੀ ਇਦਾਂ ਹੀ ਵੰਡਿਆ ਗਿਆ। ਮਕਸਦ ਸਾਡਾ ਇਹ ਸੀ ਵੀ ਸਾਡੇ ਦੁਸ਼ਮਣਾਂ ਨੂੰ, ਸਾਡੇ ਕੌਮੀ ਦੁਸ਼ਮਣਾਂ ਨੂੰ ਇਹ ਪਤਾ ਲੱਗੇ ਵੀ ਜਦੋਂ ਕਿਤੇ ਕੋਈ ਭੀੜ ਬਣਦੀ ਹੈ ਤੇ ਅਸੀਂ ਆਪਣੇ ਕੌਮੀ ਨਿਸ਼ਾਨਿਆਂ ਦੇ ਲਈ ਜਿੰਨੇ ਮਰਜ਼ੀ ਮਤਭੇਦ ਹੋਣ, ਇਕੱਠੇ ਬੈਠ ਕੇ ਵੀ ਵਿਚਾਰ ਕਰ ਸਕਦੇ। ਉਹ ਪ੍ਰੋਸੈਸ ਅਜੇ ਵੀ ਜਾਰੀ ਹੈ। ਕੱਲ ਪਰਸੋਂ ਫੇਰ ਵਿਚਾਰ ਹੋਈ ਸੀ, ਅਸੀਂ ਮੀਟਿੰਗ ਕਰਕੇ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਉਲੀਕਾਂਗੇ ਪ੍ਰੋਗਰਾਮ। ਪਰ ਉਹ ਸਿਰਫ ਇੰਨਾ ਸੀ, ਕੁਝ ਨੂੰ ਤਾਂ ਇਹ ਆਸ ਸੀ ਵੀ ਪਤਾ ਨਹੀਂ ਇਹਦੇ ਵਿੱਚ ਕੋਈ ਰਾਜਨੀਤਿਕ ਪਾਰਟੀ ਕੱਢਣੀ ਚਾਹੁੰਦੇ। ਸਾਡਾ ਕੋਈ ਐਸਾ ਮਨਸ਼ਾ ਨਹੀਂ। ਸਾਡੀ ਮਨਸ਼ਾ ਸਿਰਫ ਇਹ ਸੀ ਵੀ ਜਿੰਨੇ ਮਰਜ਼ੀ ਧੜਿਆਂ ਵਿੱਚ, ਜਿੰਨੀਆਂ ਮਰਜ਼ੀ ਜਥੇਬੰਦੀਆਂ ਦੀ ਕੌਮ ਵੰਡੀ ਰਹੇ, ਜਿਵੇਂ ਕਨਫੈਡਰੇਸ਼ਨ ਹੁੰਦੀ ਹੈ ਨਾ, ਅਸੀਂ ਉਹ ਕਨਫੈਡਰੇਸ਼ਨ ਦਾ ਰੂਪ ਉਹਨੂੰ ਦਿੱਤਾ, ਬਣਾਈ ਵੀ ਕਨਫੈਡਰੇਸ਼ਨ।
ਵੀ ਜਦੋਂ ਕਿਤੇ ਕੌਮੀ ਸੰਕਟ ਆਉਂਦਾ ਤੇ ਉਸ ਵੇਲੇ ਇਕੱਠੇ ਬੈਠ ਕੇ ਵਿਚਾਰ ਕਰੋ, ਉਹਦਾ ਹੱਲ ਕਰੋ। ਤੇ ਜੇ ਤੁਹਾਡੀਆਂ ਪੰਥਕ ਸੰਸਥਾਵਾਂ ਬਾਦਲ ਵੱਲ ਨੂੰ ਦੇਖ ਕੇ ਫੈਸਲੇ ਕਰਦੀਆਂ, ਜ਼ਰੂਰੀ ਨਹੀਂ ਉਹਨਾਂ ਵੱਲ ਨੂੰ ਦੇਖਣ ਦੀ ਲੋੜ। ਜੇ ਤੁਹਾਡੀਆਂ ਜਥੇਬੰਦੀਆਂ ਜਿਹੜੀਆਂ ਲੀਗਲ ਸਟੈਚੂਰੀ ਬੋਡੀਜ਼ ਹੈ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜੇ ਤੁਹਾਡੀ ਬਾਂਹ ਨਹੀਂ ਫੜਦੇ, ਜੇ ਤੁਸੀਂ ਸਾਰੇ ਇਕੱਠੇ ਹੋ ਕੇ ਹਮਲਾ ਮਾਰੋ ਤੇ ਤੁਸੀਂ ਕੌਮ ਦਾ ਦਰਦ ਵੰਡਾ ਸਕਦੇ ਹੋ। ਉਹ ਸਿਰਫ ਇਹ ਕਨਸੈਪਟ ਸੀ ਔਰ ਉਹਦੇ ਨਤੀਜੇ ਬੜੇ ਵਧੀਆ ਨਿਕਲੇ ਸੀ। ਬਿਲਕੁਲ, ਨਹੀਂ ਬਹੁਤ ਵਧੀਆ ਭਾਈ ਸਾਹਿਬ ਜੀ, ਉਹ ਕਨਸੈਪਟ ਬੜਾ ਵਧੀਆ ਲੱਗਾ ਸੀ, ਖਾਸ ਕਰਕੇ ਜਦੋਂ ਅਸੀਂ ਬਾਹਰੋਂ ਉਹਨਾਂ ਦੀਆਂ ਲਾਈਵ ਵੀਡੀਓਜ਼ ਜਾਂ ਵੀਡੀਓਜ਼ ਦੇਖੀਆਂ, ਕਿੱਦਾਂ ਇੱਕ ਪਾਰਲੀਮੈਂਟ ਦੇ ਤੌਰ ਦੇ ਉੱਤੇ ਸਾਰੇ ਸਿੱਖ ਬੈਠੇ ਨੇ, ਤੁਸੀਂ ਉਹਨੂੰ ਚੇਅਰ ਕਰ ਰਹੇ ਸੀਗੇ, ਤਾਂ ਹਰ ਬੰਦਾ ਆਪਣੇ ਬੜੇ ਸ਼ਾਂਤੀ ਦੇ ਨਾਲ ਵਿਚਾਰ ਦੇ ਰਿਹਾ ਸੀਗਾ, ਤਾਂ ਸੁਣ ਰਿਹਾ ਸੀਗਾ। ਬਹੁਤ ਘੱਟ ਮੀਟਿੰਗਾਂ ਹੁੰਦੀਆਂ ਨੇ, ਭਾਵੇਂ ਅਸੀਂ ਇੱਥੇ ਬਾਹਰ ਬੈਠੇ ਹਾਂ ਤਾਂ ਆਪਣੇ ਆਪ ਨੂੰ ਬੜੇ ਪੜ੍ਹੇ ਲਿਖੇ ਤਾਂ ਐਡਵਾਂਸ ਵੀ ਕਹਿੰਦੇ ਆ, ਬਟ ਇੱਥੇ ਵੀ ਮੈਂ ਬਾੜੀਆਂ ਪੰਥਕ ਸਭਾਵਾਂ ਵਿੱਚ ਦੇਖਾਂ ਤਾਂ ਇੰਨੀ ਕਹਿਮਾ ਸ਼ਾਂਤੀ ਦੇ ਨਾਲ ਤੇ ਬੈਠ ਕੇ ਮੀਟਿੰਗਾਂ ਘੱਟ ਹੀ ਹੁੰਦੀਆਂ ਨੇ, ਜ਼ਿਆਦਾਤਰ ਵਿਵਾਦਤ ਜਿਹੜੀਆਂ ਚੀਜ਼ਾਂ ਨੇ ਉਹ ਹੁੰਦੀਆਂ ਨੇ। ਤਾਂ ਥੈਂਕ ਯੂ। ਅਸੀਂ ਚਾਹੁੰਦੇ ਕਿ ਇੱਦਾਂ ਦੇ ਹੋਰ ਉਪਰਾਲੇ ਜਿਹੜੇ ਨੇ ਉਹ ਹੁੰਦੇ ਰਹਿਣ। ਤਾਂ ਡੈਫੀਨੇਟਲੀ ਮੈਂ ਅਗਰ ਕੰਕਲੂਡ ਕਰਾਂ ਟੋਟਲ ਤੁਹਾਡੀ ਡਿਸਕਸ਼ਨ ਨੂੰ, ਤਾਂ ਇਹਦੇ ਵਿੱਚ ਇਹੀ ਚੀਜ਼ ਹੈ ਕਿ ਨੌਜਵਾਨ ਜਾਂ ਨਵੀਂ ਜਿਹੜੀ ਲੀਡਰਸ਼ਿਪ ਹੈਗੀ, ਅਗਰ ਜਿੱਦਾਂ ਹੁਣ ਸਾਡੇ ਕਈ ਸਰੋਤੇ ਸਵਾਲ ਕਰ ਰਹੇ ਨੇ ਕਮੈਂਟਸ ਦੇ ਵਿੱਚ ਕਿ ਫਿਊਚਰ ਲੀਡਰਸ਼ਿਪ ਦੇ ਬਾਰੇ ਦੱਸੋ ਕਿ ਅੱਗੇ ਕੀ, ਕਿਉਂਕਿ ਪੁਰਾਣੇ ਦੀਆਂ ਅਸੀਂ ਬਹੁਤ ਗੱਲਾਂ ਕਰਦੇ ਨੇ, ਬਟ ਡੈਫੀਨੇਟਲੀ ਗੱਲ ਕਰਨੀ ਵੀ ਚਾਹੀਦੀ ਹੈ, ਕਿਉਂਕਿ ਅਸੀਂ ਸੇਧ ਜਿਹੜੀ ਹੈ ਉਹ ਆਪਣੇ ਇਤਿਹਾਸ ਤੋਂ ਲੈਣੇ ਆ, ਪਿਛਲੀਆਂ ਗਲਤੀਆਂ ਕੀਤੀਆਂ ਨੇ ਉਹਨਾਂ ਤੋਂ ਸਿੱਖ ਕੇ ਅਸੀਂ ਅੱਗੇ ਸੇਧ ਲੈ ਸਕਦੇ ਹਾਂ। ਬਟ ਡੈਫੀਨੇਟਲੀ ਜੇ ਸਾਡੇ 47 ਤੋਂ ਲੀਡਰਾਂ ਨੇ ਹਜੇ ਤੱਕ ਸਿੱਖ ਕੇ ਅੱਜ ਤੱਕ ਉਹਨੂੰ ਲਾਗੂ ਨਹੀਂ ਕੀਤਾ, ਉਹ ਤੋਂ ਸੇਧ ਨਹੀਂ ਲਈ, ਤਾਂ ਸਾਨੂੰ ਕਿਤੇ ਨਾ ਕਿਤੇ ਸੋਚਣ ਦੀ ਗੱਲ ਆ। ਤਾਂ ਹੁਣ ਗੱਲ ਇੰਪਲੀਮੈਂਟੇਸ਼ਨ ਦੀ ਹੈ, ਤਾਂ ਡੈਫੀਨੇਟਲੀ ਮੈਂ ਕਹਾਂਗਾ ਕੰਕਲੂਜਨ ਇਹੀ ਹੈ ਕਿ ਅੱਗੇ ਜਿਹੜੇ ਯੂਥ ਆ, ਯੰਗ ਲੀਡਰਸ਼ਿਪ ਹੈ, ਉਹਨਾਂ ਨੂੰ ਮੋਹਰੇ ਆਉਣਾ ਚਾਹੀਦਾ, ਨਾ ਉਹਨਾਂ ਨੂੰ ਡਿਪੈਂਡੈਂਸੀ ਜਿਹੜੀ ਹੈਗੀ ਆ ਉਹ ਪੁਰਾਣੀ ਲੀਡਰਸ਼ਿਪ ਤੇ ਛੱਡਣੀ ਚਾਹੀਦੀ ਆ। ਉਹਨਾਂ ਦੇ ਐਕਸਪੀਰੀਅੰਸ ਦਾ ਫਾਇਦਾ ਜਿਹੜਾ ਹੈਗਾ ਉਹ ਜ਼ਰੂਰ ਲੈਣਾ ਚਾਹੀਦਾ। ਤਾਂ ਭਾਈ ਸਾਹਿਬ ਜੀ, ਮੈਂ ਹੁਣ ਜਾਂਦੇ ਜਾਂਦੇ, ਕਿਉਂਕਿ ਆਪਣਾ ਸਮਾਂ ਵੀ ਹੋ ਗਿਆ ਆ, ਮੈਂ ਇੱਕ ਕਮੈਂਟ ਲਊਂਗਾ ਨੋਟ ਡਿਟੇਲ ਦੇ ਵਿੱਚ, ਕਿ ਜਿਹੜਾ ਹੁਣ ਕਰੰਟ ਮੁੱਦਾ ਚੱਲ ਰਿਹਾ ਪਿਛਲੇ ਕੁਝ ਦਿਨਾਂ ਦੇ ਵਿੱਚੋਂ, ਜਿਹੜੇ ਇੱਕ ਪ੍ਰਧਾਨ ਮੰਤਰੀ ਮੋਦੀ ਦੀ ਸਟੇਟਮੈਂਟ ਆਈ ਆ, ਉਹਨੂੰ ਲੈ ਕੇ ਜਿਹੜਾ ਇੱਕ ਸਾਡੇ ਉਹਦੀ ਸਟੇਟਮੈਂਟ ਨੂੰ ਅਗਰ ਆਪਾਂ ਇੱਕ ਪਾਸੇ ਰੱਖ ਦਈਏ ਕਿ ਆਪਸ ਵਿੱਚ ਜਿਹੜੇ ਸਿੱਖ ਨੇ ਉਹੀ ਮੈਂ ਦੇਖ ਰਿਹਾ ਕਿ ਜ਼ਿਆਦਾ ਵੰਡੇ ਗਏ ਨੇ। ਬਹੁਤ ਸਾਰਾ ਸਾਡਾ ਜਿਹੜਾ ਮੀਡੀਆ ਆ ਉਹ ਵੀ ਆਪਣੇ ਉੱਤੇ ਹੀ ਜ਼ਿਆਦਾ ਕਿਚੜ ਚੱਕ ਛਿੱਟੀ ਜਾ ਰਿਹਾ ਆ। ਤਾਂ ਸਾਡੇ ਬਹੁਤ ਸਾਰੇ ਬਾਹਰ ਵਿਦੇਸ਼ਾਂ 'ਚ ਬੈਠੇ ਵੀ ਗੁਰਦੁਆਰੇ ਨੇ, ਸੰਸਥਾਵਾਂ ਨੇ, ਉਹ ਵੀ ਜਦੋਂ ਮੀਟਿੰਗ ਕਰ ਰਹੀਆਂ ਨੇ ਤਾਂ ਉਹਨਾਂ ਦਾ ਵੀ ਜਿਹੜਾ ਕੰਸਨਟ੍ਰੇਸ਼ਨ ਆ ਉਹ ਆਪਣੇ ਵੱਲ ਹੀ ਆ, ਉਂਗਲਾਂ ਦੂਜੇ ਵੱਲ ਨਹੀਂ ਕਰ ਰਹੇ, ਉਹ ਆਪਣੇ ਵੱਲ ਕਰ ਰਹੇ ਆ ਕਿ ਕਮੀਆਂ ਸਾਡੇ ਵਿੱਚ ਨੇ, ਜਾਂ ਆਪਣੇ ਹੀ ਜਿਹੜੇ ਰਿਸੋਰਸਸ ਨੇ, ਆਪਣੇ ਜਿਹੜੇ ਗ੍ਰੰਥ ਨੇ, ਆਪਣੀਆਂ ਜਿਹੜੀ ਲਿਟਰੇਚਰ ਹੈ ਉਹਦੇ ਉੱਤੇ ਕੁਐਸਚਨ ਕਰ ਰਹੇ ਨੇ। ਤੁਸੀਂ ਇੱਕ ਬਰੀਫ ਦੇ ਵਿੱਚ, ਕਿਉਂਕਿ ਡਿਸਕਸ਼ਨ ਬਹੁਤ ਵੱਡੀ ਹੈ, ਜੇ ਆਪਾਂ ਕਰੀਏ ਤਾਂ ਉਹਦੇ ਉੱਤੇ ਵੀ ਕਈ ਘੰਟੇ ਡਿਸਕਸ਼ਨ ਕੀਤੀ ਜਾ ਸਕਦੀ ਹੈ। ਸਿਰਫ ਮੈਂ ਇੱਕ ਬਰੀਫ ਦੇ ਵਿੱਚ ਤੁਹਾਡੇ ਤੋਂ ਚਾਹਾਂਗਾ ਕਿ ਤੁਸੀਂ ਉਹਦੇ ਵਿੱਚ ਕੋਈ ਆਪਣਾ ਇਨਪੁਟ ਦੇਣਾ ਚਾਹੋ। ਦੇਖੋ, ਦੋ ਸਕੂਲ ਆਫ ਥਾਟਸ ਖਾਲਸਾ ਪੰਥ ਵਿੱਚ ਚੱਲਦੇ ਆ। ਇੱਕ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਮੰਨਦਾ, ਤੇ ਦੂਜਾ ਥਾਟ ਦੂਜੇ ਕੁਝ ਗ੍ਰੰਥ ਹੈ ਜਿਹੜੇ ਸਰਬ ਪ੍ਰਵਾਨਿਤ ਨਹੀਂ, ਉਹਨਾਂ ਨੂੰ ਵੀ ਆਧਾਰ ਮੰਨ ਕੇ ਪ੍ਰਚਾਰ ਕਰ ਰਹੇ। ਔਰ ਇਹ ਅੱਜ ਦਾ ਨਹੀਂ, ਬਹੁਤ ਵਾਰੀ ਇਹ ਮਸਲਾ ਖੜਾ ਹੋਇਆ ਸਿੱਖਾਂ ਦੇ ਵਿੱਚ ਵੀ, ਕਦੀ ਮਰਜ਼ਾਦਾ ਦਾ ਮਸਲਾ, ਕਦੀ ਇਤਿਹਾਸ ਦਾ ਮਸਲਾ, ਕਦੀ ਬਾਣੀਆਂ ਦਾ ਮਸਲਾ, ਕਦੀ ਅੰਮ੍ਰਿਤ ਸੰਚਾਰ ਦੀ ਮਰਜ਼ਾਦਾ ਦਾ ਮਸਲਾ। ਤੇ ਇਸ ਕਲੈਸ਼ ਦੇ ਵਿੱਚ ਕੁਝ ਬੰਦੇ ਜਾਨਾਂ ਵੀ ਗਵਾ ਚੁੱਕੇ ਆ। ਮੈਂ ਇਹ ਯਤਨ ਕੀਤਾ ਸੀ 2004 ਦੇ ਵਿੱਚ, ਜਦੋਂ ਟੌੜਾ ਸਾਹਿਬ ਚੜ੍ਹਾਈ ਕੀਤੇ, ਉਸ ਵੇਲੇ ਫੈਸਲਾ ਕਰਾਇਆ ਸੀ ਵੀ ਇੱਕ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ ਇਨ ਸਿੱਖਿਜ਼ਮ ਬਣਾਇਆ ਜਾਵੇ ਉਹਨਾਂ ਦੀ ਯਾਦ 'ਚ। ਤਾਂ ਮੈਨੂੰ ਲੀਡਰਸ਼ਿਪ ਪੁੱਛਦੀ ਸੀ ਵੀ ਉਹਦਾ ਮਤਲਬ ਕੀ ਹੋਏਗਾ। ਮੈਂ ਇਹੀ ਮਤਲਬ ਦੱਸਿਆ ਸੀ ਵੀ ਜਿੰਨਾ ਸਾਡੇ ਇਤਿਹਾਸ ਦੇ ਵਿੱਚ ਗੰਧਲੇ ਰਲੇ ਹੋਏ ਆ, ਉਹ ਸਾਰਾ ਹੀ ਇਤਿਹਾਸ ਤੇ ਸਾਰਾ ਹੀ ਜਿੰਨਾ ਲਿਟਰੇਚਰ ਜਾਂ ਜਿਹੜੇ ਅਵੇਲੇਬਲ ਸੋਰਸਿਸ ਹੈ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸੋਚ ਦੀ ਮਿਆਰ ਦੇ ਮੁਤਾਬਕ ਖਰੇ ਨਹੀਂ ਉਤਰਦੇ, ਵਿਦਵਾਨ ਸੱਜਣਾ ਨੂੰ ਲਾਓ, ਉਹਨਾਂ ਦੇ ਵਿੱਚੋਂ ਅਸ਼ੁੱਧੀਆਂ ਦੂਰ ਕਰਕੇ ਉਹ ਸਾਰੇ ਹੀ ਦੁਬਾਰਾ ਰੀਰਾਈਟ ਕਰਾ ਕੇ ਉਹਨੂੰ ਅਥੈਂਟੀਕੇਟ ਕਰਕੇ ਛਾਪੋ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਸੰਕਟ ਵਿੱਚੋਂ ਬਾਹਰ ਨਿਕਲ ਜਾਣ ਤੇ ਕੋਈ ਮੋਦੀ ਦੇ ਕੋਈ ਇਕਬਾਲ ਸਿੰਘ ਏਦਾਂ ਦੀਆਂ ਗੱਲਾਂ ਨਾ ਕਰ ਸਕੇ। ਉਹਦੇ ਉੱਤੇ ਕੰਮ ਹੋਇਆ ਥੋੜਾ ਬਹੁਤਾ। ਗੁਰੂ ਗ੍ਰੰਥ ਆਪਣੇ ਗੁਰੂ ਸਾਹਿਬਾਨ ਦੇ ਇਤਿਹਾਸ ਦੇ ਉੱਤੇ ਕੰਮ ਕੀਤਾ ਸੀ ਡਾਕਟਰ ਕਿਰਪਾਲ ਸਿੰਘ ਹੋਰਾਂ ਨੇ, ਅਸੀਂ ਉਹਨਾਂ ਨੂੰ ਦਿੱਤਾ ਸੀ। ਉਹਨਾਂ ਨੇ 9 ਪਾਤਸ਼ਾਹੀਆਂ ਦਾ ਇਤਿਹਾਸ ਸੋਧ ਕੇ ਲਿਖ ਦਿੱਤਾ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਛਪਾ ਵੀ ਲਿਆ ਤੇ ਵੰਡ ਵੀ ਰਹੇ। ਪਰੰਤੂ ਹੁਣ ਵਕਤ ਐਸਾ ਹੈ ਕਿ ਇਸ ਸਮੇਂ ਦੇ ਉੱਤੇ ਜਿਹੜਾ ਨੁਕਸਾਨ ਕੱਲ੍ਹ ਨੂੰ ਆਉਣ ਵਾਲੇ ਸਮੇਂ 'ਚ ਫੇਰ ਹੋ ਸਕਦਾ ਹੈ, ਵੱਡਾ ਜਿਗਰਾ ਕਰਕੇ ਬੈਠਣਾ ਚਾਹੀਦਾ। ਔਰ ਇਹ ਇੰਸਟੀਚਿਊਟ ਵੀ ਬਣ ਚੁੱਕਾ ਹੁਣ, ਜਿਹਦੀ ਮੈਂ ਪ੍ਰਪੋਜ਼ਲ ਦਿੱਤੀ ਸੀ ਉਹ ਬਣ ਚੁੱਕਾ। ਬਹਾਦਰਗੜ੍ਹ ਹੈ, ਰਾਜਪੁਰਾ ਪਟਿਆਲਾ ਰੋਡ ਦੇ ਉੱਤੇ।
ਤੇ ਉਹਦੇ ਵਿੱਚ ਹੁਣ ਵੀ ਜੇ ਜਥੇਦਾਰ ਸਾਹਿਬ ਇਨੀਸ਼ੀਏਟਿਵ ਲੈ ਲੈਣ ਜਾਂ ਪੰਥ ਇਨੀਸ਼ੀਏਟਿਵ ਲਵੇ ਤੇ ਗੁਰੂ ਗ੍ਰੰਥ ਸਾਹਿਬ ਦੇ ਮਿਆਰ ਦੇ ਉੱਤੇ ਜਿਹੜਾ ਇਤਿਹਾਸ, ਗੁਰ ਇਤਿਹਾਸ, ਸਿੱਖ ਇਤਿਹਾਸ ਜਾਂ ਸੋਰਸਿਸ ਖਰੇ ਨਹੀਂ ਉਤਰਦੇ, ਉਹਨਾਂ ਨੂੰ ਡਿਸਕਾਰਡ ਕਰ ਦੇਣਾ ਚਾਹੀਦਾ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਅੱਗੇ ਲੈ ਕੇ ਜਾਣ ਵਾਲਾ ਲਿਟਰੇਚਰ ਆ ਉਹਨੂੰ ਅਥੈਂਟੀਕੇਟ ਕਰਕੇ ਸਿੱਖਾਂ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਵੰਡਣਾ ਚਾਹੀਦਾ। ਤੇ ਜੇ ਇਹ ਨਾ ਹੋ ਸਕਿਆ ਫਿਰ ਤੇ ਆਪਾਂ ਜਿੰਨਾ ਗਿਆਨ ਆਪਾਂ ਹਾਸਲ ਕਰ ਲਿਆ, ਅਸੀਂ ਕਹਿੰਦੇ ਦੂਜੇ ਨੂੰ ਤਾਂ ਗਿਆਨ ਹੀ ਕੋਈ ਨਹੀਂ, ਜਿੰਨਾ ਕੁ ਮੈਨੂੰ ਆ ਉਹੀ ਅੰਤਮ ਗਿਆਨ। ਗਿਆਨ ਕਦੀ ਅੰਤਮ ਨਹੀਂ ਹੁੰਦਾ। ਇਹੀ ਸਾਡੇ ਲੜਾਈ ਝਗੜੇ ਦਾ ਕਾਰਨ ਹੈ। ਇਹੀ ਦੇਖੋ ਸੰਪਰਦਾਇ ਸੋਚ ਹੈ ਵਿੱਚ, ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੀ ਸੋਚ ਹੈ, ਇੱਕ ਪਾਸੇ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਮੰਨਣ ਵਾਲੇ ਲੋਕ ਹੈ, ਇੱਕ ਪਾਸੇ ਉਹ ਲੋਕ ਹੈ ਜਿਹੜੇ ਕਹਿੰਦੇ ਸਾਡੇ ਡੇਰੇ ਦੀ ਮਰਜ਼ਾਦਾ ਬੜੀ ਪਵਿੱਤਰ ਹੈ। ਇਹ ਸਾਰੇ ਕਲੇਸ਼ ਜਿਹੜੇ ਆ ਖਤਮ ਹੋਣੇ ਚਾਹੀਦੇ ਆ ਔਰ ਕੌਮ ਦੇ ਵਿੱਚ ਕੋਈ ਐਸੀ ਦੁਬਿਧਾ ਨਹੀਂ ਰਹਿਣੀ ਚਾਹੀਦੀ। ਇੱਕ ਵਾਰੀ ਨਿਰਣਾ ਹੋ ਜਾਵੇ ਆਹ ਖਾਣਾ ਆਹ ਨਹੀਂ ਖਾਣਾ, ਆਹ ਪੀਣਾ ਆਹ ਨਹੀਂ ਪੀਣਾ, ਆਹ ਪੜ੍ਹਨਾ ਆਹ ਨਹੀਂ ਪੜ੍ਹਨਾ, ਆਹ ਮਰਜ਼ਾਦਾ ਆਹ ਨਹੀਂ ਮਰਜ਼ਾਦਾ, ਇਹ ਸਾਰਾ ਕੁਝ ਖਤਮ ਹੋਣਾ ਪਏਗਾ, ਫਿਰ ਇਹ ਸਾਰਾ ਭਲਾ ਹੋਏਗਾ। ਔਰ ਮੈਂ ਤੁਹਾਡੇ ਰਾਹੀਂ ਇੱਕ ਬੇਨਤੀ ਕਰਦਾ ਖਾਲਸਾ ਪੰਥ ਦੇ ਚਰਨਾਂ 'ਚ ਬਹੁਤ ਨਿਮਰਤਾ ਸਹਿਤ। ਦੇਖੋ ਅਸੀਂ ਹੈ ਤਾਂ ਬੰਦੇ ਹੀ ਆ ਨਾ, ਗਲਤੀਆਂ ਦੇ ਪੁਤਲੇ ਆ। ਕਈ ਵਾਰੀ ਆਪਣੇ ਲਾਲਚ ਵਿੱਚ ਆ ਕੇ, ਕੁਰਸੀਆਂ ਦੇ ਲਾਲਚ ਵਿੱਚ ਆ ਕੇ ਇੱਧਰ ਉੱਧਰ ਭਟਕ ਵੀ ਸਕਦੇ। ਮੈਂ ਇਹ ਗੱਲ ਹਮੇਸ਼ਾ ਹੀ ਕਹੀ ਆ ਵੀ ਜਿੱਥੇ ਮਰਜ਼ੀ ਰਹੋ, ਪੰਥ ਨਾਲ ਜੁੜ ਕੇ ਰਹੋ। ਤੇ ਜਦੋਂ ਕਦੀ ਕੌਮ ਦੇ ਉੱਤੇ ਕੋਈ ਸੰਕਟ ਬਣ ਜਾਏ ਨਾ, ਜਦੋਂ ਕੋਈ ਸਵਾਲ ਸਿੱਖ ਦਾ, ਸਿੱਖੀ ਦਾ, ਗ੍ਰੰਥ ਜਾਂ ਪੰਥ ਦਾ, ਕੁੱਕੜ ਖੇ ਉਡਾਉਣ ਦੇ ਨਾਲੋਂ ਆਪਣੇ ਆਪ ਨੂੰ ਇਹ ਸਮਝੋ ਵੀ ਮੈਂ ਗੁਰੂ ਦਾ ਸਿੱਖ ਹਾਂ ਤੇ ਉਹਦੇ ਪੰਥ ਦੀ ਰਾਖੀ ਕਰਨੀ ਹੈ। ਤੇ ਉਹ ਰਾਖੀ ਦੇ ਲਈ ਆਪਣਾ ਜੇ ਧੌਣ ਨੀਵੀਂ ਕਰਕੇ ਵੀ ਪੰਥ ਦਾ ਭਲਾ ਹੁੰਦਾ ਹੋਵੇ ਤੇ ਕਰ ਲੈਣੀ ਚਾਹੀਦੀ ਹੈ, ਕੋਈ ਬਹੁਤਾ ਫਰਕ ਨਹੀਂ। ਇਹ ਜਿਹੜੀਆਂ ਧੌਣਾਂ 'ਚ ਫਸੇ ਕੀਲੇ ਆ, ਇਹਨਾਂ ਨੇ ਬਹੁਤ ਵੱਡੇ ਨੁਕਸਾਨ ਪਹਿਲਾਂ ਵੀ ਕਰ ਦਿੱਤੇ, ਆਉਣ ਵਾਲੇ ਸਮੇਂ ਦੇ ਵਿੱਚ ਵੀ ਕਈ ਵਾਰੀ ਸੰਭਾਵਨਾਵਾਂ ਬਣਦੀਆਂ। ਇਹ ਸੱਚੇ ਪਾਤਸ਼ਾਹ ਕਿਰਪਾ ਕਰਨ, ਪੰਥ ਨੂੰ ਸਮੱਤ ਦੀ ਦਾਤ ਬਖਸ਼। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ, ਤੁਸੀਂ ਬੜਾ ਵਧੀਆ ਇਸ ਜਿਹੜਾ ਇੱਕ ਜ਼ਿਆਦਾ ਬੜਾ ਵੱਡਾ ਵਿਵਾਦ ਇਸ ਟਾਈਮ ਬਣਿਆ ਹੋਇਆ ਸੋਸ਼ਲ ਮੀਡੀਆ ਤੇ, ਤੁਸੀਂ ਉਹਨੂੰ ਵੀ ਬੜੇ ਵਧੀਆ ਤਰੀਕੇ ਦੇ ਨਾਲ, ਬੜੇ ਮੈਂ ਕਹਿੰਦਾ ਬਰੀਫ ਦੇ ਵਿੱਚ, ਤਾਂ ਕੁਝ ਸ਼ਬਦਾਂ ਦੇ ਵਿੱਚ ਜਿਹੜਾ ਤੁਸੀਂ ਉਹਦਾ ਆਪਣੇ ਵਿਚਾਰ ਦਿੱਤੇ ਨੇ। ਔਰ ਮੈਨੂੰ ਲੱਗਦਾ ਕਾਫੀ ਵਧੀਆ ਨੇ ਜੇ ਸਾਰੇ ਲੋਕ ਇਹਨਾਂ ਵਿਚਾਰਾਂ ਨੂੰ ਅਪਣਾ ਲੈਣ ਤੇ ਆਪਣੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਕਿ ਅਸੀਂ ਪੜ੍ਹਨ ਦੇ ਉੱਤੇ ਜ਼ਿਆਦਾ ਜ਼ੋਰ ਦਈਏ। ਜਿਵੇਂ ਕੱਲ ਵੀ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀਗੀ ਕਿ ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਆਪ ਪੜ੍ਹਦੇ ਨਹੀਂ, ਆਪ ਗੁਰਬਾਣੀ ਨੂੰ ਵਿਚਾਰਦੇ ਨਹੀਂ, ਤਾਂ ਕਿਸੇ ਤੇ ਡਿਪੈਂਡੈਂਟ ਆ ਔਰ ਅਸੀਂ ਉਹਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਨਾ ਕਿ ਅਸੀਂ ਆਪ ਵਿਚਾਰ ਕੇ। ਗੁਰਬਾਣੀ ਤਾਂ ਆਪ ਪੜ੍ਹਨੀ ਸੀਗੀ, ਆਪ ਵਿਚਾਰਨੀ ਸੀਗੀ ਤੇ ਆਪ ਡਿਸੀਜ਼ਨ ਜਿਹੜੇ ਸੀਗੇ ਆਪ ਬਣਾਉਣੇ ਸੀਗੇ। ਭਾਵੇਂ ਅਰਥ ਵੀ ਆਪਾਂ ਲੈ ਲਈਏ, ਅਸੀਂ ਪੁਰਾਣੇ ਜਦੋਂ ਸਟੀਕ ਪੜ੍ਹਦੇ ਹਾਂ ਤਾਂ ਗੁਰਬਾਣੀ ਦੇ ਬਹੁਤ ਸਾਰੇ ਸਾਡੇ ਜਿਹੜੇ ਵਿਦਵਾਨ ਨੇ ਉਹ ਵੱਖਰੇ ਵੱਖਰੇ ਅਰਥ ਕਰਦੇ ਨੇ। ਉਹਨਾਂ ਦੇ ਵਿੱਚ ਫਰਕ ਥੋੜ੍ਹਾ ਬਹੁਤ ਆਪਾਂ ਨੂੰ ਦਿਸ ਜਾਂਦਾ ਆ, ਕਿਉਂਕਿ ਉਹਨਾਂ ਦੇ ਤਜਰਬੇ ਦੇ, ਉਹਨਾਂ ਦੀ ਸਮਝ ਦੇ ਹਿਸਾਬ ਦੇ ਨਾਲ ਉਹ ਅਰਥ ਕੀਤੇ ਹੁੰਦੇ ਨੇ। ਤਾਂ ਇਹੀ ਜ਼ਿਆਦਾਤਰ ਸਾਡੇ ਵਿਦਵਾਨ ਜਾਂ ਸਾਡੇ ਪ੍ਰਚਾਰਕ ਸਾਨੂੰ ਸਮਝਾਉਂਦੇ ਨੇ ਕਿ ਆਪ ਗੁਰਬਾਣੀ ਪੜ੍ਹੋ ਤੇ ਆਪ ਉਹਦੇ ਅਰਥ ਕੱਢੋ। ਹੁਣ ਜੇ ਨਹੀਂ ਆਪ ਸਮਝਾਂਗੇ ਤਾਂ ਫਿਰ ਅਸੀਂ ਜਦੋਂ ਥਰਡ ਆਈ ਤੋਂ ਚੀਜ਼ਾਂ ਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹੀ ਸਮਝਾਂਗੇ ਜੋ ਅਗਲਾ ਸਾਨੂੰ ਦਿਖਾਉਣਾ ਚਾਹੁੰਦਾ ਆ, ਨਾ ਕਿ ਜੋ ਗੁਰਬਾਣੀ ਦੇ ਅਸਲੀ ਅਰਥ ਨੇ। ਧੰਨਵਾਦ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ, ਤੁਸੀਂ ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹੋ। ਤੁਸੀਂ ਆਪਣੇ ਵਿਚਾਰ 1947 ਨੂੰ ਲੈ ਕੇ ਜਾਂ ਤੁਸੀਂ ਕਰੰਟ ਵਿਵਾਦ ਨੂੰ ਲੈ ਕੇ ਜਿਹੜੇ ਦਿੱਤੇ ਨੇ, ਮੈਨੂੰ ਲੱਗਦਾ ਸਾਡੇ ਸਾਰੇ ਸਰੋਤਿਆਂ ਨੂੰ ਉਹਨਾਂ ਤੋਂ ਕੁਛ ਨਾ ਕੁਛ ਜ਼ਰੂਰ ਉਹ ਸਿੱਖਣਗੇ। ਤਾਂ ਸਿੱਖਣਾ ਵੀ ਚਾਹੀਦਾ ਹੈ, ਅਦਰਵਾਈਜ਼ ਇਹਨਾਂ ਡਿਸਕਸ਼ਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਕਿ ਅਸੀਂ ਸੁਣ ਕੇ ਇੱਕ ਕੰਨ ਤੋਂ ਸੁਣੀਏ, ਦੂਜੇ ਕੰਨ ਤੋਂ ਕੱਢ ਦਈਏ ਤਾਂ ਅੱਗੇ ਮੂਵ ਔਨ ਹੋ ਕੇ ਦੂਜੀ ਡਿਸਕਸ਼ਨ ਵੱਲ ਨੂੰ ਚੱਲ ਜਾਈਏ। ਅਸੀਂ ਜ਼ਰੂਰ ਕੁਛ ਨਾ ਕੁਛ ਜਿਹੜੀਆਂ ਚੰਗੀਆਂ ਚੀਜ਼ਾਂ ਸਾਨੂੰ ਲੱਗਦੀਆਂ ਨੇ ਉਹਨਾਂ ਨੂੰ ਸੁਣ ਕੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ, ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟੇਸ਼ਨ ਜ਼ਰੂਰ ਕਰਨੀ ਚਾਹੀਦੀ ਆ। ਸਾਡੇ ਐਕਸਪੀਰੀਅੰਸ ਤੋਂ, ਜਿਹੜੇ ਐਕਸਪੀਰੀਅੰਸ ਹੈ ਭੌਰ ਸਾਹਿਬ ਜੀ ਤੁਹਾਡਾ, ਜਿਨ੍ਹਾਂ ਦਾ ਇੰਨੇ ਸਾਲਾਂ ਦਾ ਜਿਹੜਾ ਇਹਨਾਂ ਦਾ ਤਜਰਬਾ ਆ, ਸਾਨੂੰ ਉਸ ਤਜਰਬੇ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਧੰਨਵਾਦ ਜੀ। ਕਰਨੈਲ ਸਿੰਘ ਜੀ, ਤੁਸੀਂ ਕੋਈ ਲਾਸਟ ਕਮੈਂਟਸ ਕਰਨਾ ਚਾਹੋਗੇ? ਫਿਰ ਆਪਾਂ ਸਾਰਿਆਂ ਨੂੰ ਫਤਿਹ ਬੁਲਾਉਂਦੇ ਜੀ, ਸਾਰਿਆਂ ਤੋਂ ਇਜਾਜ਼ਤ। ਹਾਂ, ਆਪਾਂ ਫਿਰ ਜਿਹੜਾ ਤੁਸੀਂ ਲੇਟੈਸਟ ਆ ਕਹਿ ਰਹੇ ਆ ਨਾ, ਜਿੱਦਾਂ ਹੁਣ ਭੌਰ ਸਾਹਿਬ ਨੇ ਦੱਸਿਆ ਵੀ ਇੰਸਟੀਟਿਊਸ਼ਨ, ਮੈਂ ਐਕਚੁਅਲੀ ਪਹਿਲਾਂ ਮੈਨੂੰ ਇਹਦੇ ਬਾਰੇ ਪਤਾ ਨਹੀਂ ਸੀਗਾ। ਮੈਂ ਇਹ ਵਿਚਾਰ ਬਣਾਇਆ ਉਸ ਵੀ ਭੌਰ ਸਾਹਿਬ ਨੂੰ ਬੇਨਤੀ ਕਰੀਏ ਵੀ ਇਹਨਾਂ ਦੀ ਹਾਲੇ ਵੀ ਬਹੁਤ ਸਾਰੇ ਜਿਹੜੇ ਮੈਂਬਰ ਆ, ਹਰਮਨ ਪਿਆਰੇ ਲੀਡਰ ਆ। ਹਾਂ, ਮਤਲਬ ਸ਼੍ਰੋਮਣੀ ਕਮੇਟੀ 'ਚ ਵੀ ਹਾਲੇ ਵੀ ਹਰਮਨ ਪਿਆਰੇ ਆ, ਸਾਨੂੰ ਪਤਾ ਆ। ਤੇ ਕੁਛ ਕੁ ਬੰਦੇ ਡਰਦੇ ਹੋਣਗੇ ਆਪਣੇ ਬਿਗ ਬੌਸ ਤੋਂ, ਜਿਹੜਾ ਕਿ ਉਧਰ ਰਲਿਆ ਹੁੰਦਾ ਸੈਂਟਰ ਨਾਲ, ਪਰ ਫਿਰ ਵੀ ਉਹ ਬੜਾ ਸਤਿਕਾਰ ਕਰਦੇ ਆ ਸਾਰੇ ਪਾਸੇ। ਵੀ ਇਹਨਾਂ ਇਹ ਕਰਵਾ ਸਕਦੇ ਆ। ਮੈਂ ਇਹੀ ਕਹਿਣਾ ਸੀ ਕਿ ਅਕੈਡਮਿਕ ਜਾਂ ਜਿੱਦਾਂ ਸਕਾਲਰ ਹੁੰਦੇ ਯੂਨੀਵਰਸਿਟੀਆਂ 'ਚ, ਵਿਦਵਾਨ ਪ੍ਰਿੰਸੀਪਲ ਕੌਮ ਕੋ ਬਹੁਤ ਹੈਗੇ ਆ, ਜਿਨ੍ਹਾਂ ਦਾ ਫਾਇਦਾ ਲੈ ਕੇ ਜਿਹੜਾ ਇਹ ਇਤਿਹਾਸ ਆ ਨਾ,
ਚਾਹੇ ਜਿੱਦਾਂ ਵੱਖ-ਵੱਖ ਮਿਸਲਾਂ ਹੁੰਦੀਆਂ ਸੀ, ਜਿੱਦਾਂ ਭੌਰ ਸਾਹਿਬ ਨੇ ਆਲਰੇਡੀ ਕਹਿਤਾ ਹੁੰਦਾ, ਤੇ ਜਿੱਦਾਂ ਆਪਣੀਆਂ ਪਾਰਟੀਆਂ, ਕੋਈ ਆਪਣੀਆਂ ਸੰਸਥਾਵਾਂ ਇੱਕ ਸੁਰਤਾ ਵਿੱਚ ਜਦੋਂ ਆ ਜਾਣਗੇ ਤਾਂ ਫਿਰ ਕਿਸੇ ਹੋਰ ਨੂੰ ਆਪਾਂ ਕਹਿ ਸਕਦੇ ਹਾਂ। ਬਾਹਰੋਂ ਫਿਰ ਲੋਕਾਂ ਨੇ ਜੋ ਵੀ ਕਹਿਣਾ, ਅਸੀਂ ਕਿਸੇ ਨੂੰ ਕੀ ਕਹਿ ਸਕਦੇ? ਜੇ ਕਿਸੇ ਨੇ ਫਲਾਣੇ ਨੇ ਇਕਬਾਲ ਸਿੰਘ ਨੇ ਕਹਿਤਾ ਜਾਂ ਫਲਾਣੇ ਨੇ ਕਹਿਤਾ, ਮਤਲਬ ਇਹ ਇੱਕ ਸਵੈ ਪੜਚੋਲ ਦੀ ਬਹੁਤ ਜ਼ਰੂਰੀ ਹੈ। ਤਾਂ ਪਰ ਇੱਕ ਕੈਪਟਨਸ਼ਿਪ ਜਿਹੜੀ ਹੁੰਦੀ ਹੈ, ਇੱਕ ਟੀਮ ਖੇਲਦੀ ਹੈ ਨਾ ਦੇਸ਼ਾਂ 'ਚ ਵੀ, ਕਿਤੇ ਵੀ ਇੱਕ ਕੈਪਟਨ ਹੁੰਦਾ, ਬਾਕੀ ਪਲੇਅਰ ਹੁੰਦੇ ਨਾ ਆਪਣੀ ਆਪਣੀ ਪੋਜੀਸ਼ਨ ਤੇ ਖੇਲਦੇ ਆ। ਇਹੀ ਸੰਗਤੀ ਰੂਪ ਆ। ਭੌਰ ਸਾਹਿਬ ਦਾ ਇੰਨਾ ਤਜਰਬਾ ਆ, ਮੈਂ ਚਾਹੂੰਗਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਦਾ ਮਾਧਿਅਮ ਰਾਹੀਂ, ਤੇ ਹੋਰ ਸੰਸਥਾਵਾਂ ਨੂੰ ਵੀ, ਜਿਹੜੇ ਸੁਣਦੇ ਆਪਣੀ ਆਤਮਾ ਦੀ ਆਵਾਜ਼ ਨੂੰ ਪਛਾਣਦੇ ਹੋਏ ਇਹੋ ਜਿਹੇ ਲੀਡਰਾਂ ਦੇ ਨਾਲ, ਜਿਹੜਾ ਨੂੰ ਕਿ ਤਜਰਬਾ, ਇਹਨਾਂ ਨੂੰ ਹੋਰ ਵੀ ਪਤਾ ਹੋਣਾ, ਹੋਰ ਸੱਜਣਾਂ ਦਾ ਵੀ ਨਾਲ ਲੈ ਕੇ ਜਿੰਨੀ ਛੇਤੀ ਹੋ ਸਕਦਾ ਅਸੀਂ ਇਹ ਅਰਦਾਸ ਕਰਦੇ ਹਾਂ ਵੀ ਬਹੁਤ ਛੇਤੀ ਇਹਦਾ ਉਪਰਾਲਾ ਕੀਤਾ ਜਾਵੇ, ਸਾਰੀ ਕੌਮ ਨੂੰ ਇੱਕ ਰੱਖਣ ਦਾ। ਹੋਰ ਕਿਸੇ ਦਾ ਅੱਗੋਂ ਜਿਹੜਾ ਸਾਡੇ ਬਹੁਤ ਕਮੈਂਟ ਆ ਰਹੇ ਆ, ਬਹੁਤ ਫੋਨ ਵੀ ਆ ਰਹੇ ਸੀ, ਕੋਈ ਕਹਿੰਦਾ ਇੰਗਲਿਸ਼ ਦੇ ਵਿੱਚ ਡਰਮ ਬੀਟ ਕਰੀ ਜਾਓ, ਰੋਜ਼ ਰੋਲ ਕੁੱਟੀ ਜਾਓ, ਕੋਈ ਫਾਇਦਾ ਨਹੀਂ। ਇਮੀਡੀਏਟਲੀ ਐਕਸ਼ਨ ਲੈਣਾ ਚਾਹੀਦਾ ਜੀ ਸੰਸਥਾਵਾਂ ਨੂੰ। ਬਿਲਕੁਲ ਜੀ, ਬਿਲਕੁਲ। ਭੌਰ ਸਾਹਿਬ ਜੀ, ਤੁਹਾਡਾ ਅੱਜ ਦੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਦਾ ਬਹੁਤ ਬਹੁਤ ਧੰਨਵਾਦ ਜੀ। ਕੋਸ਼ਿਸ਼ ਕਰਾਂਗੇ ਜੀ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਜ਼ਰੂਰ, ਜਿਹੜੇ ਕਈ ਸਾਡੇ ਕੌਮੀ ਮੁੱਦੇ ਨੇ, ਕਈ ਸਾਡੇ ਰਾਜਨੀਤਿਕ ਸਮਾਜਿਕ ਨੇ, ਜ਼ਰੂਰ ਅਸੀਂ ਤੁਹਾਡੇ ਤੋਂ ਉੱਦਾਂ ਦੀ ਟਿੱਪਣੀ ਲਿਆ ਕਰੀਏ ਤੇ ਤੁਹਾਡੇ ਨਾਲ ਉਹਦੀ ਡਿਸਕਸ਼ਨ ਲੈ ਕੇ, ਤਾਂ ਤੁਹਾਡਾ ਜਿਹੜਾ ਤਜਰਬਾ ਆ, ਖਾਸ ਕਰਕੇ ਤੁਹਾਡਾ ਜਿਹੜਾ ਪ੍ਰੈਕਟੀਕਲ ਐਕਸਪੀਰੀਅੰਸ ਹੈ, ਉਹ ਤੋਂ ਅਸੀਂ ਜ਼ਰੂਰ ਇੱਕ ਸੇਧ ਲੈ ਸਕੀਏ। ਤਾਂ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ। ਤਾਂ ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਭਾਈ ਸਾਹਿਬ ਜੀ, ਕਰਨੈਲ ਸਿੰਘ ਜੀ ਸਾਡੇ ਨਾਲ, ਸਾਡੇ ਦਰਸ਼ਕ ਵੀ ਜਿਹੜੇ ਸੀਗੇ ਬਹੁਤ ਕਾਫੀ ਜੁੜੇ ਨੇ, ਤਾਂ ਉਹਨਾਂ ਦੇ ਕਮੈਂਟਸ ਵੀ ਜਿਹੜੇ ਕਾਫੀ ਆਏ ਨੇ। ਹਾਂਜੀ, ਸ਼ੇਅਰ ਕਰੋ ਜੀ। ਸੌਰੀ, ਕਿਉਂਕਿ ਹੁਣ ਇੱਕ ਡਿਸਕਸ਼ਨ ਇਦਾਂ ਦੀ ਚੱਲਦੀ ਹੈ, ਅਸੀਂ ਸਾਰਿਆਂ ਦੇ ਜਿਹੜੇ ਕਮੈਂਟਸ ਨੇ ਉਹ ਨਹੀਂ ਲੈ ਸਕੇ, ਬਟ ਜ਼ਰੂਰ ਇਹੀ ਹੈ ਕਿ ਜੀ ਸਾਰਿਆਂ ਨੇ ਇਸ ਗੱਲ ਦੀ ਸ਼ਲਾਘਨਾ ਕੀਤੀ ਹੈ ਭੌਰ ਸਾਹਿਬ ਜੀ ਦੇ ਤਜਰਬੇ ਦੀ, ਤਾਂ ਉਹਨਾਂ ਦੇ ਐਕਸਪੀਰੀਅੰਸ ਦੀ, ਤਾਂ ਜੋ ਉਹਨਾਂ ਨੇ ਸੇਵਾ ਕਰ ਰਹੇ ਨੇ ਕੌਮ ਦੇ ਲਈ, ਉਹਨਾਂ ਦੇ ਉਹ ਸਾਰੇ ਜਾਣੇ ਉਹਨਾਂ ਦਾ ਧੰਨਵਾਦ ਵੀ ਕਰਦੇ ਨੇ। ਅਸੀਂ ਸਾਰੇ ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਹਾਡੇ ਕਮੈਂਟਸ ਤੇ ਤੁਹਾਡੇ ਹੌਸਲੇ ਅਫਜ਼ਾਈ ਦੇ ਨਾਲ ਹੀ ਅਸੀਂ ਇਹ ਪ੍ਰੋਗਰਾਮ ਜਿਹੜੇ ਨੇ ਕਰਦੇ ਹਾਂ। ਤਾਂ ਇਹ ਜਿਹੜੀ ਸੀਰੀਜ਼ ਅਸੀਂ ਸ਼ੁਰੂ ਕੀਤੀ ਹੋਈ ਆ 5 ਅਗਸਤ ਤੋਂ, ਤਾਂ 15 ਅਗਸਤ ਤੱਕ ਸਿੰਘ ਸਟੇਸ਼ਨ ਦੇ ਪੇਜ ਤੇ ਤੁਸੀਂ ਇਹਦੇ ਰੈਗੂਲਰ ਅਪਡੇਟਸ ਦੇਖ ਸਕਦੇ ਹੋ। ਤੇ ਇਹਦੇ ਵਿੱਚ ਅਸੀਂ ਇਹੀ ਹੈ ਕਿ 1947 ਦੇ ਸੰਦਰਭ ਦੇ ਜਿਹੜੇ ਵੱਖਰੇ ਵੱਖਰੇ ਪਹਿਲੂ ਨੇ, ਉਹ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਣਾ ਚਾਹੁੰਦੇ ਹਾਂ। ਕਿਤੇ ਨਾ ਕਿਤੇ ਸਾਰੇ ਆਪਸ ਵਿੱਚ ਇੰਟਰਕਨੈਕਟਡ ਨੇ, ਪਰ ਡੈਫੀਨੇਟਲੀ ਸਾਨੂੰ ਇਹਦੇ ਉੱਤੇ ਡਿਸਕਸ਼ਨ ਕਰਨ ਦੀ ਲੋੜ ਹੈ, ਕਿਉਂਕਿ ਸਾਡੇ ਚੋਂ ਬਹੁਤ ਸਾਰੇ, ਅਸੀਂ ਆਪ ਹੀ ਇਹਨੂੰ ਇੱਕ ਸੈਲੀਬ੍ਰੇਟ ਕਰ ਲੱਗ ਪਏ ਹਾਂ। 15 ਅਗਸਤ ਨੂੰ ਅਸੀਂ ਉਹਨੂੰ ਮਨਾਉਣ ਲੱਗ ਪਏ ਹਾਂ। ਜਿਵੇਂ ਭੌਰ ਸਾਹਿਬ ਜੀ ਨੇ ਵੀ ਦੱਸਿਆ ਕਿ ਅਸੀਂ ਉਦਣ ਭੰਗੜੇ ਪਾਉਂਦੇ ਹਾਂ, ਕਈ ਕੁਛ ਕਰਦੇ ਹਾਂ। 14 ਅਗਸਤ ਨੂੰ ਪਾਕਿਸਤਾਨ ਦੇ ਵਿੱਚ ਮਨਾਇਆ ਜਾਂਦਾ ਹੈ, ਤੇ 15 ਨੂੰ ਭਾਰਤ ਦੇ ਵਾਲੀ ਸਾਈਡ ਦੇ ਵਿੱਚ, ਤੇ ਪੰਜਾਬ ਦੇ ਲੋਕ ਵੀ ਉਸ ਸੈਲੀਬ੍ਰੇਸ਼ਨ ਵਿੱਚ ਸ਼ਾਮਲ ਹੋ ਚੁੱਕੇ ਨੇ। ਭੁੱਲ ਜਾਂਦੇ ਨੇ ਅਸੀਂ ਕਿ ਇਹ ਦਿਨ ਸਾਡੇ ਲਈ ਕਿਹੜੇ ਨੇ। ਇਮੈਜਿਨ ਕਰੋ ਕਿ ਅੱਜ ਦੇ ਦਿਨ, ਅੱਜ 10 ਅਗਸਤ ਆ, 10 ਅਗਸਤ ਵਾਲੇ ਦਿਨ 1947 ਦੇ ਵਿੱਚ ਕੀ ਹੋ ਰਿਹਾ ਸੀਗਾ, ਕਿੱਥੇ ਜਿਹੜੇ ਸੀਗੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਸੀਗੀਆਂ, ਕਿਵੇਂ ਲੋਕੀ ਆਪਣੇ ਪੰਜਾਬ ਦੇ ਜਿਹੜੇ ਨੇ ਉਹ ਵੱਡੇ ਜਾ ਰਹੇ ਸੀਗੇ, ਕਿੱਦਾਂ ਦੀ ਜਿਹੜੀ ਰਾਜਨੀਤੀ ਖੇਡ ਆ ਉਹ ਖੇਡੀ ਜਾ ਰਹੀ ਸੀਗੀ। ਤਾਂ ਅਸੀਂ ਇਹੀ ਕਹਾਂਗੇ ਕਿ ਅਸੀਂ ਇਤਿਹਾਸ ਨੂੰ ਯਾਦ ਰੱਖਣਾ ਉਹ ਤਾਂ ਹੀ ਹੋਊਗਾ ਜਦੋਂ ਅਸੀਂ ਉਹਦੇ 'ਤੇ ਬਾਰ-ਬਾਰ ਗੱਲ ਕਰਾਂਗੇ, ਤਾਂ ਸਾਡੇ ਜਿਹੜੇ ਤਜਰਬੇਕਾਰ, ਜਿਹੜੇ ਸਾਡੇ ਸਕੋਲਰਸ ਨੇ, ਜਿਹੜੇ ਸਾਡੇ ਸਪੀਕਰਸ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤਾਂ ਡੈਫੀਨੇਟਲੀ ਕੱਲ ਅਸੀਂ ਇੱਕ ਇਸੇ ਸੰਦਰਭ ਦੇ ਵਿੱਚ ਕੱਲ ਸ਼ਾਮੀ ਇਸੇ ਸਮੇਂ, ਮੈਲਬਨ ਦਾ ਸਮਾਂ ਜਿਹੜਾ 5 ਵਜੇ, ਤਾਂ ਭਾਰਤ ਦਾ 12:30 ਵਜੇ, ਤਾਂ ਉਹ UK ਦਾ ਜਿਹੜਾ ਸਵੇਰ ਦਾ 8 ਵਜੇ, ਉਸੇ ਟਾਈਮ ਇੱਕ ਨਵਾਂ ਪ੍ਰੋਗਰਾਮ ਪੰਜਾਬ 1947 ਦੇ ਸੰਦਰਭ ਦੇ ਵਿੱਚ ਲੈ ਕੇ ਆਵਾਂਗੇ। ਇਹ ਲਗਾਤਾਰ ਚੱਲੂਗੇ ਜੀ 15 ਅਗਸਤ ਤੱਕ। 15 ਅਗਸਤ ਨੂੰ ਸਾਡਾ ਅਖੀਰਲਾ ਪ੍ਰੋਗਰਾਮ ਹੋਊਗਾ ਇਸ ਲੜੀ ਦਾ। ਤਾਂ ਤੁਸੀਂ ਸਾਰੇ ਜ਼ਰੂਰ ਇਹਨਾਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਵੋ ਤੇ ਆਪਣੇ ਜਿਹੜੇ ਟਿੱਪਣੀਆਂ ਤੇ ਆਪਣੇ ਵਿਚਾਰ ਵੀ ਜ਼ਰੂਰ ਦੇਵੋ। ਤਾਂ ਤਦ ਤੱਕ ਦੇ ਲਈ ਸਾਨੂੰ ਦੋਨਾਂ ਨੂੰ क्षमा बख्शो जी। करनैल सिंह जी, ਤੁਹਾਡਾ ਵੀ ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ, ਧੰਨਵਾਦ। ਥੈਂਕ ਯੂ ਤੁਹਾਡਾ ਵੀ ਜੀ, ਸਾਰਿਆਂ ਦਾ ਸਮਾਂ ਕੱਢ ਕੇ ਆਏ ਹੋ। ਤੇ ਅਸੀਂ ਹੁਣ ਆਪਣੇ ਦਰਸ਼ਕਾਂ ਤੋਂ ਅੱਜ ਦੇ ਲਈ ਇੰਨਾ ਹੀ, ਤਾਂ ਹੁਣ ਇਜਾਜ਼ਤ ਲੈਂਦੇ ਹਾਂ ਜੀ। ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਦੇ ਵਿੱਚ, ਪੰਜਾਬ 1947 ਪੰਜਾਬ ਦੀ ਵੰਡ ਦੇ ਵਿੱਚ। ਤਾਂ ਤਦ ਤੱਕ ਦੇ ਲਈ ਹੀ ਕਵਾਂਗੇ ਜੀ, ਸਿਹਤਮੰਦ ਰਹੋ ਤੇ ਆਪਣਾ ਜਿਹੜਾ ਧਿਆਨ ਰੱਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।